ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖਤਾ ਦੇ ਰਹਿਬਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਨੇ ਪਰੰਪਰਾਗਤ ਰੂੜੀਵਾਦੀ ਰਸਮਾਂ ਰਿਵਾਜ, ਜਾਤ ਪਾਤ, ਵਹਿਮ ਭਰਮ ਦੇ ਜਾਲ ਨੂੰ ਤੋੜ ਕੇ ਲੋਕਾਈ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਆਓ ਸਮੁੱਚੀ ਮਾਨਵ ਜਾਤੀ ਨੂੰ ਕਲਾਵੇ 'ਚ ਲੈਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਜੀਵਨ ਫਲਸਫੇ ਦੇ ਦਰਸ਼ਨ ਕਰੀਏ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿੰਡ ਤਲਵੰਡੀ ਵਿੱਚ ਵੈਸਾਖ ਸੁਦੀ 3 ਸੰਮਤ 1526 ਨੂੰ ਹੋਇਆ। ਈਸਵੀ ਸੰਨ 1469 ਅਪ੍ਰੈਲ ਦਾ ਮਹੀਨਾ 15 ਤਰੀਕ ਦਿਨ ਸ਼ਨਿਚਰਵਾਰ ਸੀ। ਤਲਵੰਡੀ ਦਾ ਪਹਿਲਾ ਨਾਮ ਰਾਏਪੁਰ ਸੀ, ਫਿਰ ਰਾਏ ਭੋਏ ਦੀ ਤਲਵੰਡੀ ਨਾਮ ਪ੍ਰਸਿੱਧ ਹੋਇਆ। ਸਤਿਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੋਣ ਕਰਕੇ ਹੁਣ ਇਸ ਦਾ ਨਾਮ ਨਨਕਾਣਾ ਸਾਹਿਬ ਹੈ। ਨਨਕਾਣਾ ਸਾਹਿਬ ਲਾਹੌਰ ਤੋਂ 48 ਮੀਲ ਪੱਛਮ ਵੱਲ ਪੈਂਦਾ ਹੈ। ਲਾਹੌਰ ਤੋਂ ਜੜ੍ਹਾਂਵਾਲੇ ਨੂੰ ਜਾਣ ਵਾਲੀ ਰੇਲਵੇ ਲਾਈਨ ਉੱਤੇ ਨਨਕਾਣਾ ਸਾਹਿਬ ਰੇਲ ਦਾ ਸਟੇਸ਼ਨ ਹੈ ਅਤੇ ਜ਼ਿਲ੍ਹਾ ਸ਼ੇਖੂਪੁਰਾ ਹੈ। ਜ਼ਿਲ੍ਹਾ ਸ਼ੇਖੂਪੁਰਾ ਜੰਕਸ਼ਨ ਤੋਂ ਇੱਕ ਲਾਈਨ ਸਾਂਗਲੇ ਦੇ ਰਸਤੇ ਲਾਇਲਪੁਰ ਨੂੰ ਜਾਂਦੀ ਹੈ ਅਤੇ ਦੂਜੀ ਲਾਈਨ ਨਨਕਾਣਾ ਸਾਹਿਬ ਜੜ੍ਹਾਂਵਾਲੇ ਦੇ ਰਸਤੇ ਲਾਇਲਪੁਰ ਨੂੰ ਜਾਂਦੀ ਹੈ। ਰਾਏ ਭੋਏ ਭੱਟੀ ਮੁਸਲਮਾਨ ਸਰਦਾਰ ਤਲਵੰਡੀ ਦੇ ਆਸ-ਪਾਸ ਦੇ ਇਲਾਕੇ ਦਾ ਮਾਲਕ ਸੀ। ਮੁਸਲਮਾਨਾਂ ਦੇ ਰਾਜ ਸਮੇਂ ਬਹੁਤ ਸਾਰੇ ਭੱਟੀ ਰਾਜਪੂਤ ਮੁਸਲਮਾਨ ਬਣ ਗਏ ਸਨ, ਜਿਨ੍ਹਾਂ ਵਿੱਚੋਂ ਪਿੰਡੀ ਭੱਟੀਆਂ, ਜ਼ਿਲ੍ਹਾ ਗੁਜਰਾਤ ਦਾ ਦੁੱਲਾ ਭੱਟੀ ਅਤੇ ਉਸ ਦਾ ਪੁੱਤਰ ਕਮਾਲ ਖਾਨ ਇਤਿਹਾਸ ਵਿੱਚ ਪ੍ਰਸਿੱਧ ਹਨ। ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦਾ ਨਾਮ ਮਹਿਤਾ ਕਲਿਆਣ ਦਾਸ ਜੀ ਸੀ। ਇਤਿਹਾਸ ਵਿੱਚ ਉਹਨਾਂ ਨੂੰ ਕਲਿਆਣ ਰਾਏ ਅਤੇ ਕਾਲੂ ਰਾਏ ਕਰਕੇ ਵੀ ਲਿਖਿਆ ਹੈ। ਰਾਏ ਭੋਏ ਦੇ ਪੁੱਤਰ ਰਾਏ ਬੁਲਾਰ ਪਾਸ ਪਟਵਾਰੀ ਦੇ ਅਹੁਦੇ ਉੱਤੇ ਮੁਲਾਜ਼ਮਤ ਦੇ ਕਾਰਨ ਇਹ ਤਲਵੰਡੀ ਵਿੱਚ ਵਸ ਗਏ। ਇਹਨਾਂ ਦਾ ਅਸਲੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਤਰਨਤਾਰਨ ਵਿੱਚ ਸੀ। ਉਸ ਪਿੰਡ ਦਾ ਨਾਂ ਪੱਠੇਵਿੰਡ ਸੀ, ਜੋ ਤਰਨਤਾਰਨ ਤੋਂ 10 ਮੀਲ ਪੂਰਬ ਦੱਖਣ ਦੀ ਗੁੱਠ ਵਿੱਚ ਪਿੰਡ ਲਾਹੌਰ ਦੇ ਉੱਤਰ ਪਾਸੇ ਅਤੇ ਜਾਮਾ ਰਾਏ ਤੋਂ 1.5 ਮੀਲ ਲਹਿੰਦੇ ਪਾਸੇ ਸੀ। ਹੁਣ ਇੱਥੇ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਜਿਸ ਦਾ ਨਾਮ ਡੇਹਰਾ ਸਾਹਿਬ ਹੈ। ਸਤਿਗੁਰੂ ਨਾਨਕ ਸਾਹਿਬ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ। ਮਾਤਾ ਤ੍ਰਿਪਤਾ ਜੀ ਦਾ ਪੇਕਾ ਪਿੰਡ ਚਾਹਲ, ਜ਼ਿਲ੍ਹਾ ਤੇ ਤਹਿਸੀਲ ਲਾਹੌਰ ਵਿੱਚ ਹੈ। ਲਾਹੌਰ ਛਾਉਣੀ ਤੋਂ 8 ਮੀਲ ਦੀ ਵਿੱਥ ਉੱਤੇ ਪੂਰਬ ਦੱਖਣ ਪਾਸੇ ਪੈਂਦਾ ਹੈ। ਸਤਿਗੁਰ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਦਾ ਜਨਮ ਇਸੇ ਪਿੰਡ ਵਿੱਚ 1464 ਈਸਵੀ ਵਿੱਚ ਹੋਇਆ ਸੀ। ਬੀਬੀ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਨਾਲੋਂ 5 ਸਾਲ ਵੱਡੇ ਸਨ। ਨਾਨਕਾ ਪਿੰਡ ਹੋਣ ਕਰਕੇ ਸਤਿਗੁਰ ਜੀ ਕਈ ਵਾਰ ਚਾਹਲ ਪਿੰਡ ਆਉਂਦੇ ਜਾਂਦੇ ਰਹੇ। ਉਹਨਾਂ ਦੀ ਯਾਦ ਵਿੱਚ ਉੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ। 7 ਸਾਲਾਂ ਦੀ ਉਮਰੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਪਹਿਲਾਂ ਇਹਨਾਂ ਨੂੰ ਗੋਪਾਲ ਦਾਸ ਪੰਡਿਤ ਪਾਸ ਹਿੰਦੀ ਪੜ੍ਹਨ ਵਾਸਤੇ ਭੇਜਿਆ, ਫਿਰ ਬ੍ਰਿਜ ਲਾਲ ਪੰਡਿਤ ਕੋਲ ਸੰਸਕ੍ਰਿਤ ਪੜ੍ਹਨ ਲਈ। ਜਦੋਂ ਸਤਿਗੁਰ ਜੀ ਦੀ ਉਮਰ 13 ਕੁ ਸਾਲਾਂ ਦੀ ਹੋਈ ਤਾਂ ਸੰਮਤ 1539 ਵਿੱਚ ਉਹਨਾਂ ਨੂੰ ਤਲਵੰਡੀ ਦੇ ਮੌਲਵੀ ਕੁਤੁਬਦੀਨ ਪਾਸ ਫਾਰਸੀ ਪੜ੍ਹਨ ਲਈ ਬਿਠਾਇਆ ਗਿਆ। ਗੁਰੂ ਨਾਨਕ ਦੇਵ ਜੀ ਦੀ ਅਤ ਉੱਚੇ ਦਰਜੇ ਦੀ ਤੀਖਣ ਬੁੱਧੀ ਨੂੰ ਵੇਖ ਕੇ ਇਹ ਤਿੰਨੇ ਉਸਤਾਦ ਆਪੋ ਆਪਣੀ ਵਾਰੀ ਬੜੇ ਹੈਰਾਨ ਹੋਏ। ਨਿਰਾ ਦਿਮਾਗ ਹੀ ਰੋਸ਼ਨ ਨਹੀਂ ਸੀ, ਸਤਿਗੁਰ ਜੀ ਨੂੰ ਆਤਮਿਕ ਜੀਵਨ ਦੀ ਵੀ ਬੜੀ ਡੂੰਘੀ ਸੂਝ ਸੀ। ਗੁਰੂ ਨਾਨਕ ਦੇਵ ਜੀ ਦਾ ਬਾਲ ਉਮਰ ਦਾ ਗੰਭੀਰ ਜੀਵਨ ਤੱਕ ਕੇ ਨਗਰ ਦੇ ਸਾਰੇ ਹਿੰਦੂ ਮੁਸਲਮਾਨ ਸਿਰ ਨਿਵਾਉਂਦੇ। ਰਾਏ ਬੁਲਾਰ ਵੀ ਆਖਣ ਲੱਗ ਪਿਆ ਕਿ ਇਹ ਬਾਲਕ ਕੋਈ ਆਮ ਬਾਲਕ ਨਹੀਂ, ਸਗੋਂ ਇਸ ਬਾਲਕ ਉੱਤੇ ਖੁਦਾ ਦੀ ਖਾਸ ਰਹਿਮਤ ਹੈ। ਤਕਰੀਬਨ ਹਰੇਕ ਧਰਮ ਅਨੁਸਾਰ ਮਨੁੱਖ ਦੇ 2 ਜਨਮ ਮਿਥੇ ਗਏ ਹਨ। ਇੱਕ ਸਰੀਰਕ ਜਨਮ ਜੋ ਹਰੇਕ ਜੀਵ ਨੂੰ ਆਪਣੀ ਮਾਂ ਤੋਂ ਮਿਲਦਾ ਹੈ ਅਤੇ ਦੂਜਾ ਆਤਮਿਕ ਜਨਮ
ਜਿਸ ਦੀ ਪ੍ਰਾਪਤੀ ਵਾਸਤੇ ਖਾਸ ਉਮਰ ਉੱਤੇ ਪਹੁੰਚ ਕੇ ਧਾਰਮਿਕ ਮਰਿਆਦਾ ਨਿਭਾਉਣੀ ਪੈਂਦੀ ਹੈ। ਮੰਨੂ ਦੇ ਧਰਮ ਸ਼ਾਸਤਰ ਅਨੁਸਾਰ ਬ੍ਰਾਹਮਣ, ਖੱਤਰੀ ਅਤੇ ਵੈਸ਼ ਵਾਸਤੇ ਆਤਮਿਕ ਜਨਮ ਦੀ ਪ੍ਰਾਪਤੀ ਦੀ ਖਾਤਰ ਜਨੇਊ ਪਹਿਨਣ ਦੀ ਮਰਿਆਦਾ ਬਣੀ ਹੈ। ਸ਼ੂਦਰ ਨੂੰ ਇਸ ਦਾ ਅਧਿਕਾਰ ਹੀ ਨਹੀਂ ਹੈ। ਮੰਨੂ ਦੇ ਮਤ ਅਨੁਸਾਰ ਬ੍ਰਾਹਮਣ ਦਾ ਜਨੇਊ ਕਪਾਹ ਦਾ, ਖੱਤਰੀ ਦਾ ਜਨੇਊ ਸਣ ਦਾ ਅਤੇ ਵੈਸ਼ ਦਾ ਜਨੇਊ ਮੇਢੇ ਜਾਂ ਭੇਡੇ ਦੀ ਉੱਨ ਦਾ ਹੋਣਾ ਚਾਹੀਦਾ ਹੈ। ਸੂਤਰ ਨੂੰ ਵੱਟ ਕੇ ਤਿਹਰਾ ਕਰਕੇ ਉਸ ਦੀ ਡੋਰ ਵੱਟੀ ਜਾਂਦੀ ਹੈ। ਇਹਨਾਂ ਤੇਹਰੀਆਂ 3 ਡੋਰਾਂ ਦਾ ਇੱਕ ਅਗਰ ਹੁੰਦਾ ਹੈ। 2 ਅਗਰਾਂ ਦਾ ਇੱਕ ਜਨੇਊ ਬਣਦਾ ਹੈ। ਜਨੇਊ ਖੱਬੇ ਮੋਢੇ ਤੋਂ ਪਹਿਨ ਕੇ ਸੱਜੀ ਵੱਖੀ ਵੱਲ ਲਟਕਾਇਆ ਜਾਂਦਾ ਹੈ, ਪਰ ਪਿਤਰੀ ਕਰਮ ਕਰਨ ਵੇਲੇ ਜਨੇਊ ਸੱਜੇ ਮੋਢੇ 'ਤੇ ਪਹਿਨਣਾ ਪੈਂਦਾ ਹੈ। ਮਰਿਆਦਾ ਅਨੁਸਾਰ ਬ੍ਰਾਹਮਣ ਦਾ ਜਨੇਊ ਸੰਸਕਾਰ ਗਰਭ ਤੋਂ ਲੈ ਕੇ 8ਵੇਂ ਸਾਲ ਵਿੱਚ ਹੋਣਾ ਚਾਹੀਦਾ ਹੈ, ਖੱਤਰੀ ਦਾ 11ਵੇਂ ਸਾਲ ਅਤੇ ਵੈਸ਼ ਦਾ 12ਵੇਂ ਸਾਲ ਵਿੱਚ, ਬ੍ਰਾਹਮਣ ਦਾ ਬਸੰਤ ਰੁੱਤੇ, ਖੱਤਰੀ ਦਾ ਗਰਮੀ ਰੁੱਤੇ ਅਤੇ ਵੈਸ਼ ਦਾ ਪਤਝੜ ਵਿੱਚ। ਸੰਸਕਾਰ ਆਦਿਕ ਕਰਮ ਕਰਾਉਣ ਲਈ ਹਰੇਕ ਹਿੰਦੂ ਘਰ ਦਾ ਇੱਕ ਪੁਰੋਹਿਤ ਹੁੰਦਾ ਹੈ, ਜੋ ਬ੍ਰਾਹਮਣ ਜਾਤੀ ਵਿੱਚੋਂ ਹੀ ਹੋ ਸਕਦਾ ਹੈ। ਬਾਬਾ ਕਾਲੂ ਜੀ ਦੇ ਘਰ ਦਾ ਪੁਰੋਹਿਤ ਪੰਡਿਤ ਹਰਦਿਆਲ ਸੀ, ਜੋ ਤਲਵੰਡੀ ਦਾ ਹੀ ਵਸਨੀਕ ਸੀ। ਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤਰੀ ਵੀ ਇਸੇ ਨੇ ਬਣਾਈ ਸੀ। ਜਦੋਂ ਗੁਰੂ ਨਾਨਕ ਦੇਵ ਜੀ 10 ਸਾਲਾਂ ਦੇ ਹੋਏ ਤਾਂ ਖੱਤਰੀ ਮਰਿਆਦਾ ਅਨੁਸਾਰ ਉਹਨਾਂ ਨੂੰ ਜਨੇਊ ਪਾਉਣ ਲਈ ਪੰਡਿਤ ਹਰਦਿਆਲ ਨੂੰ ਸੱਦਿਆ ਗਿਆ। ਇਹ ਅਧਿਕਾਰ ਪੁਰੋਹਿਤ ਨੂੰ ਹੀ ਹੁੰਦਾ ਹੈ। ਘਰ ਵਿੱਚ ਪੁੱਤਰ ਦਾ ਜਨਮ ਧਰਮ ਸ਼ਾਸਤਰਾਂ ਅਨੁਸਾਰ ਇੱਕ ਬੜੀ ਵਡਭਾਗਤਾ ਮੰਨਿਆ ਜਾਂਦਾ ਹੈ। ਪੁੱਤਰ ਹੀ ਪਿਤਰਾਂ ਨੂੰ ਪੂ ਨਾਮ ਦੇ ਨਰਕ ਤੋਂ ਬਚਾਉਂਦਾ ਹੈ। ਪੁੱਤਰ ਹੀ ਪਿਤਰਾਂ ਨਿਮਿਤ ਯੱਗ, ਸ਼ਰਾਧ ਆਦਿਕ ਕਰਨ ਦਾ ਅਧਿਕਾਰੀ ਹੁੰਦਾ ਹੈ। ਇਹ ਅਧਿਕਾਰ ਧੀ ਨੂੰ ਨਹੀਂ ਮਿਲਦਾ। ਜਨੇਊ ਪਹਿਨਣ ਦਾ ਅਧਿਕਾਰ ਵੀ ਪੁੱਤਰ ਨੂੰ ਹੀ ਹੈ, ਧੀ ਨੂੰ ਨਹੀਂ। ਸੋ ਜਿਵੇਂ ਪੁੱਤਰ ਦਾ ਜਨਮ ਗ੍ਰਸਤੀ ਵਾਸਤੇ ਬੜੀ ਖੁਸ਼ੀ ਦਾ ਅਵਸਰ ਲਿਆਉਂਦਾ ਹੈ, ਤਿਵੇਂ ਹੀ ਜਨੇਊ ਪਹਿਨਣ ਦੀ ਰੀਤ ਵੀ ਬੜੇ ਚਾਅ ਮਲਾਰ ਵਾਲੀ ਹੁੰਦੀ ਹੈ। ਸਾਰੇ ਸਾਕ ਅੰਗ ਰਿਸ਼ਤੇਦਾਰ ਸੱਦੇ ਜਾਂਦੇ ਹਨ। ਵਿਆਹ ਸ਼ਾਦੀ ਵਾਂਗ ਹੀ ਖਾਣ ਪਕਾਉਣ ਦੇ ਬੜੇ ਉਚੇਚ ਕੀਤੇ ਜਾਂਦੇ ਹਨ। ਸਰਦੇ ਪੁੱਜਦੇ ਘਰਾਂ ਵਿੱਚ ਮਾਸ ਇਤਿਆਦਿਕ ਵੀ ਬਣਾਇਆ ਜਾਂਦਾ ਹੈ। ਬਾਬਾ ਕਲਿਆਣ ਦਾਸ ਜੀ ਨੇ ਵੀ ਸਾਰੇ ਅੰਗ ਸਾਕ ਰਿਸ਼ਤੇਦਾਰਾਂ ਨੂੰ ਸੱਦਾ ਭੇਜਿਆ। ਤਲਵੰਡੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਰੋਸ਼ਨ ਦਿਮਾਗ ਦੀ ਚਰਚਾ ਤਾਂ ਪਹਿਲਾਂ ਹੀ ਸੀ। ਤਲਵੰਡੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਰੋਸ਼ਨ ਦਿਮਾਗ ਦੀ ਚਰਚਾ ਤਾਂ ਪਹਿਲਾਂ ਹੀ ਸੀ, ਪਰ ਕਿਸੇ ਨੂੰ ਅਜੇ ਇਹ ਨਹੀਂ ਸੀ ਪਤਾ ਕਿ 10 ਸਾਲਾਂ ਦਾ ਬਾਲਕ ਹਿੰਦੂ ਸ਼ਾਸਤਰਾਂ ਦੇ ਸਦੀਆਂ ਦੇ ਬਣੇ ਭਰਮ ਭਾਅ ਦਾ ਟਾਕਰਾ ਕਰਨ ਨੂੰ ਤਿਆਰ ਹੋ ਪਵੇਗਾ। ਜਦੋਂ ਨਗਰ ਦਾ ਸ਼ਰੀਕਾ, ਬਰਾਦਰੀ, ਨਗਰ ਦੇ ਪੈਂਚ ਅਤੇ ਸਾਰੇ ਸਾਕ ਅੰਗ ਜੁੜ ਬੈਠੇ ਤਾਂ ਪੁਰੋਹਿਤ ਹਰਦਿਆਲ ਨੇ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਹਿਰਾਉਣ ਲਈ ਸ਼ਾਸਤਰਾਂ ਦੀ ਰਹੁ ਰੀਤੀ ਆਰੰਭ ਕੀਤੀ। ਸਤਿਗੁਰੂ ਜੀ ਵੀ ਪੰਡਿਤ ਦੇ ਪਾਸ ਬੈਠੇ ਹੋਏ ਸਭ ਕੁਝ ਵੇਖਦੇ ਰਹੇ। ਜਦੋਂ ਗ੍ਰਹਿ ਪੂਜਾ, ਦੇਵ ਪੂਜਾ ਆਦਿਕ ਹੋ ਚੁੱਕੀਆਂ ਸਨ ਤਾਂ ਸਾਰੇ ਮੇਲ ਦੀਆਂ ਅੱਖਾਂ ਗੁਰੂ ਨਾਨਕ ਦੇਵ ਜੀ ਅਤੇ ਪੰਡਿਤ ਹਰਦਿਆਲ ਉੱਤੇ ਟਿਕ ਗਈਆਂ। ਜਨੇਊ ਪੈਂਦੇ ਸਾਰ ਸਭਨਾਂ ਨੇ ਬਾਬਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਦੇਣੀਆਂ ਸਨ। ਪੰਡਿਤ ਹਰਦਿਆਲ ਜਨੇਊ ਫੜ ਕੇ ਗੁਰੂ ਨਾਨਕ ਦੇਵ ਜੀ ਦੇ ਗਲ ਵਿੱਚ ਪਾਉਣ ਲੱਗਾ, ਪਰ ਭਰੀ ਸੱਥ ਵਿੱਚ ਉਹਨਾਂ ਨੇ ਪੰਡਿਤ ਜੀ ਦਾ ਹੱਥ ਰੋਕ ਦਿੱਤਾ ਤੇ ਕਹਿਣ ਲੱਗੇ, ਪੰਡਿਤ ਜੀ, ਜਨੇਊ ਪਾਇਆ ਸਾਡੇ ਲੋਕਾਂ ਦਾ ਦੂਜਾ ਜਨਮ ਹੁੰਦਾ ਹੈ। ਜਿਸ ਨੂੰ ਤੁਸੀਂ ਆਤਮਿਕ ਜਨਮ ਆਖਦੇ ਹੋ, ਤਾਂ ਫਿਰ ਇਹ ਜਨੇਊ ਵੀ ਕਿਸੇ ਹੋਰ ਕਿਸਮ ਦਾ ਹੀ ਚਾਹੀਦਾ ਹੈ, ਜੋ ਆਤਮਾ ਲਈ ਫੱਬਵਾਂ ਤੇ ਸੋਹਣਾ ਹੋਵੇ। ਜਿਹੜਾ ਜਨੇਊ ਤੁਸੀਂ ਮੈਨੂੰ ਦੇ ਰਹੇ ਹੋ, ਇਹ ਤਾਂ ਕਪਾਹ ਦੇ ਧਾਗੇ ਦਾ ਹੈ। ਆਸਾ ਕੀ ਵਾਰ ਅੰਦਰ ਵੀ ਸਤਿਗੁਰੂ ਨਾਨਕ ਜੀ ਨੇ ਜਨੇਊ ਬਾਬਤ ਸ਼ਲੋਕ ਉਚਾਰਨ ਕੀਤਾ। ਦਇਆ ਕਪਾਹ, ਸੰਤੋਖ ਸੂਤ,
ਜਤ ਗੰਢੀ ਸਤ ਵਟ, ਏ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ। ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ। ਧਨ ਸੋ ਮਾਨਸ ਨਾਨਕਾ, ਜੋ ਗਲ ਚੱਲੈ ਪਾਏ। ਸਤਿਗੁਰੂ ਜੀ ਨੇ ਆਖਿਆ, ਇਹ ਜਨੇਊ ਮੈਲਾ ਵੀ ਹੋਏਗਾ, ਟੁੱਟ ਵੀ ਜਾਏਗਾ, ਇਸ ਨੂੰ ਵਟਾਉਣ ਦੀ ਲੋੜ ਵੀ ਪਏਗੀ। ਜਦੋਂ ਅੰਤ ਵੇਲੇ ਆਤਮਾ ਤੇ ਸਰੀਰ ਦਾ ਸਦੀਵੀ ਵਿਛੋੜਾ ਹੋਏਗਾ, ਇਹ ਜਨੇਊ ਸਰੀਰ ਦੇ ਨਾਲ ਹੀ ਚਿਖਾ ਵਿੱਚ ਵੀ ਸੜ ਜਾਏਗਾ। ਫਿਰ ਇਹ ਜਨੇਊ ਆਤਮਿਕ ਜਨਮ ਲਈ ਕਿਵੇਂ ਹੋਇਆ? ਗੱਲ ਬੜੀ ਸਾਦਾ ਸੀ, ਹਰੇਕ ਦੀ ਸਮਝ ਗੋਚਰੀ ਸੀ, ਪਰ ਅਜੇ ਤੱਕ ਬੜੇ ਬੜੇ ਸਿਆਣਿਆਂ ਨੂੰ ਵੀ ਕਦੇ ਔੜੀ ਨਹੀਂ ਸੀ। ਜੇ ਕਿਸੇ ਨੂੰ ਕਦੇ ਔੜੀ ਸੀ ਤਾਂ ਉਸ ਦੀ ਹਿੰਮਤ ਪੰਡਿਤ ਜੀ ਦੇ ਸਾਹਮਣੇ ਸ਼ਾਸਤਰਾਂ ਦਾ ਟਾਕਰਾ ਕਰਨ ਦੀ ਹੁੰਦੀ ਹੀ ਨਹੀਂ ਸੀ। ਪੰਡਿਤ ਹਰਦਿਆਲ ਜੀ ਕਹਿਣ ਲੱਗੇ ਕਿ ਇਸ ਜਨੇਊ ਨੂੰ ਪਹਿਨਣ ਵਾਲਾ ਪਵਿੱਤਰ ਬਣ ਜਾਂਦਾ ਹੈ। ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜੇ ਇਸ ਨੂੰ ਪਹਿਨਣ ਵਾਲਾ ਪਵਿੱਤਰ ਬਣ ਜਾਂਦਾ ਹੈ ਤੇ ਮੇਰੇ ਭੈਣ ਜੀ ਮੇਰੇ ਤੋਂ ਵੱਡੇ ਹਨ, ਉਹਨਾਂ ਨੂੰ ਵੀ ਇਹ ਜਨੇਊ ਪਹਿਨਾ ਦਿਓ। ਤਾਂ ਪੰਡਿਤ ਜੀ ਕਹਿਣ ਲੱਗੇ, ਇਸਤਰੀ ਇਸ ਜਨੇਊ ਨੂੰ ਨਹੀਂ ਪਹਿਨ ਸਕਦੀ, ਕਿਉਂਕਿ ਇਸਤਰੀ ਹਮੇਸ਼ਾ ਸ਼ੂਦਰ ਹੁੰਦੀ ਹੈ ਅਤੇ ਅਪਵਿੱਤਰ ਹੁੰਦੀ ਹੈ। ਤਾਂ ਸਤਿਗੁਰੂ ਕਹਿਣ ਲੱਗੇ, ਜਿਹੜਾ ਜਨੇਊ ਇਸਤਰੀ ਨੂੰ ਪਵਿੱਤਰ ਨਹੀਂ ਕਰ ਸਕਦਾ, ਉਹ ਆਤਮਿਕ ਜੀਵਨ ਵਿੱਚ ਕਿਵੇਂ ਸਹਾਈ ਹੋਵੇਗਾ? 10 ਸਾਲਾਂ ਦੇ ਬਾਲਕ ਨੇ ਸ਼ਾਸਤਰਾਂ ਦੇ ਅਧਿਕਾਰ ਨੂੰ ਵੰਗਾਰਿਆ। ਸਾਰੇ ਲੋਕ ਹੈਰਾਨ ਰਹਿ ਗਏ। ਪੰਡਿਤ ਜੀ ਨੇ ਬੜੇ ਮਿੱਠੇ ਬੋਲਾਂ ਨਾਲ ਗੁਰੂ ਨਾਨਕ ਦੇਵ ਜੀ ਨੂੰ ਪ੍ਰੇਰਨ ਦੇ ਯਤਨ ਕੀਤੇ। ਸਹੇ ਦੀ ਨਹੀਂ, ਉਸ ਨੂੰ ਤਾਂ ਪਹੇ ਦੀ ਪੈ ਗਈ ਸੀ। ਮਾਪਿਆਂ ਨੇ ਵੀ ਬੜੇ ਲਾਡ ਪਿਆਰ ਨਾਲ ਸਮਝਾਇਆ ਕਿ ਸ਼ਾਸਤਰਾਂ ਦੀ ਉਲੰਘਣਾ ਕਰਨਾ ਪਾਪ ਹੁੰਦਾ ਹੈ। ਪਿਆਰ ਵੀ ਕੀਤਾ ਗਿਆ, ਡਰਾਵੇ ਵੀ ਦਿੱਤੇ ਗਏ, ਪਰ ਗੁਰੂ ਨਾਨਕ ਦੇਵ ਜੀ ਆਪਣੇ ਦ੍ਰਿੜ ਇਰਾਦੇ ਉੱਤੇ ਡਟੇ ਰਹੇ। ਉਹਨਾਂ ਦਾ ਉੱਤਰ ਇਹੀ ਸੀ ਕਿ ਆਤਮਿਕ ਜੀਵਨ ਲਈ ਆਤਮਿਕ ਜਨੇਊ ਦੀ ਲੋੜ ਹੁੰਦੀ ਹੈ। ਜੇ ਪੰਡਿਤ ਜੀ ਕੋਲ ਹੈ, ਉਹ ਜਨੇਊ ਮੈਂ ਪਹਿਨ ਲਵਾਂਗਾ। ਕਰਮਕਾਂਡ ਦੇ ਸਦੀਆਂ ਦੇ ਬਣੇ ਪੱਕੇ ਭਰਮਗੜ੍ਹ ਉੱਤੇ 10 ਸਾਲਾਂ ਦੇ ਬਾਲਕ ਗੁਰੂ ਨਾਨਕ ਦੇਵ ਜੀ ਦੀ ਇਹ ਪਹਿਲੀ ਕਰਾਰੀ ਚੋਟ ਸੀ। ਜੀਵਨ ਸੰਗਰਾਮ ਵਿੱਚ ਇਹ ਪਹਿਲੀ ਜਿੱਤ ਸੀ ਜੋ ਬਾਲਕ ਗੁਰੂ ਨੇ ਆਪਣੀ ਦ੍ਰਿੜਤਾ ਦੇ ਬਲ ਨਾਲ ਹਾਸਿਲ ਕੀਤੀ। ਭਰੇ ਇਕੱਠ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਹੋਕਾ ਦਿੱਤਾ ਕਿ ਜਨੇਊ ਧਰਮੀ ਹੋਣ ਦਾ ਭਰਮ ਪੈਦਾ ਕਰਦਾ ਹੈ। ਜਨੇਊ ਰਾਹੀਂ ਬ੍ਰਾਹਮਣ ਸਮਾਜ ਦਾ ਗੁਰੂ ਬਣਨ ਦਾ ਯਤਨ ਕਰਦਾ ਹੈ। ਜਨੇਊ ਹੀ ਵਰਨ ਵੰਡ ਨੂੰ ਪੱਕਿਆਂ ਕਰਦਾ ਹੈ। ਜਨੇਊ ਇਸਤਰੀ ਅਤੇ ਧਰਮ ਨੂੰ ਬਰਾਬਰ ਹੋਣ ਦਾ ਦਰਜਾ ਨਹੀਂ ਦਿੰਦਾ। ਸਹੀ ਅਰਥਾਂ ਵਿੱਚ ਧਰਮ ਕੀ ਹੈ, ਇਸ ਸੋਝੀ ਤੋਂ ਵੀ ਵਾਂਝਿਆ ਕਰਦਾ ਹੈ ਅਤੇ ਮੰਦ ਕਰਮਾਂ ਲਈ ਪ੍ਰੇਰਨਾ ਦਿੰਦਾ ਹੈ। ਸਿੱਖਾ ਕੰਨ ਚੜ੍ਹਾਈਆ, ਗੁਰ ਬ੍ਰਾਹਮਣ ਥਿਆ। ਇਸ ਪਾਵਨ ਵਾਕ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਅਦੁੱਤੀ ਦ੍ਰਿੜਤਾ ਦੀ ਮਿਸਾਲ ਕਾਇਮ ਕੀਤੀ। ਲੋਕਾਈ ਨੂੰ ਗਲਵੱਕੜੀ ਵਿੱਚ ਲੈਣ ਵਾਲੇ ਅਤੇ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲੇ ਬਾਬੇ ਨਾਨਕ ਬਾਰੇ ਭਾਈ ਗੁਰਦਾਸ ਜੀ ਦੇ ਬੜੇ ਸੁੰਦਰ ਵਾਕ ਹਨ। ਉਹ ਲਿਖਦੇ ਹਨ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪ ਅੰਧੇਰ ਪਲੋਆ। ਸਿੰਘ ਬੁਕੇ ਮਿਰਗਾਵਲੀ ਭੰਨੀ, ਨਾ ਧੀਰ ਧਰੋਆ। ਜਿੱਥੇ ਬਾਬਾ ਪੈਰ ਧਰ, ਪੂਜਾ ਆਸਣ ਥਾਪਣ ਸੋਆ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਆ। ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਦੱਬੇ ਕੁਚਲੇ ਲੋਕਾਂ ਨੂੰ ਸਿਰ ਚੁੱਕ ਕੇ ਜੀਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਪ੍ਰੇਰਿਤ ਕੀਤਾ। ਸ਼ੂਦਰ ਜਾਤੀ ਦੇ ਲੋਕਾਂ ਨੂੰ ਧਰਮ ਗ੍ਰੰਥ ਪੜ੍ਹਨ ਦਾ ਅਧਿਕਾਰ ਨਹੀਂ ਸੀ, ਕਿਉਂਕਿ ਜੇ ਉਹ ਪੜ੍ਹਦੇ ਸਨ ਤਾਂ ਉਹਨਾਂ ਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ। ਜੇ ਉਹ ਸ਼ਾਸਤਰਾਂ ਨੂੰ ਸੁਣਦੇ ਸਨ ਤਾਂ ਉਹਨਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। ਪਰ ਗੁਰੂ ਨਾਨਕ ਸਾਹਿਬ ਜੀ ਨੇ
ਸਭਨਾਂ ਨੂੰ ਸਮਾਨਤਾ ਦੇਣ ਵਾਸਤੇ ਆਵਾਜ਼ ਬੁਲੰਦ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ ਦੇ ਪਵਿੱਤਰ ਵਾਕ ਰਾਹੀਂ ਗੁਰੂ ਨਾਨਕ ਸਾਹਿਬ ਜੀ ਨੇ ਕਰੜੀ ਮਿਹਨਤ ਤੇ ਰੱਬੀ ਪਿਆਰ ਦਾ ਸੰਦੇਸ਼ ਬਖਸ਼ਿਆ। ਆਪ ਜੀ ਦੇ 3 ਮੁੱਢਲੇ ਸੁਨਹਿਰੀ ਉਪਦੇਸ਼ ਸਨ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਜਿੱਥੇ ਆਮ ਲੋਕਾਂ ਉੱਤੇ ਗੁਰੂ ਸਾਹਿਬ ਦਾ ਪ੍ਰਭਾਵ ਪਿਆ ਸੀ, ਉੱਥੇ ਰਾਏ ਬੁਲਾਰ ਨੇ ਵੀ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਦਾ ਪ੍ਰਭਾਵ ਕਬੂਲ ਕੀਤਾ। ਰਾਏ ਬੁਲਾਰ 10 ਪਿੰਡਾਂ ਦਾ ਮਾਲਕ ਸੀ। ਉਸ ਦੇ ਪਿਓ ਰਾਏ ਭੋਏ ਨੂੰ ਮੁਸਲਮਾਨ ਬਣ ਜਾਣ ਉੱਤੇ ਹਕੂਮਤ ਵੱਲੋਂ ਇਹ ਜਾਗੀਰ ਮਿਲੀ ਸੀ। ਬਾਬਾ ਕਾਲੂ ਜੀ ਇਹਨਾਂ 10 ਪਿੰਡਾਂ ਦੇ ਪਟਵਾਰੀ ਸਨ। ਰਾਏ ਬੁਲਾਰ ਨੇ ਕੁਝ ਜ਼ਮੀਨ ਦੀ ਮਾਲਕੀ ਵੀ ਇਹਨਾਂ ਨੂੰ ਦੇ ਦਿੱਤੀ ਸੀ। ਵਾਹੀ ਦਾ ਕੰਮ ਬਾਬਾ ਜੀ ਮੁਜ਼ਾਰਿਆਂ ਪਾਸੋਂ ਕਰਵਾਇਆ ਕਰਦੇ ਸਨ, ਪਰ ਸਰਕਾਰੀ ਕੰਮ ਵਿੱਚ ਇਹਨਾਂ ਨੂੰ ਸਦਾ ਬਾਹਰ ਦੀਆਂ ਜ਼ਮੀਨਾਂ ਨਾਲ ਹੀ ਵਾਹ ਪੈਂਦਾ ਸੀ, ਸੋ ਆਪਣੀ ਜ਼ਮੀਨ ਦੀ ਨਿਗਰਾਨੀ ਵੀ ਆਪ ਹੀ ਕਰ ਲਿਆ ਕਰਦੇ ਸਨ। ਜ਼ਮੀਨ ਇਹਨਾਂ ਦੀ ਤਲਵੰਡੀ ਦੇ ਨੇੜੇ ਹੀ ਸੀ, ਜਿਸ ਕਰਕੇ ਗੁਰੂ ਨਾਨਕ ਸਾਹਿਬ ਵੀ ਛੋਟੀ ਉਮਰ ਤੋਂ ਹੀ ਆਪਣੇ ਖੇਤਾਂ ਵਿੱਚ ਫੇਰਾ ਤੋਰਾ ਰੱਖਣ ਲੱਗ ਪਏ ਸਨ। ਲੋਕ ਬਾਹਰ ਦੀਆਂ ਖੁੱਲ੍ਹੀਆਂ ਜ਼ਮੀਨਾਂ ਵਿੱਚ ਪਸ਼ੂ ਲਵੇਰਾ ਆਮ ਰੱਖਿਆ ਕਰਦੇ ਸਨ। ਸਾਰੀ ਦੀ ਸਾਰੀ ਜ਼ਮੀਨ ਨਾ ਕੋਈ ਵਾਹੁੰਦਾ ਸੀ, ਨਾ ਇਤਨੀ ਲੋੜ ਜਾਪਦੀ ਸੀ। ਮਾਲ ਡੰਗਰ ਦੇ ਚਰਨ ਵਾਸਤੇ ਖੁੱਲ੍ਹੇ ਖਿੱਤੇ ਹੁੰਦੇ। ਅਨਾਜ ਨਾਲੋਂ ਲੋਕ ਬੇਰ, ਪੀਲੂ ਆਦਿਕ ਵਧੇਕ ਵਰਤਦੇ ਸਨ। ਦੁੱਧ ਵੱਲੋਂ ਬੇਪਰਵਾਹੀ ਹੁੰਦੀ ਸੀ, ਪਰ ਜਿਤਨਾ ਕੋ ਫਸਲ ਲੋਕ ਬੀਜਦੇ ਸਨ, ਉਹ ਉਹਨਾਂ ਲਈ ਬੜਾ ਬਹੁਮੁੱਲਾ ਹੁੰਦਾ ਸੀ। ਬਾਬਾ ਕਾਲੂ ਜੀ ਨੇ ਵੀ ਕਾਫੀ ਮਾਲ ਡੰਗਰ ਰੱਖਿਆ ਹੋਇਆ ਸੀ। ਕਾਮੇ ਨੌਕਰ ਪਸ਼ੂ ਛੇੜ ਕੇ ਜੂਹ ਵਿੱਚ ਲੈ ਜਾਇਆ ਕਰਦੇ ਸਨ। ਪਿੰਡ ਦੇ ਹੋਰ ਬਾਲਕਾਂ ਵਾਂਗ ਗੁਰੂ ਨਾਨਕ ਦੇਵ ਜੀ ਵੀ ਕਈ ਵਾਰੀ ਪੜ੍ਹਨੋਂ ਛੁੱਟੀ ਹੋਣ ਉੱਤੇ ਕਾਮਿਆਂ ਦੇ ਨਾਲ ਨਾਲ ਮਾਲ ਦੇ ਪਿੱਛੇ ਚਲੇ ਜਾਂਦੇ ਸਨ। ਛੋਟੀ ਉਮਰ ਤੋਂ ਹੀ ਇਹਨਾਂ ਦੀ ਸੁਰਤ ਦਾ ਰੁਖ ਕਰਤਾਰ ਦੀ ਯਾਦ ਵੱਲ ਸੀ, ਪਰ ਬਾਰ ਦੇ ਵਣ, ਕਰੀਰ, ਜੰਡ ਆਦਿਕ ਇਹਨਾਂ ਨੂੰ ਸਿਰਜਣਹਾਰ ਵੱਲ ਹੋਰ ਧੂ ਪਾਉਣ ਲੱਗ ਪਏ ਸਨ। ਕਈ ਵਾਰ ਪਸ਼ੂਆਂ ਨੂੰ ਚਰਾਉਣ ਵਾਲੇ ਵਾਗੀ ਵਾਂਢੇ ਜਾਣ ਕਰਕੇ ਗੁਰੂ ਨਾਨਕ ਸਾਹਿਬ ਇਕੱਲੇ ਹੀ ਪਸ਼ੂਆਂ ਨੂੰ ਹੱਕ ਕੇ ਖੇਤਾਂ ਵੱਲ ਲੈ ਜਾਇਆ ਕਰਦੇ ਸਨ, ਪਰ ਉਹਨਾਂ ਦੇ ਭਾਣੇ ਵਿੱਚ ਇਹ ਇਕੱਲ ਨਹੀਂ ਸੀ। ਕੁਦਰਤ ਵਿੱਚ ਵਸਦੇ ਕਾਦਰ ਨਾਲ ਸੁਰਤ ਜੋੜ ਲੈਣੀ, ਇਹ ਅਭਿਆਸ ਉਹ ਛੋਟੀ ਉਮਰ ਤੋਂ ਹੀ ਪਕਾ ਚੁੱਕੇ ਸਨ। ਰੁੱਖਾਂ ਦੀਆਂ ਠੰਡੀਆਂ ਛਾਵਾਂ ਹੇਠ ਬੈਠ ਕੇ ਵੀ ਉਹ ਰੱਬੀ ਪ੍ਰੀਤ ਵਿੱਚ ਜੁੜੇ ਰਹਿੰਦੇ। ਰਾਏ ਬੁਲਾਰ ਪਿੰਡਾਂ ਦਾ ਮਾਲਕ ਸੀ। ਉਸ ਦੇ ਘਰ ਅੰਨ ਧਨ ਦੀ ਬੇਪਰਵਾਹੀ ਸੀ। ਬਾਬਾ ਕਾਲੂ ਜੀ ਪਟਵਾਰੀ ਸਨ ਤੇ ਕੁਝ ਜ਼ਮੀਨ ਦੀ ਮਾਲਕੀ ਵੀ ਉਹਨਾਂ ਕੋਲ ਸੀ। ਇਹਨਾਂ ਦੇ ਘਰ ਵਿੱਚ ਵੀ ਕੋਈ ਕਿਸੇ ਪ੍ਰਕਾਰ ਦੀ ਥੁੜ ਨਹੀਂ ਸੀ, ਪਰ ਨਗਰ ਦੇ ਸਾਰੇ ਹੀ ਲੋਕ ਤਾਂ ਸੌਖੇ ਨਹੀਂ ਹੋ ਸਕਦੇ। ਕਮੀਆਂ ਕਮੀਣਾਂ ਦਾ ਜੀਵਨ ਪੱਧਰ ਬਹੁਤ ਨੀਵੇਂ ਪੱਧਰ ਦਾ ਹੁੰਦਾ ਸੀ। ਗਰੀਬਾਂ ਦੇ ਬੱਚੇ ਆਮ ਤੌਰ ਉੱਤੇ ਸਾਰਾ ਦਿਨ ਡੰਗਰ ਚਾਰਨ ਉੱਤੇ ਰਹਿੰਦੇ ਸਨ। ਛੋਟੀ ਉਮਰ ਤੋਂ ਹੀ ਰੋਸ਼ਨ ਦਿਮਾਗ ਗੁਰੂ ਨਾਨਕ ਦੇਵ ਜੀ ਨੇ ਗਰੀਬਾਂ ਦੀ ਗਰੀਬੀ ਨੂੰ ਨੇੜਿਓਂ ਤੱਕ ਲਿਆ ਸੀ, ਸੋ ਉਹਨਾਂ ਨਾਲ ਹਮਦਰਦੀ ਬਣਨੀ ਸਾਧਾਰਨ ਤੇ ਕੁਦਰਤੀ ਗੱਲ ਸੀ। ਆਪਣੀ ਜ਼ਮੀਨ ਉੱਤੇ ਅਨੇਕਾਂ ਵਾਰੀ ਜਾਂਦੇ ਰਹਿਣ ਦੇ ਕਾਰਨ ਤੀਖਣ ਬੁੱਧ ਗੁਰੂ ਨਾਨਕ ਦੇਵ ਜੀ ਨੇ ਗਰੀਬ ਮੁਜ਼ਾਰਿਆਂ ਦਾ ਰੋਜ਼ਾਨਾ ਜੀਵਨ ਚੰਗੀ ਤਰ੍ਹਾਂ ਵੇਖ ਪਰਖ ਲਿਆ ਸੀ। ਸਵੇਰ ਤੋਂ ਸ਼ਾਮ ਤੱਕ ਉਹਨਾਂ ਨੇ ਮਿੱਟੀ ਦੇ ਨਾਲ ਮਿੱਟੀ ਹੋਏ ਰਹਿਣਾ, ਪਰ ਜਦੋਂ ਮਿਹਨਤ ਦਾ ਫਲ ਮਿਲਣ ਦਾ ਵੇਲਾ ਆਉਣਾ ਤਾਂ ਬਹੁਤੀ ਕਮਾਈ ਜ਼ਮੀਨ ਦੇ ਮਾਲਕ ਦੇ ਘਰ ਪਹੁੰਚ ਜਾਣੀ। ਇਸ ਵੰਡ ਦਾ ਅਸਰ ਵੀ ਬਾਲ ਉਮਰੇ ਹੀ ਸਤਿਗੁਰੂ ਜੀ ਉੱਤੇ ਪੈਂਦਾ ਰਿਹਾ। ਕਿਸਾਨਾਂ ਦੀ ਹੱਡ ਭੰਨ ਮਿਹਨਤ ਵਾਸਤੇ ਉਹਨਾਂ ਦੇ ਦਿਲ ਵਿੱਚ ਡੂੰਘੀ ਕਦਰ ਬਣ ਗਈ ਸੀ। ਗੁਰੂ ਸਾਹਿਬ ਕਿਹਾ ਕਰਦੇ ਸੀ, ਖਾਲਿਕ ਦੀ ਬੰਦਗੀ ਤੇ ਖਲਕਤ ਨਾਲ ਪਿਆਰ ਸਭ ਤੋਂ ਉੱਚੀ ਕਰਾਮਾਤ ਹੈ। ਦੁਨੀਆ ਦੀਆਂ ਰਿੱਧੀਆਂ ਸਿੱਧੀਆਂ ਇਸ ਦੇ ਪੈਰ ਪਈਆਂ ਚੁੰਮਦੀਆਂ ਹਨ। ਗੁਰੂ ਨਾਨਕ ਸਾਹਿਬ ਜੀ ਦੀ ਕੁੜਮਾਈ ਵੈਸਾਖ ਵਦੀ 1 ਸੰਮਤ 1542 ਨੂੰ ਹੋਈ ਸੀ। ਸੂਰਜ ਦੇ ਹਿਸਾਬ ਵੈਸਾਖ ਦੀ 5 ਤਰੀਕ ਸੀ। ਉਸ ਵੇਲੇ ਉਹਨਾਂ ਦੀ ਉਮਰ 16 ਸਾਲਾਂ ਦੀ ਸੀ।
ਨਗਰ ਬਟਾਲੇ ਦੇ ਰਹਿਣ ਵਾਲੇ ਮੂਲ ਚੰਦ ਜੀ ਨੇ ਆਪਣੀ ਲੜਕੀ ਸੁਲੱਖਣੀ ਜੀ ਦਾ ਸਾਕ ਦਿੱਤਾ। ਇਹ ਸਾਕ ਗੁਰੂ ਨਾਨਕ ਦੇਵ ਜੀ ਦੇ ਭਣਵੱਈਏ ਭਾਈ ਜੈ ਰਾਮ ਜੀ ਦੀ ਰਾਹੀਂ ਹੋਇਆ ਸੀ। ਬਾਬਾ ਮੂਲ ਚੰਦ ਜੀ ਪਿੰਡ ਪੱਖੋ ਕੇ ਰੰਧਾਵੇ ਦੇ ਪਟਵਾਰੀ ਸਨ। ਪੱਖੋ ਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਰਾਵੀ ਤੋਂ ਪਾਰਲੇ ਪਾਸੇ, ਹੁਣ ਪਾਕਿਸਤਾਨ ਵਿੱਚ, ਡੇਹਰਾ ਬਾਬਾ ਨਾਨਕ ਤੋਂ 5 ਮੀਲ ਦੀ ਵਿੱਥ ਉੱਤੇ ਪੈਂਦਾ ਹੈ। ਭਾਈ ਜੈ ਰਾਮ ਜੀ ਖਾਨਪੁਰ ਦੇ ਰਹਿਣ ਵਾਲੇ ਉੱਪਲ ਖੱਤਰੀ ਸਨ ਅਤੇ ਨਵਾਬ ਦੌਲਤ ਖਾਨ ਲੋਧੀ ਪਾਸ ਮਾਲ ਦੇ ਮਹਿਕਮੇ ਵਿੱਚ ਅਹਿਲਕਾਰ ਸਨ। ਬਾਬਾ ਕਾਲੂ ਜੀ ਤਲਵੰਡੀ ਦੇ ਪਟਵਾਰੀ ਸਨ। ਕਈ ਵਾਰੀ ਭਾਈ ਜੈ ਰਾਮ ਜੀ ਨੂੰ ਆਪਣੇ ਮਹਿਕਮੇ ਦੇ ਕੰਮ ਤਲਵੰਡੀ ਜਾਣਾ ਪੈਂਦਾ ਸੀ। ਇੱਕੋ ਮਹਿਕਮੇ ਦੇ ਹੋਣ ਕਰਕੇ ਦੋਹਾਂ ਦੀ ਸਾਂਝ ਬਣਦੀ ਗਈ ਤੇ ਆਖਰ ਬਾਬਾ ਕਲਿਆਣ ਦਾਸ ਜੀ ਨੇ ਆਪਣੀ ਲੜਕੀ ਨਾਨਕੀ ਦੀ ਸ਼ਾਦੀ ਉਹਨਾਂ ਨਾਲ ਕਰ ਦਿੱਤੀ। ਭਾਈ ਜੈ ਰਾਮ ਜੀ ਨੂੰ ਬਟਾਲੇ ਵੱਲ ਵੀ ਜਾਣਾ ਪੈਂਦਾ ਸੀ। ਬਾਬਾ ਮੂਲ ਚੰਦ ਜੀ ਨਾਲ ਸਾਂਝ ਵੰਡ ਉੱਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਲਈ ਸਾਕ ਦਾ ਪ੍ਰਬੰਧ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਦਾ ਵਿਆਹ 24 ਜੇਠ 1544 ਨੂੰ ਹੋਇਆ। ਸੰਨ 1487 ਮਈ ਦੀ ਤਕਰੀਬਨ 21 ਤਰੀਕ ਸੀ। ਉਸ ਵੇਲੇ ਉਹਨਾਂ ਦੀ ਉਮਰ 18 ਸਾਲਾਂ ਦੀ ਹੋ ਚੁੱਕੀ ਸੀ। ਜੰਝ ਬਟਾਲੇ ਗਈ ਸੀ। ਬਟਾਲਾ ਅੰਮ੍ਰਿਤਸਰੋਂ ਪਠਾਨਕੋਟ ਨੂੰ ਜਾਣ ਵਾਲੀ ਰੇਲਵੇ ਲਾਈਨ ਉੱਤੇ ਪ੍ਰਸਿੱਧ ਸਟੇਸ਼ਨ ਹੈ। ਜਿੱਥੇ ਜੰਝ ਨੇ ਡੇਰਾ ਕੀਤਾ ਸੀ, ਉੱਥੇ ਅਜੇ ਵੀ ਉਸ ਵੇਲੇ ਦੀ ਕੱਚੀ ਕੰਧ ਦਾ ਨਮੂਨਾ ਸੰਭਾਲਿਆ ਹੋਇਆ ਹੈ। ਉੱਥੇ ਹਰ ਸਾਲ ਭਾਦਰੋਂ ਸੁਦੀ 7 ਨੂੰ ਮੇਲਾ ਲੱਗਦਾ ਹੈ, ਜਿੱਥੇ ਗੁਰੂ ਸਾਹਿਬ ਦਾ ਸੰਬੰਧ ਨਗਰ ਦੇ ਹਰੇਕ ਇਨਸਾਨ ਨਾਲ ਬਣਿਆ ਹੋਇਆ ਸੀ। ਉੱਥੇ ਉਹਨਾਂ ਦੀ ਗਹਿਰੀ ਮਿੱਤਰਤਾ ਭਾਈ ਮਰਦਾਨਾ ਜੀ ਨਾਲ ਵੀ ਬਣ ਗਈ। ਭਾਈ ਮਰਦਾਨਾ ਚੌਪੜ ਜਾਤ ਦੇ ਮਰਾਸੀ ਮੀਰ ਬਾਦਰੇ ਦਾ ਪੁੱਤਰ ਸੀ। ਇਸ ਦਾ ਜਨਮ ਤਲਵੰਡੀ ਵਿੱਚ ਫੱਗਣ ਸੰਮਤ 1516 ਨੂੰ ਹੋਇਆ। ਭਾਈ ਮਰਦਾਨਾ ਜੀ ਗੁਰੂ ਸਾਹਿਬ ਨਾਲੋਂ ਉਮਰ ਵਿੱਚ 9 ਸਾਲ ਤੇ 2 ਮਹੀਨੇ ਵੱਡੇ ਸਨ। ਮਰਦਾਨੇ ਨੂੰ ਰਾਗ ਦਾ ਬੜਾ ਸ਼ੌਂਕ ਸੀ। ਮਰਾਸੀਆਂ ਦਿਆਂ ਬੱਚਿਆਂ ਨੂੰ ਰਾਗ ਦੀ ਗੁੜਤੀ ਵੀ ਘਰੋਂ ਹੀ ਮਿਲ ਜਾਂਦੀ ਹੈ। ਇਸ ਦਾ ਪਿਆਰਾ ਤੰਤੀ ਸਾਜ਼ ਰਬਾਬ ਸੀ। ਰਾਗ ਦੀ ਬਰਕਤ ਕਰਕੇ ਹੀ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਸੁਭਾਗ ਮਿਲਿਆ। ਇਸ ਦਾ ਨਾਮ ਸਤਿਗੁਰ ਜੀ ਦੇ ਨਾਮ ਨਾਲ ਅਟੁੱਟ ਤੌਰ ਉੱਤੇ ਜੁੜ ਗਿਆ ਸੀ। ਗੁਰੂ ਨਾਨਕ ਦੇਵ ਜੀ ਦੇ ਪਿਤਾ ਰਾਏ ਬੁਲਾਰ ਦੇ 10 ਪਿੰਡਾਂ ਦੇ ਪਟਵਾਰੀ ਸਨ। ਇਸ ਲਈ ਮਰਦਾਨੇ ਦੇ ਪਿਤਾ ਬਾਦਰੇ ਦਾ ਬਾਬਾ ਕਲਿਆਣ ਦਾਸ ਜੀ ਪਾਸ ਨਿਤ ਆਉਂਦੇ ਜਾਂਦੇ ਰਹਿਣਾ ਕੁਦਰਤੀ ਗੱਲ ਸੀ। ਇਸ ਘਰੋਂ ਉਸ ਦੀਆਂ ਸੈਂਕੜੇ ਲੋੜਾਂ ਪੂਰੀਆਂ ਹੋਣ ਦੀ ਸੰਭਾਵਨਾ ਸੀ। ਪਿਓ ਦੇ ਸਬੱਬ ਮਰਦਾਨੇ ਦਾ ਵੀ ਸਬੰਧ ਬਣ ਗਿਆ। ਬਾਬਾ ਕਲਿਆਣ ਦਾਸ ਜੀ ਆਪਣੀ ਭੋਇੰ ਦੀ ਮਾਲਕੀ ਸੀ। ਮਿਰਾਸੀ ਦੀ ਆਜੀਵਕਾ ਹੀ ਇਸੇ ਗੱਲ ਵਿੱਚ ਹੁੰਦੀ ਸੀ ਕਿ ਉਹ ਹਰੇਕ ਕਿਸਾਨ ਜਾਂ ਮਾਲਕ ਦੇ ਵੱਟ ਬੰਨੇ ਉੱਤੇ ਜਾ ਕੇ ਸਦਾ ਪੀਰਾਂ ਦੀ ਰੱਖ, ਅੱਲਾ ਦੀ ਰੱਖ ਆਖਦਾ ਰਹੇ। ਇਹ ਕਿੱਤਾ ਬਾਦਰੇ ਦਾ ਹੋ ਸਕਦਾ ਸੀ ਤੇ ਬਾਦਰੇ ਦੇ ਨਾਲ ਉਸ ਦੇ ਪੁੱਤਰ ਮਰਦਾਨੇ ਦਾ ਵੀ। ਪਰ ਉਸ ਦੇ ਗੁਣ ਦੀ ਕਦਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਨੂੰ ਆਪਣਾ ਬਣਾ ਲਿਆ ਸੀ। ਉਸ ਨੂੰ ਭਾਈ ਕਹਿ ਕੇ ਗਲ ਨਾਲ ਲਾਉਣਾ ਆਮ ਗੱਲ ਸੀ। ਗੁਰੂ ਨਾਨਕ ਦੇਵ ਜੀ ਦੀ ਉਮਰ ਵਿਆਹ ਵੇਲੇ 18 ਸਾਲ ਦੀ ਸੀ। ਮਰਦਾਨਾ ਜੀ ਉਸ ਵੇਲੇ 47 ਸਾਲਾਂ ਦੇ ਹੋ ਗਏ ਸਨ। ਰਾਗ ਦੀ ਬਹੁਤੀ ਵਰਤੋਂ ਵਿਆਹਾਂ ਦੇ ਸਮੇਂ ਹੀ ਹੁੰਦੀ ਹੈ। ਮਿਰਾਸੀ ਨੇ ਉਂਝ ਵੀ ਜੰਨੇ ਜਾਣਾ ਹੀ ਹੁੰਦਾ ਹੈ। ਸੋ ਇਹ ਆਖਣਾ ਅਸਲੀਅਤ ਤੋਂ ਦੂਰ ਨਹੀਂ ਹੋਵੇਗਾ ਕਿ ਜੇਠ ਸੰਮਤ 1544 ਮਈ ਸੰਨ 1487 ਤੋਂ ਗੁਰੂ ਨਾਨਕ ਦੇਵ ਜੀ ਅਤੇ ਮਰਦਾਨੇ ਦੀ ਡੂੰਘੀ ਸਾਂਝ ਬਣ ਗਈ ਸੀ। ਰਾਗ ਦੇ ਕਦਰ ਸ਼ਨਾਸ ਸਤਿਗੁਰੂ ਸੰਗਤ ਵਿੱਚ ਰਹਿ ਕੇ ਭਾਈ ਮਰਦਾਨਾ ਇਸ ਗੁਣ ਵਿੱਚ ਦਿਨੋਂ ਦਿਨ ਵਧੀਕ ਤਾਕ ਹੁੰਦਾ ਗਿਆ। ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਓਪਰੀ ਨਜ਼ਰੇ ਪੜ੍ਹਨ ਨਾਲ ਵੀ ਇਹ ਦਿਸ ਪੈਂਦਾ ਹੈ ਕਿ ਭਾਈ ਮਰਦਾਨੇ ਤੋਂ ਛੁੱਟ ਕਿਸੇ ਵੀ ਹੋਰ ਮਨੁੱਖ ਨੂੰ ਇਤਨੇ ਲੰਮੇ ਸਮੇਂ ਲਈ ਸਤਿਗੁਰ ਜੀ ਦੇ ਨਾਲ ਰਹਿਣ ਦਾ ਸੁਭਾਗ ਨਸੀਬ ਨਹੀਂ ਹੋਇਆ। ਭਾਈ ਮਰਦਾਨੇ ਦਾ ਦੇਹਾਂਤ 13 ਮੱਘਰ ਸੰਮਤ 1591 ਨੂੰ ਹੋਇਆ ਸੀ। ਉਸ ਵੇਲੇ ਵੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਪਾਸ ਮੌਜੂਦ ਸਨ। ਕਰਤਾਰਪੁਰ ਸਾਹਿਬ ਵਿਖੇ ਸਤਿਗੁਰ ਜੀ ਦੇ ਆਪਣੇ ਜੋਤੀ ਜੋਤ ਸਮਾਉਣ ਤੋਂ 5 ਸਾਲ ਪਹਿਲਾਂ ਤੱਕ ਤਕਰੀਬਨ 47 ਸਾਲ ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਸਾਥੀ ਰਿਹਾ।
ਭਾਈ ਮਰਦਾਨਾ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਮਿੱਤਰਤਾ ਤਾਂ ਬਚਪਨ ਤੋਂ ਹੀ ਸੀ, ਪਰ ਕੀਰਤਨ ਕਰਕੇ ਇਹ ਸਾਂਝ ਹੋਰ ਡੂੰਘੀ ਹੁੰਦੀ ਗਈ। ਘੱਟ ਤੋਂ ਘੱਟ 47 ਸਾਲ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹਰ ਰੋਜ਼ ਸੁਣੀ ਤੇ ਗਾਈ। ਇਹ ਬੜੀ ਸਾਧਾਰਨ ਗੱਲ ਸੀ ਕਿ ਮਰਦਾਨਾ ਜੀ ਤਨੋਂ ਮਨੋਂ ਸਤਿਗੁਰ ਜੀ ਦਾ ਸ਼ਰਧਾਲੂ ਬਣ ਗਿਆ ਸੀ। ਇਹੀ ਕਾਰਨ ਹੈ ਕਿ ਸਿੱਖ ਪੰਥ ਵਿੱਚ ਉਸ ਨੂੰ ਭਾਈ ਦੀ ਪਦਵੀ ਮਿਲੀ ਹੈ। ਰਬਾਬ ਵਜਾਉਣ ਕਰਕੇ ਮਰਦਾਨਾ ਰਬਾਬੀ ਅਖਵਾਇਆ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦਿਆਂ ਕਹਿੰਦੇ ਹਨ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਉਸ ਤੋਂ ਪਿੱਛੋਂ ਉਸ ਦੀ ਕੁਲ ਦੇ ਲੋਕ ਜੋ ਗੁਰੂ ਘਰ ਵਿੱਚ ਕੀਰਤਨ ਕਰਦੇ ਰਹੇ, ਰਬਾਬੀ ਹੀ ਅਖਵਾਉਂਦੇ ਰਹੇ। ਭਾਈ ਮਰਦਾਨੇ ਦੀ ਕੁੱਲ ਉਮਰ ਪੌਣੇ 75 ਸਾਲਾਂ ਦੀ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਰਾਗਾਂ ਵੱਲ ਧਿਆਨ ਕੀਤਿਆਂ ਸਪਸ਼ਟ ਹੁੰਦਾ ਹੈ ਕਿ 31 ਰਾਗਾਂ ਵਿੱਚੋਂ ਸਤਿਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਦੀ ਵਰਤੋਂ ਕੀਤੀ, ਭਾਵ ਸਤਿਗੁਰ ਜੀ ਨੇ 19 ਰਾਗ ਗਾਏ ਸਨ। 47 ਸਾਲਾਂ ਦੀ ਸੰਗਤ ਸਦਕਾ ਭਾਈ ਮਰਦਾਨਾ 19 ਰਾਗਾਂ ਨੂੰ ਗਾਉਣ ਅਤੇ ਰਬਾਬ ਉੱਤੇ ਵਜਾਉਣ ਵਿੱਚ ਉੱਚ ਕੋਟੀ ਦਾ ਕਲਾਕਾਰ ਬਣ ਚੁੱਕਿਆ ਸੀ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਆਸਾ, ਭੈਰੋ, ਪ੍ਰਭਾਤੀ, ਸੂਹੀ, ਬਿਲਾਵਲ, ਰਾਮਕਲੀ, ਤੁਖਾਰੀ, ਗੂਜਰੀ, ਸਾਰੰਗ, ਸ੍ਰੀ ਰਾਗ, ਗੌੜੀ, ਧਨਾਸਰੀ, ਤਿਲੰਗ, ਮਾਰੂ, ਵਡਹੰਸ, ਸੋਰਠ, ਮਲਾਰ, ਬਸੰਤ ਅਤੇ ਕਾਨੜਾ ਰਾਗ ਵਿੱਚ ਉਚਾਰਨ ਕੀਤੀ ਹੈ। ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਡੂੰਘੀ ਸਾਂਝ ਦਾ ਸਭ ਤੋਂ ਵੱਡਾ ਕਾਰਨ ਕੀਰਤਨ ਨਾਲ ਇਸ਼ਕ ਕਰਨਾ ਅਤੇ ਭਾਈ ਮਰਦਾਨਾ ਜੀ ਦਾ ਰਾਗਾਂ ਵਿੱਚ ਪ੍ਰਵੀਨ ਹੋਣਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਵਰਤੇ ਰਾਗਾਂ ਵਿੱਚੋਂ ਸਭ ਤੋਂ ਵਧੇਕ ਗਿਣਤੀ ਉਹਨਾਂ ਰਾਗਾਂ ਦੀ ਹੈ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਪਹਿਰ ਦਿਨ ਚੜ੍ਹੇ ਤੱਕ ਗਾਏ ਜਾਂਦੇ ਸਨ। ਉਹ ਰਾਗ ਹਨ ਆਸਾ, ਭੈਰੋ, ਪ੍ਰਭਾਤੀ, ਸੂਹੀ, ਬਿਲਾਵਲ, ਰਾਮਕਲੀ, ਤੁਖਾਰੀ ਅਤੇ ਗੂਜਰੀ। ਸੋ ਇਸ ਤੋਂ ਮਾਲੂਮ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਸੋਚ ਇਸ਼ਨਾਨ ਤੋਂ ਵਿਹਲੇ ਹੋ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਪਹਿਰ ਦਿਨ ਚੜ੍ਹੇ ਤੱਕ ਕੀਰਤਨ ਰਾਹੀਂ ਅਕਾਲ ਪੁਰਖ ਦੀ ਯਾਦ ਵਿੱਚ ਜੁੜੇ ਰਹਿੰਦੇ ਸਨ। ਗੁਰੂ ਨਾਨਕ ਦੇਵ ਜੀ ਦੀ ਬਾਣੀ ਅੰਦਰ ਸ੍ਰੀ ਰਾਗ, ਗੌੜੀ, ਧਨਾਸਰੀ, ਤਿਲੰਗ ਅਤੇ ਮਾਰੂ ਰਾਗ ਦਿਨ ਦੇ ਤੀਜੇ ਅਤੇ ਚੌਥੇ ਪਹਿਰ ਨੂੰ ਗਾਏ ਜਾਣ ਵਾਲੇ ਰਾਗ ਹਨ। ਰਾਗ ਵਡਹੰਸ, ਸੋਰਠ, ਮਲਾਰ, ਬਸੰਤ ਅਤੇ ਕਾਨੜਾ ਰਾਗ ਰਾਤ ਦੇ ਰਾਗ ਹਨ। ਦੁਪਹਿਰ ਵੇਲੇ ਦਾ ਸਿਰਫ ਇੱਕੋ ਰਾਗ ਗੁਰੂ ਨਾਨਕ ਦੇਵ ਜੀ ਨੇ ਲਿਆ ਹੈ, ਜਿਸ ਦਾ ਨਾਮ ਹੈ ਸਾਰੰਗ। ਇੱਥੋਂ ਇਹੀ ਅਨੁਮਾਨ ਲੱਗਦਾ ਹੈ ਕਿ ਸਤਿਗੁਰ ਜੀ ਕੀਰਤਨ ਦੇ ਬੜੇ ਆਸ਼ਿਕ ਸਨ। ਕਾਰ ਵਿਹਾਰ ਉੱਤੇ ਜਾਣ ਤੋਂ ਪਹਿਲਾਂ ਤੇ ਪਿੱਛੋਂ, ਨੀਂਦ ਤੋਂ ਉੱਠਦਿਆਂ ਹੀ ਤੇ ਸੌਣ ਤੋਂ ਪਹਿਲਾਂ ਕੀਰਤਨ ਸਦਾ ਉਹਨਾਂ ਦੀ ਰੂਹ ਦੀ ਖੁਰਾਕ ਬਣਦਾ ਸੀ। ਤਲਵੰਡੀ ਦੇ ਲੋਕ ਤੇ ਗੁਰੂ ਨਾਨਕ ਦੇਵ ਜੀ ਦੇ ਸਾਰੇ ਸਾਕ ਅੰਗ ਸ਼ਰੀਕਾ ਬਿਰਾਦਰੀ ਇਹੀ ਸਿੱਟਾ ਕੱਢ ਸਕੀ ਸੀ ਕਿ ਉਹ ਜੀ ਲਾ ਕੇ ਕਾਰ ਵਿਹਾਰ ਨਹੀਂ ਕਰ ਰਹੇ। ਦੁਨੀਆਦਾਰ ਤਾਂ ਸਵੇਂਗਾ, ਖਾਏਗਾ ਤੇ ਮਾਇਆ ਕਮਾਏਗਾ। ਸਤਸੰਗ ਆਦਿਕ ਵਿੱਚ ਉਸ ਦਾ ਜਾਣਾ ਰੱਬ ਦਾ ਉਲਾਂਭਾ ਲਾਉਣ ਵਾਲੀ ਗੱਲ ਹੀ ਹੋਇਆ ਕਰਦੀ ਹੈ। ਅੱਜ ਦਾ ਪੰਜਾਬੀ ਸ਼ਾਇਦ ਸਹੀ ਅੰਦਾਜ਼ਾ ਨਾ ਲਾ ਸਕੇ ਕਿ ਗੁਰੂ ਨਾਨਕ ਦੇਵ ਜੀ ਇਸ ਨਿਤ ਦੀ ਕਾਰ ਦਾ ਤਲਵੰਡੀ ਨਿਵਾਸੀਆਂ ਉੱਤੇ ਕੀ ਅਸਰ ਪੈ ਰਿਹਾ ਸੀ। ਇੱਕ ਪਾਸੇ ਇੱਕ ਅਤ ਨੀਵੀਂ ਜਾਤ ਦਾ ਗਰੀਬ ਮਰਦਾਨਾ, ਦੂਜੇ ਪਾਸੇ ਉੱਚੀ ਕੁਲ ਦੇ ਖੱਤਰੀ ਤੇ ਭੂਮੀਕਾਰ ਤੇ ਪਟਵਾਰੀ ਬਾਬਾ ਕਲਿਆਣ ਦਾਸ ਜੀ ਦੇ ਸੁਪੁੱਤਰ ਗੁਰੂ ਨਾਨਕ ਦੋਵੇਂ ਇੱਕੋ ਪੱਧਰ ਉੱਤੇ ਮਿਲ ਕੇ ਪਿਆਰ ਨਾਲ ਹਰ ਰੋਜ਼ ਕਈ ਘੰਟੇ ਰੱਬ ਦੀ ਸਿਫਤ ਸਲਾਹ ਦੇ ਗੀਤ ਗਾਉਣ। ਇਸ ਦਾ ਅਸਰ ਉਹਨਾਂ ਲੋਕਾਂ ਉੱਤੇ ਪੈਣੋਂ ਰਹਿ ਨਹੀਂ ਸੀ ਸਕਦਾ। ਉਹਨਾਂ ਦਾ ਪਰਸਪਰ ਡੂੰਘਾ ਪਿਆਰ ਇੱਕ ਹੈਰਾਨ ਕਰਨ ਵਾਲੀ ਗੱਲ ਸੀ। ਇਸ ਦੀ ਮਿਕਨਾਤੀਸ਼ੀ ਖਿੱਚ ਨੇ ਇਸ ਮੇਲ ਨੂੰ ਇੱਕ ਨਿੱਤ ਵੱਧਦਾ ਸਤਸੰਗ ਬਣਾ ਦਿੱਤਾ, ਜਿਸ ਵਿੱਚ ਤਲਵੰਡੀ ਨਿਵਾਸੀ ਨਰ ਨਾਰ ਆਪ ਮੁਹਾਰੇ ਸਾਂਝੀਵਾਲ ਬਣਨ ਲੱਗ ਪਏ। ਸਿੱਖ ਇਤਿਹਾਸ ਨੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੇ ਪਰਸਪਰ ਸੰਬੰਧ ਦਾ ਜ਼ਿਕਰ ਸੁਨਹਿਰੀ ਅੱਖਰਾਂ ਦੇ ਵਿੱਚ ਕੀਤਾ ਹੈ। ਜਿਨ੍ਹਾਂ ਗਰੀਬ ਗੁਰਬਿਆਂ ਨਾਲ ਉੱਚ ਜਾਤੀਏ ਲੋਕ
ਬੋਲਣਾ ਤੱਕ ਵੀ ਪਸੰਦ ਨਹੀਂ ਸਨ ਕਰਦੇ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਅਤੇ ਆਖਿਆ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦਾ ਬਚਪਨ ਵਿੱਚ ਹੀ ਨਗਰ ਦੇ ਆਲੇ ਦੁਆਲੇ ਦੇ ਲੋਕਾਂ ਉੱਤੇ ਗਹਿਰਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਇੱਥੋਂ ਤੱਕ ਕਿ ਆਉਂਦੇ ਜਾਂਦੇ ਰਾਹੀ ਵੀ ਸਤਿਗੁਰੂ ਦੇ ਸੁਨਹਿਰੇ ਉਪਦੇਸ਼ਾਂ ਨੂੰ ਸੁਣਦੇ ਅਤੇ ਆਪ ਮੁਹਾਰੇ ਸਤਿਗੁਰੂ ਵੱਲ ਖਿੱਚੇ ਆਉਂਦੇ। ਕਾਬਲ ਵੱਲੋਂ ਆਉਂਦੇ ਪਠਾਣਾਂ ਦੇ ਹਮਲਿਆਂ ਤੋਂ ਲਾਂਭੇ ਤਲਵੰਡੀ ਜੋੜਕਾਣੇ ਦੀ ਬਾਰ ਵਿੱਚ ਅਨੇਕਾਂ ਰਮਤੇ ਸੰਤ ਸਾਧ ਟਿਕੇ ਰਹਿੰਦੇ ਸਨ। ਇਕੱਲੇ ਦੁਕੱਲੇ ਵੀ ਆਉਂਦੇ ਅਤੇ ਟੋਲੇ ਬੰਨ੍ਹ ਕੇ ਵੀ। ਆਪਣੇ ਫਸਲ ਬੰਨੇ ਉੱਤੇ ਜਾਣ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਦਾ ਛੋਟੀ ਉਮਰ ਤੋਂ ਹੀ ਉਹਨਾਂ ਨਾਲ ਵਾਹ ਪੈਣ ਲੱਗ ਪਿਆ ਸੀ। 7 ਸਾਲ ਅਤੇ 9 ਸਾਲ ਦੀਆਂ ਅਨੋਖੀਆਂ ਘਟਨਾਵਾਂ ਦੇ ਕਾਰਨ ਉਹਨਾਂ ਦੀ ਰੋਸ਼ਨ ਦਿਮਾਗੀ ਅਤੇ ਨਿਰਭੈਤਾ ਤਲਵੰਡੀ ਦੇ ਘਰ ਘਰ ਵਿੱਚ ਧੁੰਮ ਚੁੱਕੀ ਸੀ। ਸੰਤਾਂ ਸਾਧਾਂ ਦੇ ਨਿਰੇ ਭੇਖ ਦਾ ਪਾਜ ਵੀ ਸਤਿਗੁਰੂ ਜੀ ਨੇ ਉਘੇੜਨਾ ਸ਼ੁਰੂ ਕਰ ਦਿੱਤਾ ਸੀ। ਭੋਲੇ ਭਾਲੇ ਲੋਕਾਂ ਨੂੰ ਵੀ ਕੱਚ ਅਤੇ ਸੱਚ ਵਿੱਚ ਫਰਕ ਦਿਸਣ ਲੱਗ ਪਿਆ ਸੀ। ਕਈ ਸੰਤ ਸਾਧ ਵੀ ਅਸਲੀਅਤ ਨੂੰ ਪਛਾਣ ਕੇ ਉਹਨਾਂ ਦੇ ਹਮ ਖਿਆਲ ਬਣਦੇ ਗਏ। ਕੀਰਤਨ ਵਾਲੇ ਸਤਸੰਗ ਵਿੱਚ ਉਹਨਾਂ ਰਮਤੇ ਸੰਤਾਂ ਸਾਧਾਂ ਨੇ ਵੀ ਸਾਂਝੀਵਾਲ ਬਣਨਾ ਆਰੰਭ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਦਾ ਕੁਝ ਸਮਾਂ ਹਰ ਰੋਜ਼ ਵਿਚਾਰ ਚਰਚਾ ਵਿੱਚ ਖਰਚ ਹੋਣ ਲੱਗ ਪਿਆ ਸੀ। ਕੀਰਤਨ ਵੱਲ ਬਹੁਤੀ ਰੁਚੀ ਵੇਖ ਕੇ ਲੋਕ ਅੱਗੇ ਹੀ ਮਿੱਥ ਚੁੱਕੇ ਸਨ ਕਿ ਬਾਬਾ ਕਲਿਆਣ ਦਾਸ ਦਾ ਪੁੱਤਰ ਜੀ ਲਾ ਕੇ ਕਾਰ ਵਿਹਾਰ ਨਹੀਂ ਕਰਦਾ। ਹੁਣ ਇਹ ਸੰਤਾਂ ਸਾਧਾਂ ਦੇ ਨਾਲ ਬੈਠਕ ਗੋਸ਼ਟ ਕਰਨ ਲੱਗ ਪਿਆ ਹੈ। ਕਮਜ਼ੋਰ ਦਿਲ ਵਾਲੇ ਬੰਦਿਆਂ ਨੇ ਇਹ ਦੰਦ ਕਥਾ ਚਲਾ ਦਿੱਤੀ ਕਿ ਇਹ ਬਸ ਅੱਜ ਭਲਕ ਹੀ ਸੰਤਾਂ ਸਾਧਾਂ ਦੇ ਨਾਲ ਚਲਾ ਜਾਏਗਾ। ਸਾਰੇ ਹੀ ਨਿਰੇ ਭੇਖੀ ਨਹੀਂ ਹੋਇਆ ਕਰਦੇ। ਜਿਨ੍ਹਾਂ ਸਾਧਾਂ ਨੂੰ ਗੁਰੂ ਨਾਨਕ ਦੇਵ ਜੀ ਵਾਲਾ ਜੀਵਨ ਰਾਹ ਪਸੰਦ ਆਉਣ ਲੱਗ ਪਿਆ ਸੀ, ਉਹਨਾਂ ਨਾਲ ਸਤਿਗੁਰੂ ਜੀ ਦੀ ਦਿਲੀ ਸਾਂਝ ਬਣਨੀ ਇੱਕ ਕੁਦਰਤੀ ਖੇਡ ਸੀ। ਸਾਧ ਸਰੀਰ ਤੇ ਰੋਟੀ ਕੱਪੜੇ ਆਦਿਕ ਦੀਆਂ ਲੋੜਾਂ ਬਾਰੇ ਪਰ ਅਧੀਨ ਹੁੰਦੇ ਹਨ, ਪਰ ਗੁਰੂ ਨਾਨਕ ਦੇਵ ਜੀ ਆਪਣੀ ਰੋਜ਼ੀ ਆਪ ਕਮਾਉਂਦੇ ਸਨ। ਅਨੇਕਾਂ ਵਾਰੀ ਉਹ ਲੋੜਵੰਦਾਂ ਦੀਆਂ ਗਰਜ਼ਾਂ ਵੀ ਪੂਰੀਆਂ ਕਰ ਦਿੰਦੇ। ਇੱਥੋਂ ਵੀ ਲੋਕ ਇਹੀ ਸਿੱਟਾ ਕੱਢਦੇ ਗਏ ਕਿ ਕਲਿਆਣ ਦਾਸ ਦਾ ਪੁੱਤਰ ਆਪਣਾ ਘਰ ਆਪ ਉਜਾੜ ਰਿਹਾ ਹੈ। ਬਾਬਾ ਕਾਲੂ ਜੀ ਵੀ ਕਈ ਵਾਰੀ ਸਤਿਗੁਰੂ ਜੀ ਨੂੰ ਇਸ ਖੁੱਲ੍ਹ ਦਿਲੀ ਵੱਲੋਂ ਵਰਜਦੇ ਰਹਿੰਦੇ ਸਨ। ਸਿੱਖ ਇਤਿਹਾਸ ਨੇ ਵੰਨਗੀ ਵਜੋਂ 1-2 ਘਟਨਾਵਾਂ ਹੀ ਦੱਸੀਆਂ ਹਨ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਕਿਸੇ ਸਤਸੰਗੀ ਸਾਧ ਨੂੰ ਗੜਵੀ ਜਾਂ ਹੱਥ ਦੀ ਮੁੰਦਰੀ ਦੇ ਦਿੱਤੀ ਸੀ। 11ਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਨੇ ਪੰਜਾਬ ਅਤੇ ਪੰਜਾਬ ਦੇ ਰਸਤੇ ਭਾਰਤ ਦੇ ਹੋਰ ਹਿੱਸਿਆਂ ਉੱਤੇ ਕਈ ਹਮਲੇ ਕੀਤੇ। ਇਹਨਾਂ ਨਾਲ ਉਸਨੇ ਪੰਜਾਬ ਦੇ ਹਿੰਦੂ ਰਾਜ ਦਾ ਲੱਕ ਤੋੜ ਦਿੱਤਾ ਸੀ। ਮਹਿਮੂਦ ਤੋਂ ਪਿੱਛੋਂ ਭਾਰਤ ਉੱਤੇ ਮੁਸਲਮਾਨਾਂ ਲਈ ਹਮਲੇ ਕਰਨ ਦਾ ਰਾਹ ਖੁੱਲ੍ਹ ਗਿਆ। 2 ਸਦੀਆਂ ਵਿੱਚ ਹੀ ਹਿੰਦੂ ਤਾਕਤ ਕੇਵਲ ਨਾਮ ਮਾਤਰ ਹੀ ਰਹਿ ਗਈ ਤੇ 13ਵੀਂ ਸਦੀ ਦੇ ਸ਼ੁਰੂ ਵਿੱਚ ਮੁਸਲਿਮ ਰਾਜ ਪੱਕੇ ਪੈਰਾਂ ਉੱਤੇ ਕਾਇਮ ਹੋ ਗਿਆ। ਸੰਨ 1206 ਤੋਂ ਲੈ ਕੇ 1526 ਤੱਕ ਪਠਾਣਾਂ ਦੇ 5 ਖਾਨਦਾਨਾਂ ਨੇ ਇੱਥੇ ਰਾਜ ਕੀਤਾ। ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਹੋਇਆ, ਤਦੋਂ ਅਖੀਰਲੇ ਲੋਧੀ ਖਾਨਦਾਨ ਦਾ ਪਹਿਲਾ ਬਾਦਸ਼ਾਹ ਬਹਿਲੋਲ ਦਿੱਲੀ ਦੇ ਤਖਤ ਉੱਤੇ ਬੈਠਾ ਹੋਇਆ ਸੀ। ਕਾਬਲ ਤੋਂ ਭਾਰਤ ਉੱਤੇ ਹਮਲੇ ਆਮ ਤੌਰ ਉੱਤੇ ਹਸਨ ਅਬਦਾਲ, ਭੇਰਾ, ਵਜ਼ੀਰਾਬਾਦ, ਸਿਆਲਕੋਟ, ਸੈਦਪੁਰ, ਐਮਨਾਬਾਦ ਤੇ ਲਾਹੌਰ ਦੇ ਰਸਤੇ ਹੀ ਹੁੰਦੇ ਰਹੇ। ਲਾਹੌਰ ਤੋਂ ਪੱਛਮ ਵੱਲ ਦਾ ਬਾਰ ਦਾ ਇਲਾਕਾ ਜਲ ਹਰਿਆਵਲ ਹੀਣ ਕੰਗਾਲ ਇਲਾਕਾ ਸੀ। ਉਹ ਜਰਵਾਣਿਆਂ ਦੀ ਨਜ਼ਰੋਂ ਸਦਾ ਓਲੇ ਹੀ ਰਿਹਾ। ਭਾਰਤ ਦੇ ਰਸਤੇ ਸੰਤ ਸਾਧ ਜੋੜਕਾਣਾ ਤਲਵੰਡੀ ਦੀ ਬਾਰ ਵਿੱਚ ਹੀ ਆ ਕੇ ਟਿਕਿਆ ਕਰਦੇ ਸਨ। ਇਹਨਾਂ ਲੋਕਾਂ ਦੀ ਰਾਹੀਂ ਹੀ
ਦੇਸ਼ ਦੀ ਸਦਗਤੀ ਜਾਂ ਦੁਰਗਤੀ ਦੀਆਂ ਖਬਰਾਂ ਇੱਕ ਥਾਂ ਤੋਂ ਦੂਜੀ ਥਾਂ ਅੱਪੜਦੀਆਂ ਰਹੀਆਂ ਸਨ। ਪਰ ਜਿੱਥੇ ਜਰਵਾਣਿਆਂ ਨੇ ਪ੍ਰਿਥਵੀ ਰਾਜ ਵਰਗੇ ਸੂਰਮੇ ਰਾਜਪੂਤਾਂ ਦਾ ਘਾਣ ਕਰਕੇ ਰੱਖ ਦਿੱਤਾ, ਉੱਥੇ ਗਰੀਬ ਪ੍ਰਜਾ ਵੀ ਬੇਹਬਲ ਹੋ ਚੁੱਕੀ ਸੀ। ਭਾਰਤ ਵਿੱਚ ਪੈਰ ਟਿਕਾਉਂਦਿਆਂ ਹੀ ਮੁਸਲਮਾਨ ਬਾਦਸ਼ਾਹ ਨੇ ਪਹਿਲਾ ਕੰਮ ਇਹ ਕੀਤਾ ਕਿ ਦੇਸ਼ ਦੀ ਤਕਰੀਬਨ ਸਾਰੀ ਜ਼ਰਖੇਜ਼ ਜ਼ਮੀਨ ਵੱਡੇ ਵੱਡੇ ਮੁਸਲਮਾਨਾਂ ਨੂੰ ਜਾਗੀਰ ਦੇ ਤੌਰ ਉੱਤੇ ਦੇ ਦਿੱਤੀ। ਪਰ ਜ਼ਮੀਨ ਤੋਂ ਵੀ ਪਹਿਲਾਂ ਹੱਲਾ ਹੈ ਜ਼ਰ ਅਤੇ ਜ਼ਮੀਰ ਉੱਤੇ। ਸੰਨ 1947 ਦੀ ਪੰਜਾਬ ਵੰਡ ਜਿਨ੍ਹਾਂ ਨੇ ਅੱਖੀਂ ਵੇਖੀ ਹੈ, ਉਹ ਉਸ ਘੋਰ ਭਿਆਨਕ ਸਮੇਂ ਦਾ ਸਹੀ ਅੰਦਾਜ਼ਾ ਲਾ ਸਕਦੇ ਹਨ। ਗੁਰੂ ਨਾਨਕ ਦੇਵ ਜੀ ਨੂੰ ਰਮਤੇ ਸੰਤਾਂ ਸਾਧਾਂ ਨਾਲ ਜੋ ਤਲਵੰਡੀ ਦੀ ਜੂਹ ਵਿੱਚ ਆ ਕੇ ਟਿਕਿਆ ਕਰਦੇ ਸਨ, ਛੋਟੀ ਉਮਰ ਤੋਂ ਹੀ ਵਾਹ ਪੈ ਰਿਹਾ ਸੀ। ਜਨਤਾ ਉੱਤੇ ਪੈ ਰਹੀ ਵਿਪਤਾ ਦੀਆਂ ਖਬਰਾਂ ਬਾਲ ਵਰੇਸ ਤੋਂ ਹੀ ਉਹਨਾਂ ਦੇ ਕੰਨੀ ਪੈਣ ਲੱਗ ਪਈਆਂ ਸਨ। ਉਹਨਾਂ ਦੇ ਸੁਭਾਅ ਵਿੱਚ ਡੂੰਘੀ ਗੰਭੀਰਤਾ ਦਿਨੋਂ ਦਿਨ ਵਧਣ ਲੱਗ ਪਈ। ਜਗੀਰਾਂ ਆਦਿ ਦੇ ਲਾਲਚ ਨੇ ਅਨੇਕਾਂ ਵੱਡੇ ਵੱਡੇ ਹਿੰਦੂ ਘਰਾਣਿਆਂ ਨੂੰ ਆਪਣੇ ਧਰਮ ਤੋਂ ਥੜਕਾ ਦਿੱਤਾ। ਰਾਏ ਬੁਲਾਰ ਦੇ ਪਿਓ ਰਾਏ ਭੋਏ ਦੀ ਮਿਸਾਲ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਮੌਜੂਦ ਸੀ। ਜਥੇਬੰਦ ਜਰਵਾਣਿਆਂ ਦਾ ਟਾਕਰਾ ਰਣ ਭੂਮੀ ਵਿੱਚ ਕਰਨ ਦੀ ਹਿੰਮਤ ਤਾਂ ਘਟ ਗਈ, ਪਰ ਹਿੰਦੂ ਜਨਤਾ ਨੇ ਆਪਣੇ ਲਈ ਕਈ ਭਾਈਚਾਰਕ ਨਿਯਮ ਨਵੇਂ ਬਣਾ ਲਏ ਜਾਂ ਪੁਰਾਣਿਆਂ ਵਿੱਚ ਤਬਦੀਲੀ ਕਰ ਲਈ। ਮੁਸਲਮਾਨਾਂ ਨਾਲ ਭਾਈਚਾਰਕ ਨਾਮ ਮਿਲਵਰਤਨ ਨੂੰ ਇਤਨੀ ਸਿਖਰ ਤੱਕ ਪਹੁੰਚਾ ਦਿੱਤਾ ਗਿਆ ਕਿ ਮਗਰੋਂ ਇਹ ਸਧਾਰਨ ਆਤਮਿਕ ਜੀਵਨ ਲਈ ਇੱਕ ਕੋਝਾ ਰੋਗ ਹੀ ਬਣ ਗਿਆ। ਬਹੂ ਬੇਟੀਆਂ ਦੀ ਇੱਜ਼ਤ ਦੀ ਰਾਖੀ ਲਈ ਛੋਟੀ ਉਮਰੇ ਹੀ ਵਿਆਹ ਦੇਣ ਦੇ ਰਿਵਾਜ ਨੂੰ ਉਤਸ਼ਾਹ ਦਿੱਤਾ ਗਿਆ। ਮਰੇ ਖਸਮ ਨਾਲ ਉਸ ਦੀ ਚਿਤਾ ਉੱਤੇ ਉਸ ਦੀ ਵਿਧਵਾ ਦੇ ਸੜਦੀ ਰੀਤ ਜ਼ੋਰ ਫੜਨ ਲੱਗ ਪਈ। ਕਈ ਘਰਾਣਿਆਂ ਵਿੱਚ ਲੋਕ ਜੰਮਦੀਆਂ ਧੀਆਂ ਨੂੰ ਜਾਨੋਂ ਮਾਰਨ ਲੱਗ ਪਏ ਸਨ। ਜਿਉਂ-ਜਿਉਂ ਗੁਰੂ ਨਾਨਕ ਦੇਵ ਜੀ ਵਡੇਰੀ ਉਮਰ ਦੇ ਹੁੰਦੇ ਗਏ, ਆਪਣੇ ਸਮਾਜ ਦੀ ਇਹ ਸਾਰੀ ਨਿੱਘਰਦੀ ਦਸ਼ਾ ਮੁੜ-ਮੁੜ ਉਹਨਾਂ ਦੇ ਸਾਹਮਣੇ ਆਉਣ ਲੱਗ ਪਈ। ਪਰ ਜਰਵਾਣਿਆਂ ਦੇ ਅਤਿਆਚਾਰਾਂ ਨਾਲੋਂ ਵਧੇਰੇ ਦਰਦਨਾਕ ਸੀ ਲਾਪਰਵਾਹੀ ਉਹਨਾਂ ਲੋਕਾਂ ਦੀ ਜੋ ਆਪਣੇ ਆਪ ਨੂੰ ਧਰਮ ਦੇ ਨੇਤਾ ਤੇ ਰਾਖੇ ਅਖਵਾਉਂਦੇ ਸਨ। 18-20 ਸਾਲ ਦੀ ਉਮਰ ਦੇ ਸਧਾਰਨ ਗੱਭਰੂ ਤਾਂ ਇਹ ਸਭ ਕੁਝ ਵੇਖ ਸੁਣ ਕੇ ਬੇਪਰਵਾਹ ਰਹਿ ਸਕਦੇ ਸਨ, ਪਰ ਮਨੁੱਖਤਾ ਦੇ ਸੱਚੇ ਦਰਦੀ ਗੁਰੂ ਨਾਨਕ ਦੇਵ ਜੀ ਤੋਂ ਇਸ ਭਿਆਨਕ ਦਸ਼ਾ ਨੂੰ ਆਈ ਗਈ ਕਰਨ ਦੀ ਆਸ ਨਹੀਂ ਸੀ ਹੋ ਸਕਦੀ। ਅਨੇਕਾਂ ਵਾਰੀ ਐਸਾ ਹੋਣ ਲੱਗ ਪਿਆ ਕਿ ਸਤਿਗੁਰ ਜੀ ਕਈ ਘੰਟੇ ਜਨਤਾ ਉੱਤੇ ਆਈ ਇਸ ਵਿਪਤਾ ਬਾਰੇ ਸੋਚੀ ਪਏ ਰਹਿੰਦੇ। ਬੇਦਰਦ ਲੋਕ ਕੀ ਸਮਝਣ ਉਸ ਦਿਲ ਦੀ ਪੀੜ ਜਿਹੜਾ ਆਪਣੇ ਦੇਸ਼ ਦੀ ਬੇਪੱਤੀ ਦੀਆਂ ਖਬਰਾਂ ਸੁਣ ਕੇ ਤੜਫ ਪੈਂਦਾ ਸੀ। ਇਸ ਗੰਭੀਰਤਾ ਤੇ ਦਿਸਦੀ ਉਦਾਸੀ ਤੋਂ ਲੋਕ ਇਹੀ ਅੰਦਾਜ਼ਾ ਲਾਉਂਦੇ ਸਨ ਕਿ ਮਹਿਤਾ ਕਲਿਆਣ ਦਾਸ ਦਾ ਪੁੱਤਰ ਫਕੀਰ ਹੋਣ ਨੂੰ ਫਿਰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਜਿਨ੍ਹਾਂ ਦਿਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਤਦੋਂ ਦਿੱਲੀ ਦੇ ਤਖਤ ਉੱਤੇ ਲੋਧੀ ਖਾਨਦਾਨ ਦਾ ਦੂਜਾ ਬਾਦਸ਼ਾਹ ਸਿਕੰਦਰ ਲੋਧੀ ਬੈਠਾ ਹੋਇਆ ਸੀ। ਉਸ ਨੇ ਸੰਨ 1499 ਤੋਂ 1517 ਤੱਕ ਰਾਜ ਕੀਤਾ। 17 ਫਰਵਰੀ 1517 ਨੂੰ ਆਗਰੇ ਵਿੱਚ ਇਸ ਦੀ ਮੌਤ ਹੋਈ। ਇਸ ਨੇ ਦਿੱਲੀ ਦੀ ਥਾਂ ਆਗਰੇ ਨੂੰ ਆਪਣੀ ਰਾਜਧਾਨੀ ਬਣਾਇਆ। ਇਸ ਨੇ ਜਿਤਨਾ ਚਿਰ ਰਾਜ ਕੀਤਾ, ਹਿੰਦੂ ਜਨਤਾ ਉੱਤੇ ਖਾਸ ਕਰਕੇ ਬਹੁਤ ਸਖਤੀਆਂ ਕੀਤੀਆਂ। ਇਨਸਾਫ ਦੀ ਵਾਗਡੋਰ ਕਾਜ਼ੀਆਂ ਦੇ ਹੱਥ ਹੁੰਦੀ ਸੀ, ਜੋ ਰੱਜ ਕੇ ਰਿਸ਼ਵਤ ਲੈਂਦੇ ਸਨ। ਸੰਨ 1490 ਵਿੱਚ ਸਿਕੰਦਰ ਬਨਾਰਸ ਗਿਆ। ਕਬੀਰ ਜੀ ਬਨਾਰਸ ਦੇ ਰਹਿਣ ਵਾਲੇ ਸਨ ਤੇ ਉਦੋਂ ਉਹ ਬਨਾਰਸ ਵਿੱਚ ਹੀ ਸਨ। ਉਹਨਾਂ ਦੀ ਨਿਰਭੈਤਾ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਉਹਨਾਂ ਦੇ ਸ਼ਬਦ ਪੜ੍ਹੇ ਜਾ ਸਕਦੇ ਹਨ। ਧਰਮ ਦੀਆਂ ਦੁਕਾਨਾਂ ਲਾ ਕੇ ਜਨਤਾ ਨੂੰ ਲੁੱਟਣ ਵਾਲੇ ਬ੍ਰਾਹਮਣਾਂ ਅਤੇ ਕਾਜ਼ੀਆਂ ਦੇ ਪਖੰਡ ਉਹ ਨਿਝੱਕ ਹੋ ਕੇ ਨਸ਼ਰ ਕਰਿਆ ਕਰਦੇ ਸਨ। ਜਦੋਂ ਸਿਕੰਦਰ ਬਨਾਰਸ ਗਿਆ ਤਾਂ ਕਾਜ਼ੀਆਂ ਨੇ ਕਬੀਰ ਜੀ ਦੇ ਵਿਰੁੱਧ ਉਸ ਦੇ ਕੰਨ ਰੱਜ ਕੇ ਭਰੇ। ਉਸ ਨੇ ਹੁਕਮ ਦਿੱਤਾ ਕਿ ਕਬੀਰ ਨੂੰ ਮਸਤ ਹਾਥੀ ਦੇ ਸਾਹਮਣੇ ਸੁੱਟਿਆ ਜਾਏ। ਇਸ ਘਟਨਾ ਦਾ ਜ਼ਿਕਰ ਕਬੀਰ ਜੀ ਨੇ ਆਪ ਵੀ ਕੀਤਾ ਹੈ ਕਿ ਮੁਸ਼ਕਾਂ ਬੰਨ੍ਹ ਕੇ ਉਹਨਾਂ ਨੂੰ ਹਾਥੀ ਅੱਗੇ ਸੁੱਟਿਆ ਗਿਆ ਸੀ। ਪਰ ਕੁਦਰਤ ਕਰਤਾਰ ਦੀ, ਹਾਥੀ ਕਬੀਰ ਜੀ ਦੇ ਨੇੜੇ ਵੀ ਨਾ ਢੁਕਿਆ। ਸਿਕੰਦਰ ਨੇ ਇਹ ਸਭ ਕੁਝ ਆਪਣੀ ਅੱਖੀਂ ਵੇਖਿਆ ਸੀ। ਕਬੀਰ ਜੀ ਦੀ ਬਜ਼ੁਰਗੀ ਦਾ ਕਾਇਲ ਹੋ ਕੇ
ਉਹਨਾਂ ਨੂੰ ਛੱਡ ਦਿੱਤਾ ਗਿਆ। ਸੰਤਾਂ ਸਾਧਾਂ ਰਾਹੀਂ ਇਹ ਖਬਰ ਸਾਰੇ ਭਾਰਤ ਵਿੱਚ ਖਿਲਰ ਗਈ। ਗੁਰੂ ਨਾਨਕ ਦੇਵ ਜੀ ਨੇ ਵੀ ਸੁਣੀ ਹੋਵੇਗੀ। ਇਹ ਕੋਈ ਸਾਧਾਰਨ ਜਿਹੀ ਗੱਲ ਨਹੀਂ ਸੀ। ਰਿਸ਼ਵਤਖੋਰ ਕਾਜ਼ੀ ਇਨਸਾਫ ਦੇ ਪਰਦੇ ਪਿੱਛੇ ਬੇਸ਼ੱਕ ਮਨ ਮੰਨੇ ਅਤਿਆਚਾਰ ਜਨਤਾ ਉੱਤੇ ਕਰੀ ਜਾਣ, ਪਰ ਜੇ ਕੋਈ ਜਨ ਸਧਾਰਨ ਜ਼ਬਾਨ ਖੋਲ੍ਹ ਬੈਠੇ ਤਾਂ ਉਸ ਨੂੰ ਸਖਤੀ ਨਾਲ ਦਬਾਇਆ ਜਾਂਦਾ ਸੀ। ਫਿਰ ਆਪਣੇ ਲੋਕਾਂ ਨੂੰ ਜਗਾਉਣ ਤੇ ਜਥੇਬੰਦ ਕਰਨ ਲਈ ਕਿਹੜਾ ਤਰੀਕਾ ਵਰਤਿਆ ਜਾਏ। ਸਿੱਖ ਇਤਿਹਾਸ ਅਨੁਸਾਰ 22 ਸਾਲਾਂ ਦੀ ਉਮਰੇ ਸੰਨ 1491 ਵਿੱਚ ਗੁਰੂ ਨਾਨਕ ਸਾਹਿਬ ਕਈ ਦਿਨ ਚੁੱਪ ਰਹੇ। ਨਾ ਅੰਨ ਹੀ ਖਾਂਦੇ ਪੀਂਦੇ ਅਤੇ ਨਾ ਹੀ ਕਿਸੇ ਨਾਲ ਬੋਲਦੇ। ਸ਼ਰੀਕੇ ਬਰਾਦਰੀ ਦੇ ਭਰਾਵਾਂ ਦੀ ਸਲਾਹ ਮਤ ਨਾਲ ਪਿਤਾ ਕਲਿਆਣ ਦਾਸ ਜੀ ਵੈਦ ਨੂੰ ਬੁਲਾ ਕੇ ਲੈ ਕੇ ਆਏ। ਵੈਦ ਨੇ ਗੁਰੂ ਨਾਨਕ ਦੇਵ ਜੀ ਦਾ ਕੋਈ ਸਰੀਰਕ ਰੋਗ ਪਛਾਣਨ ਲਈ ਉਹਨਾਂ ਦੀ ਨਬਜ਼ ਨੂੰ ਹੱਥ ਪਾਇਆ, ਪਰ ਨਬਜ਼ ਚੰਗੀ ਭਲੀ ਸੀ, ਸਰੀਰ ਬਿਲਕੁਲ ਅਰੋਗ ਸੀ। ਵੈਦ ਕਿਹੜਾ ਰੋਗ ਦੱਸੇ ਅਤੇ ਕਿਹੜੀ ਦਵਾਈ ਦੇਵੇ। ਸਤਿਗੁਰ ਜੀ ਨੇ ਉਸ ਦੀ ਘਬਰਾਹਟ ਤੇ ਹੈਰਾਨੀ ਦੂਰ ਕਰਨ ਲਈ ਉਸ ਨੂੰ ਸਮਝਾਇਆ ਕਿ ਤੇਰੀ ਵਿੱਦਿਆ ਤੇ ਮਿਹਨਤ ਇੱਥੇ ਕੋਈ ਕਾਟ ਨਹੀਂ ਕਰ ਸਕਦੀ। ਮੇਰੇ ਸਰੀਰ ਵਿੱਚ ਕੋਈ ਰੋਗ ਨਹੀਂ ਹੈ। ਹਾਂ, ਦਿਲ ਵਿੱਚ ਇੱਕ ਐਸਾ ਦਰਦ ਹੈ ਜਿਸ ਦੀ ਤੈਨੂੰ ਪਛਾਣ ਨਹੀਂ। ਇਸ ਦਰਦ ਨੂੰ ਉਹੀ ਸਮਝ ਸਕਦਾ ਹੈ ਜਿਸ ਦੇ ਅੰਦਰ ਅਹਿਸਾਸ ਹੋਣ। ਇਸ ਦਾ ਜ਼ਿਕਰ ਗੁਰੂ ਸਾਹਿਬ ਨੇ ਆਪਣੀ ਬਾਣੀ ਅੰਦਰ ਵੀ ਕੀਤਾ। ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਂਹ, ਭੋਲਾ ਵੈਦ ਨਾ ਜਾਣੇ, ਕਰਕ ਕਲੇਜੇ ਮਾਹੇ। ਦੂਜੇ ਸ਼ਲੋਕ ਅੰਦਰ ਸਤਿਗੁਰ ਜੀ ਜ਼ਿਕਰ ਕਰਦੇ ਹਨ, ਵੈਦਾ ਵੈਦ ਸੁਵੈਦ ਤੂੰ, ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਹੋ, ਜਿਤ ਵੰਝੈ ਰੋਗਾਂ ਘਾਣ। ਜਿਤ ਦਾਰੂ ਰੋਗ ਉੱਠਿਐ, ਤਨ ਸੁਖ ਵਸੈ ਆਏ, ਰੋਗ ਗਵਾਏ ਆਪਣਾ, ਤਾਂ ਨਾਨਕ ਵੈਦ ਸਦਾਏ। ਭਾਈ ਮਰਦਾਨਾ ਜੀ ਦੇ ਮਿਲ ਵਰਤਨ ਕਾਰਨ ਰੂਹ ਦੀ ਖੁਰਾਕ ਕੀਰਤਨ ਤੋਂ ਕਦੇ ਖੁੰਝਾਈ ਨਾ ਹੋਈ। ਜਿਉਂ-ਜਿਉਂ ਕੀਰਤਨ ਦੀ ਸ਼ੋਭਾ ਖਿਲਰਦੀ ਗਈ, ਤਿਉਂ-ਤਿਉਂ ਹੋਰ ਵੀ ਕਈ ਲੋਕ ਸਤਸੰਗੀ ਬਣਦੇ ਗਏ। ਤਲਵੰਡੀ ਦੇ ਵਸਨੀਕ ਵੀ ਅਤੇ ਰਮਤੇ ਸੰਤ ਸਾਧ ਵੀ ਜੋ ਉੱਥੇ ਆ ਟਿਕਦੇ ਸਨ। ਸਤਸੰਗ ਦੀ ਸਾਂਝ ਕਰਕੇ ਸਤਿਗੁਰ ਜੀ ਇਹਨਾਂ ਲੋਕਾਂ ਦੀਆਂ ਭੋਜਨ ਸਾਧਨ ਆਦਿਕ ਦੀਆਂ ਜ਼ਰੂਰੀ ਲੋੜਾਂ ਵੀ ਪੂਰੀਆਂ ਕਰਦਿਆ ਕਰਦੇ ਸਨ। ਜਿਸ ਸਮੇਂ ਦਾ ਜ਼ਿਕਰ ਚੱਲ ਰਿਹਾ ਹੈ, ਭੋਏ ਦੀ ਅੱਤ ਕਾਣੀ ਵੰਡ ਦੇ ਕਾਰਨ ਬਹੁਤੇ ਲੋਕ ਰੋਟੀ ਕੱਪੜੇ ਤੋਂ ਆਤੁਰ ਹੀ ਰਹਿੰਦੇ ਸਨ। ਜੇ ਕਦੇ ਔੜ ਲੱਗ ਜਾਂਦੀ ਤਾਂ ਕਾਲ ਆਤੁਰ ਗਰੀਬਾਂ ਦੇ ਆਹੂ ਲਾਉਂਦਾ। ਬਾਹਰ ਵਿੱਚ ਖੇਤੀ ਆਮ ਤੌਰ ਉੱਤੇ ਵਰਖਾ ਦੇ ਆਸ ਤੇ ਹੁੰਦੀ ਸੀ। ਸੋ ਜਦੋਂ ਕਦੇ ਵਰਖਾ ਦਾ ਰਸਤਾ ਬਦਲ ਜਾਂਦਾ ਜਾਂ ਰਤਾ ਭਰ ਵੀ ਅੱਗਾ ਪਿੱਛਾ ਹੋ ਜਾਂਦਾ ਤਾਂ ਉਹਨਾਂ ਗਰੀਬਾਂ ਦੇ ਭਾਅ ਦੀ ਬਣ ਜਾਂਦੀ ਸੀ। ਗੁਰੂ ਨਾਨਕ ਦੇਵ ਜੀ ਨਿਰੇ ਪਰਦੇਸੀ ਲੋੜਵੰਦਾਂ ਦੀ ਹੀ ਲੋੜ ਪੂਰੀ ਨਹੀਂ ਕਰਿਆ ਕਰਦੇ ਸਨ, ਸਗੋਂ ਆਪਣੀ ਕਮਾਈ ਵਿੱਚੋਂ ਆਪਣੇ ਚੌਗਿਰਦੇ ਦੇ ਲੋੜਵੰਦ ਗਰੀਬਾਂ ਦੀ ਬਾਂਹ ਵੀ ਫੜਦੇ ਰਹਿੰਦੇ ਸਨ। ਇਸ ਦਾ ਨਤੀਜਾ ਇਹ ਨਿਕਲਦਾ ਕਿ ਮਾਇਆ ਇੱਕ ਹੱਥ ਆ ਕੇ ਦੂਜੇ ਹੱਥ ਨਿਕਲ ਜਾਂਦੀ ਸੀ। ਬਾਬਾ ਕਲਿਆਣ ਦਾਸ ਜੀ ਆਪਣੇ ਪੁੱਤਰ ਦੀ ਇਸ ਕਿਰਤ ਕਮਾਈ ਉੱਤੇ ਖੁਸ਼ ਨਹੀਂ ਸਨ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਸਾਹਿਬ ਦੀ ਉਮਰ ਕਰੀਬ 34 ਕੁ ਸਾਲ ਸੀ ਤਾਂ ਉਹਨਾਂ ਦੇ ਪਿਤਾ ਜੀ ਕਲਿਆਣ ਦਾਸ ਜੀ ਨੇ ਉਹਨਾਂ ਨੂੰ 20 ਬਹਿਲੋਰ ਦੇ ਕੇ ਆਖਿਆ ਕਿ ਮਾਲ ਧਿਆਨ ਨਾਲ ਖਰੀਦਣਾ, ਸੌਦਾ ਖਰਾ ਹੋਵੇ ਤਾਂ ਜੋ ਲਾਹੇਵੰਦ ਹੋ ਸਕੇ। ਇਹ ਜ਼ਿਕਰ ਸੰਨ 1503-4 ਦਾ ਹੈ। ਸਿਕੰਦਰ ਲੋਧੀ ਦਾ ਰਾਜ ਸੀ। ਉਸਨੇ ਦਿੱਲੀ ਦੀ ਥਾਂ ਆਗਰੇ ਨੂੰ ਰਾਜਧਾਨੀ ਬਣਾ ਲਿਆ ਸੀ, ਕਿਉਂਕਿ ਉਸ ਦਾ ਸਾਰਾ ਧਿਆਨ ਬਿਹਾਰ ਵੱਲ ਸੀ, ਜਿਸ ਨੂੰ ਉਸਨੇ ਫਤਿਹ ਕਰਕੇ ਆਪਣੇ ਰਾਜ ਵਿੱਚ ਰਲਾ ਲਿਆ ਸੀ। ਪੰਜਾਬ ਦੇ ਜ਼ਗੀਰਦਾਰ ਇਸ ਗੱਲੋਂ ਖੁਸ਼ ਸਨ ਕਿ ਬਾਦਸ਼ਾਹ ਉਹਨਾਂ ਤੋਂ ਦੂਰ ਪਰੇ ਹੋ ਗਿਆ ਹੈ। ਹਿੰਦੂ ਸਿਕੰਦਰ ਦੇ ਹੱਥੋਂ ਤੰਗ ਹੀ ਨਹੀਂ ਸਨ, ਸਗੋਂ ਹਮੇਸ਼ਾ ਅਟਿਕਵੇਂ ਢੰਗ ਨਾਲ ਜ਼ਿੰਦਗੀ ਜਿਉਂਦੇ ਸਨ। ਔੜ ਦੇ ਕਾਰਨ ਗਰੀਬਾਂ ਦਾ ਹੱਥ ਕਾਫੀ ਤੰਗ ਹੋ ਗਿਆ ਸੀ ਤੇ ਸੰਤਾਂ ਸਾਧਾਂ ਦੀ ਸੇਵਾ ਵੀ ਘਟ ਗਈ ਸੀ, ਜਿਹੜੇ ਕਿ ਦੁਨੀਆਦਾਰਾਂ ਦੇ ਉੱਤੇ ਨਿਰਭਰ ਹੁੰਦੇ ਸਨ। ਪਿਤਾ ਦੇ ਕਹਿਣ ਤੇ ਵਪਾਰ ਕਰਨ ਵਾਸਤੇ ਸਤਿਗੁਰ ਜੀ 20 ਬਹਿਲੋਲ ਲੈ ਕੇ ਚੂੜ ਕਾਣੇ ਟਿਕੀ ਹੋਈ ਇੱਕ ਮੰਡਲੀ ਕੋਲ ਪਹੁੰਚੇ। ਗੁਰੂ ਨਾਨਕ ਦੇਵ ਜੀ ਨੂੰ ਮਿਲ ਕੇ ਉਹਨਾਂ ਨੇ ਆਪਣੇ ਦੁੱਖ ਦਰਦ ਸਾਂਝੇ ਕੀਤੇ। ਇਹ ਸੰਤ ਸਾਧੂ ਕਈ ਦਿਨਾਂ ਤੋਂ ਭੁੱਖੇ ਪਿਆਸੇ ਸਨ।
ਜਿਨ੍ਹਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਸੀ। ਸਤਿਗੁਰੂ ਜੀ ਨੇ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਕਰ ਦਿੱਤਾ। ਕਈਆਂ ਨੂੰ ਵਸਤਰ ਆਦਿਕ ਦੀ ਵੀ ਲੋੜ ਸੀ, ਉਹ ਵੀ ਪੂਰੀ ਕੀਤੀ ਗਈ। ਲੰਗਰ ਖੁੱਲ੍ਹਣ ਉੱਤੇ ਹੋਰ ਵੀ ਕਈ ਗਰੀਬ ਆ ਪਹੁੰਚੇ। 20 ਬਹਿਲੋਲਾਂ ਦੀ ਸਾਰੀ ਰਕਮ ਸਤਿਗੁਰੂ ਜੀ ਨੇ ਇਸੇ ਪਾਸੇ ਹੀ ਖਰਚ ਕਰ ਦਿੱਤੀ। ਗੁਰੂ ਨਾਨਕ ਦੇਵ ਜੀ ਵਾਸਤੇ ਇਹ ਇੱਕ ਸਾਧਾਰਨ ਜਿਹਾ ਕੰਮ ਸੀ। ਆਪਣੀ ਕਮਾਈ ਵਿੱਚੋਂ ਉਹ ਸਦਾ ਲੋੜਵੰਦਾਂ ਦੀ ਮਦਦ ਕਰਦੇ ਚੱਲੇ ਆ ਰਹੇ ਸਨ, ਪਰ ਇਸ ਵਾਰ ਰਕਮ ਬਹੁਤ ਵਧੇਰੇ ਖਰਚ ਹੋ ਗਈ ਸੀ। ਸਤਿਗੁਰੂ ਜੀ ਨੇ ਇਨ੍ਹਾਂ ਸੰਤਾਂ ਸਾਧਾਂ ਨੂੰ ਕਿਸੇ ਦੂਜੇ ਉੱਤੇ ਨਿਰਭਰ ਨਾ ਹੋਣ ਅਤੇ ਆਪਣੀ ਕਿਰਤ ਕਮਾਈ ਕਰਨ ਦਾ ਉਪਦੇਸ਼ ਦਿੱਤਾ। ਇਤਿਹਾਸ ਅੰਦਰ ਇਸ ਸਾਖੀ ਨੂੰ ਖਰੇ ਸੌਦੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਹਰ ਬਾਪ ਦੀ ਇੱਕ ਇੱਛਾ ਹੁੰਦੀ ਹੈ ਕਿ ਉਹ ਆਪਣੇ ਪੁੱਤਰ ਨੂੰ ਧਨ ਦੌਲਤ ਕਮਾਉਂਦਾ ਵੇਖੇ ਅਤੇ ਉਹ ਦੁਨੀਆ ਦੇ ਵਿੱਚ ਕੋਈ ਨਾਮ ਨਾ ਖੱਟੇ। ਪਰ ਮਹਿਤਾ ਕਲਿਆਣ ਦਾਸ ਜੀ ਦੀ ਇਹ ਆਸ ਪੂਰੀ ਨਹੀਂ ਸੀ ਹੋਈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਨਿੱਤ ਦਾ ਨੇਮ ਸੀ ਕੀਰਤਨ ਕਰਨਾ, ਲੋਕਾਈ ਨੂੰ ਸੰਦੇਸ਼ ਦੇਣਾ, ਉਹਨਾਂ ਦੇ ਭਲੇ ਜੀਵਨ ਦੇ ਵਾਸਤੇ ਯਥਾ ਸ਼ਕਤ ਮਦਦ ਕਰਨੀ। ਇਹ ਮਦਦ ਕੇਵਲ ਨਗਰ ਦੇ ਲੋਕਾਂ ਦੀ ਹੀ ਨਹੀਂ, ਸਗੋਂ ਆਉਂਦੇ ਜਾਂਦੇ ਰਾਈਆਂ ਦੀ ਵੀ ਕਰਿਆ ਕਰਦੇ ਸਨ। ਮਹਿਤਾ ਕਲਿਆਣ ਦਾਸ ਜੀ ਦੀਆਂ ਇਹ ਆਸਾਂ ਮੁੱਕ ਗਈਆਂ ਸਨ ਕਿ ਉਹਨਾਂ ਦਾ ਪੁੱਤਰ ਕਦੇ ਖੱਟ ਕਮਾ ਕੇ ਦੁਨੀਆਦਾਰਾਂ ਵਾਲਾ ਨਾਮ ਨਾ ਖੱਟੇਗਾ। ਆਖਰ ਦੁਨੀਆ ਵਿੱਚ ਧਨ ਨੂੰ ਹੀ ਤਾਂ ਮਾਣ ਮਿਲਦਾ ਹੈ। ਧਨੀ ਹੀ ਖਾਨਦਾਨੀ, ਧਨੀ ਹੀ ਅਕਲਈਆ, ਧਨੀ ਹੀ ਸ਼ਰੀਫ ਤੇ ਇਮਾਨਦਾਰ, ਧਨੀ ਹੀ ਧਰਮੀ ਤੇ ਧਨੀ ਹੀ ਦਾਨੀ ਬਣਦਾ ਹੈ। ਗੁਰੂ ਨਾਨਕ ਦੇਵ ਜੀ ਬਾਬਾ ਕਾਲੂ ਜੀ ਦੇ ਮਨੋਂ ਚੜ੍ਹ ਗਏ। ਇਹ ਖਬਰ ਬੀਬੀ ਨਾਨਕੀ ਅਤੇ ਭਾਈ ਜੈ ਰਾਮ ਜੀ ਨੂੰ ਵੀ ਅੱਪੜ ਗਈ। ਭਾਈ ਜੈ ਰਾਮ ਜੀ ਦਾ ਸੁਲਤਾਨਪੁਰ ਦੇ ਨਵਾਬ ਦੌਲਤ ਖਾਨ ਨਾਲ ਬੜਾ ਅਸਰ ਰਸੂਖ ਸੀ। ਉਹਨਾਂ ਨੇ ਨਵਾਬ ਨੂੰ ਪ੍ਰੇਰਿਆ ਕਿ ਨਾਨਕ ਨੂੰ ਆਪਣਾ ਮੋਦੀ ਬਣਾ ਲਏ। ਆਪ ਪੁੱਜ ਕੇ ਇਮਾਨਦਾਰ ਤੇ ਮਿਹਨਤੀ ਸਨ। ਸਾਰੇ ਮਹਿਕਮਿਆਂ ਵਿੱਚ ਮਿਹਨਤੀ ਤੇ ਇਮਾਨਦਾਰ ਕਰਮਚਾਰੀ ਕਿਤੇ ਭਾਗਾਂ ਨਾਲ ਹੀ ਲੱਭਦੇ ਹੋਣਗੇ। ਸੋ ਨਵਾਬ ਤੁਰੰਤ ਮੰਨ ਗਿਆ। ਭਾਈ ਜੈ ਰਾਮ ਜੀ ਨੇ ਬਾਬਾ ਕਲਿਆਣ ਦਾਸ ਅਤੇ ਗੁਰੂ ਨਾਨਕ ਦੇਵ ਜੀ ਨੂੰ ਸੁਨੇਹਾ ਭੇਜ ਦਿੱਤਾ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਉਮਰ 35 ਸਾਲ 6.5 ਮਹੀਨੇ ਸੀ। ਇੱਕ ਜਨਮ ਸਾਖੀ ਵਾਲਾ ਲਿਖਤਾ ਹੈ, 35 बरसां का रच्छियाँ साढ़ियाँ माह का जब हुआ, तब आए जय राम को मिले। ਈਸਵੀ ਸਨ ਅਨੁਸਾਰ 30 ਅਕਤੂਬਰ 1504 ਦਾ ਸਮਾਂ ਬਣਦਾ ਹੈ। ਸੁਲਤਾਨਪੁਰ ਕਪੂਰਥਲੇ ਤੋਂ 16 ਮੀਲ ਦੱਖਣ ਪਾਸੇ ਹੈ। 11ਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਫੌਜਦਾਰ ਸੁਲਤਾਨ ਖਾਨ ਲੋਧੀ ਨੇ ਇਹ ਨਗਰ ਵਸਾਇਆ ਸੀ। ਉਸ ਵੇਲੇ ਤੱਕ ਸਤਿਗੁਰੂ ਜੀ ਦੇ ਘਰ ਦੋਵੇਂ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਪੈਦਾ ਹੋ ਚੁੱਕੇ ਸਨ। ਸਿੱਖ ਇਤਿਹਾਸ ਅਨੁਸਾਰ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਅਗਸਤ ਸਨ 1494 ਅਤੇ ਬਾਬਾ ਲਖਮੀ ਦਾਸ ਜੀ ਦਾ ਮਾਰਚ 1497 ਨੂੰ ਹੋਇਆ ਸੀ। ਤਲਵੰਡੀ ਤੋਂ ਤੁਰਨ ਲੱਗਿਆਂ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਆਪਣੇ ਨਾਲ ਲੈ ਲਿਆ। ਮਰਦਾਨਾ ਵੀ ਸਤਿਗੁਰੂ ਜੀ ਤੋਂ ਬਿਨਾਂ ਨਹੀਂ ਰਹਿ ਸਕਦਾ ਸੀ। 17-18 ਸਾਲਾਂ ਦੀ ਅਤ ਨੇੜੇ ਦੀ ਪ੍ਰੀਤ ਬਣ ਚੁੱਕੀ ਸੀ। ਸਾਥ ਛੱਡਦਾ ਵੀ ਕਿਵੇਂ? ਬਾਕੀ ਲੋਕਾਂ ਦੀਆਂ ਨਜ਼ਰਾਂ ਵਿੱਚ ਮਰਦਾਨਾ ਸਿਰਫ ਇੱਕ ਗਰੀਬ ਮਰਾਸੀ ਹੀ ਸੀ। ਸਾਵੀਂ ਮਨੁੱਖਤਾ ਵਾਲਾ ਸਲੂਕ ਉਸ ਨੂੰ ਸਿਰਫ ਤੇ ਸਿਰਫ ਸਤਿਗੁਰੂ ਜੀ ਤੋਂ ਹੀ ਮਿਲ ਰਿਹਾ ਸੀ। ਗੁਰੂ ਸਾਹਿਬ ਪਰਿਵਾਰ ਨੂੰ ਆਪਣੇ ਮਾਤਾ ਪਿਤਾ ਪਾਸ ਹੀ ਛੱਡ ਆਏ। ਬਾਬਾ ਸ਼੍ਰੀ ਚੰਦ ਜੀ ਦੀ ਉਮਰ ਉਸ ਵੇਲੇ 10 ਸਾਲਾਂ ਦੀ ਸੀ ਅਤੇ ਬਾਬਾ ਲਖਮੀ ਦਾਸ ਜੀ ਦੀ 7 ਸਾਲਾਂ ਦੀ। ਉਸ ਸਮੇਂ ਕਿਸਾਨ ਲੋਕ ਸਰਕਾਰੀ ਮਾਮਲਾ ਆਮ ਤੌਰ 'ਤੇ ਜਿਨਸ ਵਿੱਚ ਦਿਆ ਕਰਦੇ ਸਨ। ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦਾ ਬਹੁਤਾ ਹਿੱਸਾ ਇਸੇ ਜਿਨਸ ਵਿੱਚੋਂ ਹੀ ਮਿਲਦਾ ਸੀ। ਮੁਲਾਜ਼ਮਾਂ ਨੂੰ ਇਹ ਜਿਨਸ ਤੋਲ ਕੇ ਦੇਣੀ ਦਿਵਾਣੀ ਮੋਦੀ ਦੀ ਜ਼ਿੰਮੇਵਾਰੀ ਹੁੰਦੀ ਸੀ। ਵੱਧ ਰਹੀ ਜਿਨਸ ਵੇਚ ਕੇ
ਰੁਪਈਆ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਹੁੰਦਾ ਸੀ। ਸਾਰਾ ਸਰਕਾਰੀ ਕੰਮਕਾਰ ਇਸੇ ਮਹਿਕਮੇ ਦੇ ਆਸਰੇ ਸੀ। ਮੋਦੀ ਦਾ ਅਹੁਦਾ ਬਹੁਤ ਵੱਡੀ ਜ਼ਿੰਮੇਵਾਰੀ ਦਾ ਸੀ। ਇਸ ਅਹੁਦੇ ਉੱਤੇ ਕਿਸੇ ਮੰਨੇ ਪ੍ਰਮੰਨੇ ਇਮਾਨਦਾਰ ਆਦਮੀ ਦੀ ਲੋੜ ਹੁੰਦੀ ਸੀ, ਜੋ ਨਾ ਸਰਕਾਰ ਨਾਲ ਅਤੇ ਨਾ ਹੀ ਮੁਲਾਜ਼ਮਾਂ ਅਤੇ ਹੋਰ ਗਾਹਕਾਂ ਨਾਲ ਘੱਟ ਵੱਧ ਤੋਲਣ ਦੀ ਠੱਗੀ ਕਰੇ। ਨਵਾਬ ਦੌਲਤ ਖਾਂ ਨੇ ਭਾਈ ਜੈ ਰਾਮ ਜੀ ਦੀ ਸਿਫਾਰਿਸ਼ 'ਤੇ ਗੁਰੂ ਨਾਨਕ ਦੇਵ ਜੀ ਨੂੰ ਮੋਦੀ ਦੇ ਅਹੁਦੇ 'ਤੇ ਰੱਖ ਲਿਆ। ਸੰਨ 1504 ਦੇ ਨਵੰਬਰ ਦਾ ਮਹੀਨਾ ਸ਼ੁਰੂ ਹੋਇਆ। ਜਿਵੇਂ ਤਲਵੰਡੀ ਵਿੱਚ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨਾਲ ਮਿਲ ਕੇ ਅੰਮ੍ਰਿਤ ਵੇਲੇ ਤੋਂ ਦਿਨ ਚੜ੍ਹੇ ਤੱਕ ਕੀਰਤਨ ਕਰਦੇ ਸਨ ਅਤੇ ਤੀਜੇ ਚੌਥੇ ਪਹਿਰ ਰਾਤ ਨੂੰ ਸੌਣ ਤੋਂ ਪਹਿਲਾਂ ਫੇਰ ਕੀਰਤਨ ਦਾ ਆਖਰ ਰੱਖਦੇ ਸਨ, ਉਸੇ ਤਰ੍ਹਾਂ ਸੁਲਤਾਨਪੁਰ ਜਾ ਕੇ ਵੀ ਅਕਾਲ ਪੁਰਖ ਦੀ ਸਿਫਤ ਸਲਾਹ ਵਾਲੀ ਇਹ ਕਾਰ ਜਾਰੀ ਰਹੀ। ਵੇਈਂ ਨਦੀ ਸੁਲਤਾਨਪੁਰ ਦੇ ਕੋਲੋਂ ਦੀ ਵਗਦੀ ਸੀ। ਵੇਈਂ ਨਾਮ ਦੀਆਂ ਨਦੀਆਂ ਦੋ ਹਨ, ਕਾਲੀ ਵੇਈਂ ਤੇ ਚਿੱਟੀ ਵੇਈਂ। ਕਾਲੀ ਵੇਈਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਪਿੰਡ ਟੇਰਕੇਆਣਾ ਛੰਭ ਵਿੱਚੋਂ ਨਿਕਲ ਕੇ ਪੁਰਾਣੀ ਰਿਆਸਤ ਕਪੂਰਥਲੇ ਦੇ ਇਲਾਕੇ ਵਿੱਚੋਂ ਲੰਘਦੀ ਹੋਈ ਸੁਲਤਾਨਪੁਰੋਂ ਅਗਾਂਹ ਜਾ ਕੇ ਸਤਲੁਜ ਵਿੱਚ ਹਰੀਕੇ ਪੱਤਣ ਤੋਂ 10 ਕੁ ਮੀਲ ਉੱਪਰਲੇ ਪਾਸੇ ਮਿਲ ਜਾਂਦੀ ਹੈ। ਗੁਰੂ ਸਾਹਿਬ ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਕਾਲੀ ਵੇਈਂ ਵਿੱਚ ਇਸ਼ਨਾਨ ਕਰਦੇ ਅਤੇ ਫੇਰ ਭਾਈ ਮਰਦਾਨੇ ਨਾਲ ਰਲ ਕੇ ਕੀਰਤਨ ਵਿੱਚ ਜੁੜਦੇ ਸਨ। ਇੱਥੇ ਵੀ ਕਈ ਸਤਸੰਗੀ ਬਣ ਗਏ। ਦਿਨੋਂ ਦਿਨ ਸਤਸੰਗ ਰੌਣਕ ਫੜਦਾ ਗਿਆ। ਇੱਥੇ ਸਤਸੰਗ ਦੀ ਬਰਕਤ ਨਾਲ ਪਿੰਡ ਮੈਲ ਸਿੰਘਾਂ ਦੇ ਲੰਬੜਦਾਰ ਭਾਈ ਭਾਗੀਰਥ ਨੇ ਦੁਰਗਾ ਦੀ ਪੂਜਾ ਛੱਡ ਕੇ ਸਿੱਖ ਧਰਮ ਗ੍ਰਹਿਣ ਕਰ ਲਿਆ। ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਵਿੱਚੋਂ ਇਹ ਇੱਕ ਬੜਾ ਸ਼ਰਧਾਲੂ ਸਿੱਖ ਹੋਇਆ ਹੈ। ਜਿਸ ਕਿਸੇ ਨੂੰ ਕਦੇ ਕਚਹਿਰੀਆਂ ਜਾਂ ਮਾਲ ਦੇ ਮਹਿਕਮੇ ਵਾਲਿਆਂ ਨਾਲ ਵਾਹ ਪਿਆ ਹੈ, ਉਹ ਜਾਣਦਾ ਹੈ ਕਿ ਇੰਨੀ ਥਾਈਂ ਰਿਸ਼ਵਤ ਆਦਿਕ ਦਾ ਬੜਾ ਜ਼ੋਰ ਹੁੰਦਾ ਹੈ। ਕੋਈ ਵਿਰਲਾ ਹੀ ਹੁੰਦਾ ਹੈ ਜੋ ਬੁਰਾਈ ਤੋਂ ਬਚਿਆ ਰਹੇ। ਇਮਾਨਦਾਰ ਮਨੁੱਖ ਨਿਰੀ ਮਾਇਕ ਆਮਦਨ ਨੂੰ ਹੀ ਲੱਤ ਨਹੀਂ ਮਾਰਦਾ, ਉਸ ਨੂੰ ਅਨੇਕਾਂ ਵਿਰੋਧੀਆਂ ਨਾਲ ਵੀ ਟਾਕਰਾ ਕਰਨਾ ਪੈਂਦਾ ਹੈ। ਰਿਸ਼ਵਤਖੋਰ ਕਰਮਚਾਰੀ ਆਪਣੇ ਆਪਣੇ ਮਹਿਕਮੇ ਵਿੱਚੋਂ ਇਮਾਨਦਾਰ ਮੁਲਾਜ਼ਮਾਂ ਦਾ ਕੰਡਾ ਕਿਸੇ ਨਾ ਕਿਸੇ ਤਰੀਕੇ ਨਾਲ ਕੱਢਣ ਦਾ ਯਤਨ ਕਰਦੇ ਰਹਿੰਦੇ ਹਨ। ਰਿਸ਼ਵਤ ਦੇਣ ਦਿਵਾਉਣ ਵਾਲਿਆਂ ਨੂੰ ਵੀ ਇਮਾਨਦਾਰ ਮੁਲਾਜ਼ਮ ਪਸੰਦ ਨਹੀਂ ਆਉਂਦਾ, ਕਿਉਂਕਿ ਉਹਨਾਂ ਦੇ ਕਈ ਯੋਗ ਅਯੋਗ ਕੰਮ ਰੁਕ ਜਾਂਦੇ ਹਨ। ਪਰ ਆਮ ਜਨਤਾ ਨੂੰ ਇਮਾਨਦਾਰ ਮੁਲਾਜ਼ਮ ਬੜਾ ਪਿਆਰਾ ਲੱਗਦਾ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਬਾਰੇ ਜਨਮ ਸਾਖੀ ਵਾਲਾ ਲਿਖਦਾ ਹੈ, ਐਸਾ ਕੰਮ ਕਰਨ ਜੋ ਸਭ ਕੋਈ ਖੁਸ਼ੀ ਹੋਵੇ, ਸਭ ਲੋਕ ਆਖਣ ਜੋ ਵਾਹ ਵਾਹ ਕੋਈ ਭਲਾ ਹੈ, ਸਭ ਕੋ ਖਾਨ ਆਗੇ ਸੁਪਾਰਿਸ਼ ਕਰੇ, ਖਾਨ ਬਹੁਤ ਖੁਸ਼ੀ ਹੋਆ। ਤਲਵੰਡੀ ਵਾਂਗ ਇੱਥੇ ਵੀ ਆਪਣੀ ਕਮਾਈ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਖੁੱਲ੍ਹੇ ਦਿਲ ਗਰੀਬਾਂ ਲੋੜਵੰਦਾਂ ਦੀ ਮਦਦ ਕਰਦੇ ਰਹੇ। ਸਿੱਖ ਇਤਿਹਾਸ ਨੇ ਵੰਨਗੀ ਵਜੋਂ ਇੱਕ ਸਾਖੀ ਦਾ ਜ਼ਿਕਰ ਕੀਤਾ ਹੈ। ਇਹ ਸੁਣ ਕੇ ਨਵਾਬ ਦਾ ਮੋਦੀ ਗਰੀਬਾਂ ਨਾਲ ਬੜਾ ਦਰਦ ਵੰਡਦਾ ਹੈ। ਇੱਕ ਗਰੀਬ ਬ੍ਰਾਹਮਣ ਨੇ ਆ ਕੇ ਬੇਨਤੀ ਕੀਤੀ ਕਿ ਮੇਰੀ ਜਵਾਨ ਲੜਕੀ ਵਿਆਹੁਣ ਯੋਗ ਹੋ ਗਈ ਹੈ, ਪਰ ਮੇਰੇ ਪੱਲੇ ਕੁਝ ਨਹੀਂ। ਵਿਆਹ ਵਿੱਚ ਜੋ ਜੋ ਕੁਝ ਚਾਹੀਦਾ ਸੀ, ਗੁਰੂ ਨਾਨਕ ਦੇਵ ਜੀ ਨੇ ਉਸ ਦੀ ਸੂਚੀ ਤਿਆਰ ਕਰਾਈ। ਕੁਝ ਸਾਮਾਨ ਐਸਾ ਸੀ ਜਿਸ ਦੇ ਖਰੀਦਣ ਲਈ ਲਾਹੌਰ ਜਾਣ ਦੀ ਲੋੜ ਪੈਣੀ ਸੀ। ਸੁਲਤਾਨਪੁਰ ਦਾ ਬਹੁਤਾ ਵਣਜ ਵਪਾਰ ਲਾਹੌਰ ਨਾਲ ਹੀ ਹੁੰਦਾ ਸੀ। ਸੁਲਤਾਨਪੁਰ ਦੇ ਰਾਜਸੀ ਸੰਬੰਧ ਲਾਹੌਰ ਨਾਲ ਸਨ। ਲਾਹੌਰ ਦਾ ਗਵਰਨਰ ਉਸ ਸਮੇਂ ਤਾਤਾਰ ਖਾਨ ਲੋਧੀ ਸੀ। ਨਵਾਬ ਦੌਲਤ ਖਾਨ ਦਾ ਪਿਓ ਲੱਗਦਾ ਸੀ। ਗੁਰੂ ਨਾਨਕ ਦੇਵ ਜੀ ਨੇ ਭਾਗੀਰਥ ਨੂੰ ਗਰੀਬ ਬ੍ਰਾਹਮਣ ਦੀ ਲੜਕੀ ਦੇ ਵਿਆਹ ਦੀ ਸਮੱਗਰੀ ਖਰੀਦਣ ਲਈ ਲਾਹੌਰ ਭੇਜਿਆ, ਜੋ ਉੱਥੋਂ ਦੇ ਇੱਕ ਵਪਾਰੀ ਮਨਸੁਖ ਨੂੰ ਜਾ ਕੇ ਮਿਲਿਆ। ਇਸ ਸਾਖੀ ਨੂੰ ਇਤਿਹਾਸ ਅੰਦਰ ਦੀਵੇ ਤੋਂ ਦੀਵਾ ਕਹਿ ਕੇ ਵਡਿਆਇਆ ਗਿਆ ਹੈ। ਮਨਸੁਖ ਨੂੰ ਭਾਈ ਭਾਗੀਰਥ ਦੇ ਜੀਵਨ ਵਿੱਚ ਕੋਈ ਐਸੀ ਸਵਾਦ ਦੀ ਖਿੱਚ ਜਾਪੀ ਕਿ ਉਸ ਪਾਸੋਂ ਗੁਰੂ ਨਾਨਕ ਸਾਹਿਬ ਜੀ ਦੀ ਸ਼ੋਭਾ ਵਡਿਆਈ ਸੁਣ ਕੇ ਉਹ ਵੀ ਉਸ ਦੇ ਨਾਲ ਹੀ ਸਤਿਗੁਰ ਜੀ ਦੇ ਦਰਸ਼ਨ ਕਰਨ ਲਈ ਸੁਲਤਾਨਪੁਰ ਆ ਗਿਆ। ਪਹਿਲਾਂ ਉਸ ਦੇ ਮਨ ਵਿੱਚ ਇਹ ਗੰਢ ਬੱਝੀ ਹੋਈ ਸੀ ਕਿ ਸਭ ਸੰਤਾਂ ਸਾਧਾਂ ਨੇ ਠੱਗੀ ਹੀ ਚਲਾਈ ਹੋਈ ਹੈ।
ਸੱਚਾਈ ਕਿਤੇ ਵੀ ਨਹੀਂ। ਪਰ ਗੁਰੂ ਨਾਨਕ ਸਾਹਿਬ ਜੀ ਦੀ ਰੋਜ਼ਾਨਾ ਜੀਵਨ ਮਰਿਆਦਾ, ਰਹਿਣੀ ਬਹਿਣੀ, ਕਿਰਤਕਾਰ ਅਤੇ ਗਰੀਬ ਪਰਵਰੀ ਵੇਖ ਕੇ ਮਨਸੁਖ ਦਾ ਮਨ ਪਤੀਜ ਗਿਆ। ਕੁਝ ਸਮਾਂ ਸੁਲਤਾਨਪੁਰ ਰਹਿ ਕੇ ਸਤਸੰਗ ਵਿੱਚ ਸਿੱਖੀ ਜੀਵਨ ਦਾ ਰਸਤਾ ਦ੍ਰਿੜ ਕਰਕੇ ਸਤਿਗੁਰ ਜੀ ਦੀ ਆਗਿਆ ਅਨੁਸਾਰ ਮੁੜ ਆਪਣੇ ਕਾਰ ਵਿਹਾਰ ਵਿੱਚ ਜਾ ਲੱਗਾ। ਮਨਸੁਖ ਵਪਾਰ ਦਾ ਕੰਮ ਕਰਦਾ ਸੀ ਅਤੇ ਦੂਰ ਦੂਰ ਦੇ ਸ਼ਹਿਰਾਂ ਤੇ ਦੇਸ਼ਾਂ ਵਿੱਚ ਇਸ ਦਾ ਆਉਣ ਜਾਣ ਸੀ। ਸਿੱਖ ਇਤਿਹਾਸ ਅਨੁਸਾਰ ਮਨਸੁਖ ਸਿੰਗਲਾ ਦੀਪ ਵੀ ਜਾਇਆ ਕਰਦਾ ਸੀ। ਕੁਦਰਤ ਦਾ ਨਿਯਮ ਹੈ, ਕਿਸੇ ਦੇ ਉੱਚੇ ਜੀਵਨ ਤੋਂ ਹੀ ਨਵਾਂ ਸੁਚੱਜਾ ਜੀਵਨ ਬਣਦਾ ਹੈ। ਮਨਸੁਖ ਕਈ ਵਾਰੀ ਵਪਾਰ ਦੇ ਸੰਬੰਧ ਵਿੱਚ ਸਿੰਗਲਾ ਦੀਪ ਜਾ ਚੁੱਕਿਆ ਸੀ। ਅਨੇਕਾਂ ਵਪਾਰੀ ਤੇ ਲੰਕਾ ਨਿਵਾਸੀ ਉਸ ਦੇ ਜਾਣੂ ਪਛਾਣੂ ਬਣ ਚੁੱਕੇ ਹੋਏ ਸਨ। ਸਿੰਗਲਾ ਦੀਪ ਦੇ ਇੱਕ ਰਾਜੇ ਸ਼ਿਵਨਾਭ ਨਾਲ ਵੀ ਉਸ ਦੀ ਡੂੰਘੀ ਸਾਂਝ ਬਣ ਗਈ ਸੀ। ਗੁਰੂ ਨਾਨਕ ਸਾਹਿਬ ਜੀ ਤੋਂ ਨਵਾਂ ਜੀਵਨ ਲੈ ਕੇ ਜਦੋਂ ਮਨਸੁਖ ਸਿੰਗਲਾ ਦੀਪ ਗਿਆ ਤਾਂ ਉਸ ਦੇ ਪੁਰਾਣੇ ਜਾਣੂ ਪਛਾਣੂ, ਉਸ ਦੀ ਨਵੀਂ ਰਹਿਣੀ ਬਹਿਣੀ, ਉਸ ਦੇ ਨਵੇਂ ਸੁਭਾਅ, ਉਸ ਦੇ ਨਵੇਂ ਸੁੱਚੇ ਵਣਜ ਵਪਾਰ ਨੂੰ ਤੱਕ ਕੇ ਬੜੇ ਹੈਰਾਨ ਹੋਏ। ਕਈ ਸਿੰਗਾਲੀ ਲੋਕ ਸਤਸੰਗ ਦੇ ਆਸਰੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਲੇਵਾ ਬਣੇ। ਰਾਜਾ ਸ਼ਿਵਨਾਭ ਵੀ ਗੁਰੂ ਚਰਨਾਂ ਦਾ ਭੌਰਾ ਬਣ ਗਿਆ। ਮਨਸੁਖ ਤਕਰੀਬਨ ਸੰਨ 1506 ਅਤੇ 7 ਦੇ ਵਿਚਾਲੇ ਸਿੰਗਲਾ ਦੀਪ ਗਿਆ ਸੀ। ਸੁਲਤਾਨਪੁਰ ਵਿੱਚ ਕੁਝ ਦਿਨ ਸਤਿਗੁਰ ਜੀ ਨੇ ਰੋਟੀ ਦਾ ਪ੍ਰਬੰਧ ਵੱਡੀ ਭੈਣ ਬੇਬੇ ਨਾਨਕੀ ਜੀ ਦੇ ਘਰ ਹੀ ਰੱਖਿਆ। ਫਿਰ ਆਪਣੇ ਪਰਿਵਾਰ ਨੂੰ ਤਲਵੰਡੀ ਤੋਂ ਮੰਗਾ ਲਿਆ। ਸਤਸੰਗ ਦੇ ਵਧਣ ਨਾਲ ਕਈ ਸਤਸੰਗੀਆਂ ਨੂੰ ਅਤੇ ਦੂਰੋਂ ਨੇੜਿਓਂ ਆਏ ਲੋੜਵੰਦਾਂ ਨੂੰ ਪ੍ਰਸ਼ਾਦ ਛਕਾਉਣਾ ਗੁਰੂ ਨਾਨਕ ਦੇਵ ਜੀ ਦੀ ਨਿੱਤ ਦੀ ਕਾਰ ਸੀ। ਇਤਨੇ ਕੰਮ ਦਾ ਭਾਰ ਬਹੁਤਾ ਚਿਰ ਉਹ ਆਪਣੀ ਭੈਣ ਦੇ ਉੱਤੇ ਨਹੀਂ ਸਨ ਪਾਉਣਾ ਚਾਹੁੰਦੇ। ਸਤਿਗੁਰ ਜੀ ਦੇ ਮਾਤਾ ਪਿਤਾ ਤਲਵੰਡੀ ਹੀ ਰਹੇ। ਥੋੜ੍ਹੇ ਹੀ ਮਹੀਨਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਖੁੱਲ੍ਹ ਦਿਲੀ ਅਤੇ ਗਰੀਬ ਪਰਵਰੀ ਦੀ ਸ਼ੋਭਾ ਚੁਫੇਰੇ ਦੂਰ ਦੂਰ ਤੱਕ ਖਿਲਰ ਗਈ ਸੀ। ਨਵਾਬ ਦੌਲਤ ਖਾਂ ਦੇ ਰਿਸ਼ਵਤਖੋਰ ਕਰਮਚਾਰੀਆਂ ਨੇ ਉਸ ਦੇ ਕੰਨ ਭਰਨੇ ਆਰੰਭ ਕਰ ਦਿੱਤੇ ਕਿ ਨਵਾਂ ਮੋਦੀ ਸਰਕਾਰੀ ਮੋਦੀਖਾਨਾ ਲੁਟਾਈ ਜਾ ਰਿਹਾ ਹੈ। ਇਹ ਚੁਗਲੀਆਂ ਸੁਣ ਕੇ ਨਵਾਬ ਨੂੰ ਕਈ ਵਾਰੀ ਹੌਲ ਵੀ ਪੈਂਦੇ ਸਨ, ਪਰ ਜਦੋਂ ਉਹ ਗੁਰੂ ਨਾਨਕ ਸਾਹਿਬ ਜੀ ਦੇ ਉੱਚੇ ਸੁੱਚੇ ਜੀਵਨ ਨੂੰ ਵੇਖਦਾ ਸੀ ਤਾਂ ਉਸ ਦਾ ਮਨ ਖਲੋ ਜਾਂਦਾ। ਇਸ ਤਰ੍ਹਾਂ 1 ਸਾਲ ਲੰਘ ਗਿਆ। ਲੇਖਾ ਹੋਣ ਉੱਤੇ ਨਵਾਬ ਦੀ ਤਸੱਲੀ ਹੋ ਗਈ। ਚੁਗਲੀਆਂ ਤਾਂ ਦੂਜੇ ਸਾਲ ਵੀ ਹੁੰਦੀਆਂ ਰਹੀਆਂ, ਪਰ ਹੁਣ ਨਵਾਬ ਦਾ ਮਨ ਪਤੀਜ ਚੁੱਕਾ ਸੀ। ਫਿਰ ਵੀ ਉਸ ਨੂੰ ਇਉਂ ਜਾਪਦਾ ਰਹਿੰਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਮਨ ਦੁਨੀਆਦਾਰਾਂ ਵਾਂਗ ਕੰਮ ਵਿੱਚ ਗੱਡਿਆ ਹੋਇਆ ਨਹੀਂ ਹੈ। ਇਸ ਤਰ੍ਹਾਂ ਹੀ ਪੌਣੇ 3 ਕੁ ਸਾਲ ਸਤਿਗੁਰ ਜੀ ਨੂੰ ਮੋਦੀਖਾਨੇ ਦੀ ਕਾਰ ਕਰਦਿਆਂ ਲੰਘ ਗਏ ਸਨ। ਜਿਹੜਾ ਵੀ ਮਨੁੱਖ ਸਤਿਗੁਰ ਜੀ ਪਾਸ ਜਿਨਸ ਲੈਣ ਆਉਂਦਾ, ਉਹ ਸਤਿਗੁਰ ਦੇ ਮਿੱਠੜੇ ਸੁਭਾਅ ਅਤੇ ਜਿਨਸ ਦੇ ਪੂਰੇ ਤੋਲ ਨੂੰ ਵੇਖ ਕੇ ਸਤਿਗੁਰ ਦਾ ਦੀਵਾਨਾ ਬਣ ਜਾਂਦਾ। ਗੁਰੂ ਸਾਹਿਬ ਨੂੰ ਵੀ ਤਨਖਾਹ ਦੇ ਰੂਪ ਵਿੱਚ ਜਿਨਸ ਅਤੇ ਕੁਝ ਰੁਪਈਏ ਮਿਲਦੇ, ਪਰ ਜੋ ਕੁਝ ਵੀ ਮਿਲਦਾ ਉਹ ਲੋੜਵੰਦਾਂ ਅਤੇ ਸਤਸੰਗੀਆਂ ਦੇ ਵਿੱਚ ਵੰਡ ਦਿੰਦੇ। ਇੰਨਾ ਇਮਾਨਦਾਰ, ਖੁੱਲ੍ਹੇ ਦਿਲ ਵਾਲਾ ਅਤੇ ਨਿਰਮਲ ਜੀਵਨ ਜਿਊਣ ਵਾਲਾ ਮੋਦੀ ਸੁਲਤਾਨਪੁਰ ਦੇ ਲੋਕਾਂ ਨੇ ਪਹਿਲੀ ਵਾਰ ਤੱਕਿਆ ਸੀ। ਇਸੇ ਕਰਕੇ ਭ੍ਰਿਸ਼ਟ ਤੇ ਕੰਮਚੋਰ ਕਰਮਚਾਰੀ ਵਾਰ-ਵਾਰ ਦੌਲਤ ਖਾਂ ਦੇ ਕੰਨ ਭਰਨ ਦਾ ਕੰਮ ਕਰਦੇ, ਪਰ ਜਦੋਂ ਵੀ ਲੇਖਾ ਜੋਖਾ ਹੁੰਦਾ ਤਾਂ ਹਿਸਾਬ ਵਿੱਚ ਕਦੇ ਵੀ ਕਿਸੇ ਪ੍ਰਕਾਰ ਦੀ ਕੋਈ ਵਾਧ ਘਾਟ ਨਾ ਹੁੰਦੀ। ਸਤਿਗੁਰ ਜੀ ਨੇ ਸਭਨਾਂ ਨੂੰ ਸੇਵਾ ਸਿਮਰਨ ਦਾ ਸਿਧਾਂਤ ਅਤੇ ਉੱਚਾ ਸੁੱਚਾ ਨਿਰਮਲ ਜੀਵਨ ਜਿਊਣ ਵਾਸਤੇ ਸੰਦੇਸ਼ ਦਿੱਤਾ। ਇਸ ਸਤਸੰਗਤ ਵਿੱਚ ਸਤਿਗੁਰ ਜੀ ਦੇ ਪੁੱਤਰ, ਪਤਨੀ ਸੁਲੱਖਣੀ ਜੀ ਅਤੇ ਭੈਣ ਬੇਬੇ ਨਾਨਕੀ ਵੀ ਵੱਧ ਚੜ੍ਹ ਕੇ ਤਨੋ ਮਨੋ ਹਿੱਸਾ ਪਾਉਂਦੇ। ਸਤਸੰਗਤ ਦਾ ਦਾਇਰਾ ਬਹੁਤ ਵੱਡਾ ਹੋ ਗਿਆ ਸੀ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ, ਸਾਕ ਸੰਬੰਧੀ ਵੀ ਜਿੱਥੇ ਕਿਤੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਸ਼ਖਸੀਅਤ ਦਾ ਜ਼ਿਕਰ ਸੁਣਦੇ ਤਾਂ ਲੋਕ ਆਪ ਮੁਹਾਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ
ਅਤੇ ਸਤ ਸੰਗਤ ਕਰਨ ਦੌੜੇ ਆਉਂਦੇ। ਇਸ ਸਤ ਸੰਗਤ ਵਿੱਚ ਜਿੱਥੇ ਆਮ ਲੋਕਾਂ ਦਾ ਦਾਇਰਾ ਵੱਡਾ ਹੋ ਗਿਆ ਸੀ, ਉੱਥੇ ਦੂਰ ਦਰੇਡੇ ਤੋਂ ਆਉਂਦੇ ਸਾਧੂ ਸੰਤ ਕਈ ਦਿਨ ਆਪਣਾ ਟਿਕਾਣਾ ਸੁਲਤਾਨਪੁਰ ਵਿਖੇ ਕਰਦੇ। ਬੇਈਮਾਨ ਤੇ ਠੱਗੀਆਂ ਮਾਰਨ ਵਾਲੇ ਲੋਕ ਇੱਕ ਵਾਰ ਹੀ ਸਤਿਗੁਰ ਜੀ ਦੇ ਮੁਸਕਰਾਉਂਦੇ ਹੋਏ ਚਿਹਰੇ ਦੇ ਦਰਸ਼ਨ ਕਰਦੇ ਅਤੇ ਮਿੱਠੇ ਬਚਨ ਬਿਲਾਸ ਸੁਣਦੇ ਤਾਂ ਇੱਕ ਵਾਰ ਵਿੱਚ ਹੀ ਉਹਨਾਂ ਦਾ ਜੀਵਨ ਬਦਲ ਜਾਂਦਾ। ਸੋ ਇਸ ਤਰ੍ਹਾਂ ਬਹੁਤੇ ਠੱਗਾਂ ਅਤੇ ਚੋਰਾਂ ਨੇ ਵੀ ਧਰਮ ਦੀ ਕਿਰਤ ਕਰਨੀ ਆਰੰਭ ਕਰ ਦਿੱਤੀ ਸੀ। ਜਿੱਥੇ ਵਡੇਰੀ ਉਮਰ ਦੇ ਲੋਕ ਸਤਸੰਗੀ ਬਣਦੇ, ਉੱਥੇ ਛੋਟੀ ਉਮਰ ਦੇ ਬੱਚੇ ਵੀ ਸਤਸੰਗੀ ਬਣਨ ਲੱਗ ਪਏ ਅਤੇ ਸੇਵਾ ਸਿਮਰਨ ਦੇ ਸਿਧਾਂਤ ਨੂੰ ਸਮਝਣ ਲੱਗ ਪਏ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਣਗਿਣਤ ਲੋਕ ਰੋਜ਼ਾਨਾ ਧਰਤੀ ਉੱਤੇ ਜਨਮ ਲੈਂਦੇ ਹਨ ਅਤੇ ਅਣਗਿਣਤ ਲੋਕ ਮਰ ਜਾਂਦੇ ਹਨ, ਪਰ ਇਹਨਾਂ ਵਿੱਚ ਬਹੁ ਗਿਣਤੀ ਉਹਨਾਂ ਲੋਕਾਂ ਦੀ ਹੁੰਦੀ ਹੈ ਜੋ ਕੇਵਲ ਆਪਣੇ ਸਵਾਰਥ ਵਸ ਹੋ ਕੇ ਇਸ ਸੰਸਾਰ ਅੰਦਰ ਜ਼ਿੰਦਗੀ ਬਸਰ ਕਰ ਜਾਂਦੇ ਹਨ। ਨਾ ਉਹ ਕਦੇ ਸਮਾਜ ਪ੍ਰਤੀ ਜਾਗਰੂਕ ਹੁੰਦੇ ਹਨ, ਨਾ ਕਿਸੇ ਦੇ ਦੁੱਖ ਦਰਦਾਂ ਨੂੰ ਵੰਡਾਉਂਦੇ ਹਨ ਅਤੇ ਨਾ ਹੀ ਉਹਨਾਂ ਦੇ ਸੋਚਣ ਦਾ ਸਤਰ ਇੰਨਾ ਉੱਚਾ ਹੁੰਦਾ ਹੈ ਕਿ ਉਹ ਆਪਣੇ ਤੋਂ ਛੁੱਟ ਕਿਸੇ ਹੋਰ ਪ੍ਰਤੀ ਸੋਚ ਸਕਣ। ਪਰ ਕਰੋੜਾਂ ਲੋਕਾਂ ਅੰਦਰ ਇਸ ਧਰਤੀ ਉੱਤੇ ਐਸੇ ਯੁੱਗ ਪੁਰਸ਼ ਵੀ ਜਨਮ ਲੈਂਦੇ ਹਨ ਜੋ ਉਹਨਾਂ ਲੋਕਾਂ ਦਾ ਦਰਦ ਸੁਣ ਸਕਣ, ਮਹਿਸੂਸ ਕਰ ਸਕਣ ਅਤੇ ਵੰਡਾ ਵੀ ਸਕਣ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਅੰਦਰ ਯੁੱਗ ਪੁਰਸ਼ ਹੋਣ ਦਾ ਸਬੂਤ ਦਿੰਦਿਆਂ ਲੋਕਾਂ ਦੇ ਦਰਦ ਨੂੰ ਸੁਣਿਆ ਵੀ, ਵੰਡਾਇਆ ਵੀ। ਗੁਰੂ ਸਾਹਿਬ ਨੇ ਹਜ਼ਾਰਾਂ ਕਿਲੋਮੀਟਰ ਪੈਂਡਾ ਕਰਕੇ ਲੋਕਾਈ ਨੂੰ ਸੰਦੇਸ਼ ਦਿੱਤਾ। ਨਾ ਕੋਈ ਉਹਨਾਂ ਦਾ ਸਾਨੀ ਸੀ ਅਤੇ ਨਾ ਕੋਈ ਪਾਰਾਵਾਰ। ਸਿੱਖ ਇਤਿਹਾਸ ਵਿੱਚ ਵੇਈ ਨਦੀ ਵਾਲੀ ਸਾਖੀ ਬੜੀ ਪ੍ਰਸਿੱਧ ਹੈ। ਗੁਰੂ ਨਾਨਕ ਸਾਹਿਬ ਜੀ ਸਦਾ ਵਾਂਗ ਭਾਦਰੋਂ ਸੁਦੀ 13 ਸੰਮਤ 1564 ਨੂੰ ਕਾਲੀ ਵੇਈ ਵਿੱਚ ਇਸ਼ਨਾਨ ਕਰਨ ਲਈ ਗਏ। ਈਸਵੀ ਸਨ ਅਨੁਸਾਰ 23 ਅਗਸਤ ਦੇ ਕਰੀਬ ਸੀ। ਅਜੇ ਵਰਖਾ ਰੁੱਤ ਮੁੱਕੀ ਨਹੀਂ ਸੀ, ਹੜ੍ਹਾਂ ਦੀ ਬਹਾਰ ਸੀ। ਸਿੱਖ ਇਤਿਹਾਸ ਅਨੁਸਾਰ ਸਤਿਗੁਰੂ ਜੀ ਇਸ਼ਨਾਨ ਕਰਨ ਗਏ, ਮੁੜ ਨਦੀ ਤੋਂ ਬਾਹਰ ਨਾ ਨਿਕਲੇ। 3 ਦਿਨ ਲੋਪ ਰਹੇ। ਨਾਲ ਗਿਆ ਟਹਿਲੀਆ ਦਿਨ ਚੜ੍ਹੇ ਤੱਕ ਉਡੀਕ ਕੇ ਵਾਪਸ ਆ ਗਿਆ ਤੇ ਖਬਰ ਦਿੱਤੀ। ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਬੇਬੇ ਨਾਨਕੀ ਤੋਂ ਸਿਵਾਏ ਸਭ ਨੂੰ ਇਹ ਖਿਆਲ ਬਣ ਗਿਆ ਕਿ ਉਹ ਹੜ੍ਹ ਵਿੱਚ ਰੁੜ ਗਏ ਹਨ ਜਾਂ ਫਿਰ ਨਦੀ ਵਿੱਚ ਡੁੱਬ ਗਏ ਹਨ। ਭਾਈ ਗੁਰਦਾਸ ਜੀ ਦੀ ਇਸ਼ਾਰੇ ਮਾਤਰ ਦਿੱਤੀ ਸਾਖੀ ਤੋਂ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਪ੍ਰਭੂ ਚਰਨਾਂ ਵਿੱਚ ਜੁੜ ਕੇ ਗਰੀਬ ਜਨਤਾ ਉੱਤੇ ਉੱਚ ਜਾਤੀਏ ਲੋਕਾਂ ਅਤੇ ਜ਼ਾਬਰ ਹਾਕਮਾਂ ਵੱਲੋਂ ਹੋ ਰਹੇ ਜ਼ੁਲਮਾਂ ਨੂੰ ਦੂਰ ਕਰਨ ਬਾਰੇ ਇਕਾਂਤ ਵਿੱਚ ਵਿਚਾਰਾਂ ਕਰ ਰਹੇ ਸਨ। ਇਹ ਇੱਕ ਬੜਾ ਮਹਾਨ ਕੰਮ ਸੀ, ਬੜੀ ਹੀ ਕੁਰਬਾਨੀ ਦੇਣ ਦੀ ਲੋੜ ਸੀ। ਇਸ ਕੰਮ ਨੂੰ ਪੂਰੀ ਕਾਮਯਾਬੀ ਨਾਲ ਸਿਰੇ ਚਾੜ੍ਹਨ ਲਈ ਬੜਾ ਵਿਚਾਰ ਭਰਿਆ ਪ੍ਰੋਗਰਾਮ ਚਾਹੀਦਾ ਸੀ। ਜਿਹੜੇ ਧਰਮ ਸਥਾਨ ਜਨਤਾ ਨੂੰ ਜੀਵਨ ਜਾਚ ਸਿਖਾਉਣ ਲਈ ਬਣੇ ਸਨ, ਅੱਜ ਉਹੀ ਜਨਤਾ ਦੇ ਦੁੱਖਾਂ ਦਾ ਵਸੀਲਾ ਸਨ। ਹਿੰਦੂ ਤੀਰਥ, ਜੋਗੀਆਂ ਦੇ ਮੱਠ, ਇਸਲਾਮ ਦੇ ਧਰਮ ਕੇਂਦਰ, ਸਭਨਾਂ ਥਾਵਾਂ 'ਤੇ ਧਰਮ ਰੱਖਿਅਕ ਜਨਤਾ ਨੂੰ ਪੈਰਾਂ ਹੇਠ ਲਿਤਾੜ ਰਹੇ ਸਨ। ਬ੍ਰਾਹਮਣਾਂ, ਜੋਗੀਆਂ, ਸਿੱਧਾਂ, ਸੱਯਦਾਂ, ਪੀਰਾਂ ਫਕੀਰਾਂ ਸਭਨਾਂ ਦੀਆਂ ਜਨਤਾ ਉੱਤੇ ਹੋ ਰਹੀਆਂ ਵਧੀਕੀਆਂ ਨਸ਼ਰ ਕਰਨੀਆਂ ਪੈਣੀਆਂ ਸਨ, ਜਿਸ ਕਰਕੇ ਇਹਨਾਂ ਨਾਲ ਵੈਰ ਸਹੇੜਨਾ ਪੈਣਾ ਸੀ। ਸਹਿਮੀ ਹੋਈ ਜਨਤਾ ਨੂੰ ਜਗਾਉਣਾ ਪੈਣਾ ਸੀ ਤੇ ਦਲੇਰ ਹੋ ਕੇ ਆਪਣੇ ਪੈਰਾਂ ਉੱਤੇ ਖਲੋਣ ਲਈ ਹੱਲਾਸ਼ੇਰੀ ਦੇਣੀ ਪੈਣੀ ਸੀ। ਇਹ ਇੱਕ ਬਗਾਵਤ ਦੇ ਤੁਲ ਸੀ। ਗੁਰੂ ਨਾਨਕ ਸਾਹਿਬ ਜੀ ਦੀ ਉਮਰ ਉਸ ਵੇਲੇ 38.5 ਸਾਲ ਸੀ। ਉਹਨਾਂ ਦੇ ਦੋਵੇਂ ਪੁੱਤਰ ਸ਼੍ਰੀ ਚੰਦ ਤੇ ਲਖਮੀ ਦਾਸ ਅਜੇ ਅਣਜਾਣ ਉਮਰ ਸਨ। ਜੇ ਗਰੀਬਾਂ ਦੀ, ਦੁਖੀਆਂ ਦੀ ਬਾਂਹ ਫੜਨੀ ਸੀ ਤਾਂ ਇਹਨਾਂ ਮਾਸੂਮ ਬੱਚਿਆਂ ਨੂੰ ਪਰ ਅਧੀਨ ਕਰਨਾ ਪੈਣਾ ਸੀ।
ਉਹਨਾਂ ਦੀ ਇਸਤਰੀ ਵੀ ਅਜੇ ਜਵਾਨ ਉਮਰ ਸੀ, ਜਿਸ ਨੂੰ ਪਤੀ ਦੇ ਸਾਥ ਦੀ ਲੋੜ ਦਾ ਅੰਦਾਜ਼ਾ ਇਸ ਪੰਜਾਬੀ ਅਖਾਣ ਤੋਂ ਲੱਗ ਸਕਦਾ ਹੈ ਕਿ ਅਨਾਥ ਇਸਤਰੀ ਆਟੇ ਦਾ ਪੇੜਾ ਹੈ। ਘਰ ਵਿੱਚ ਚੂਹੇ ਖਾਣ ਨੂੰ ਪੈਂਦੇ ਹਨ ਤੇ ਬਾਹਰ ਕਾਂ। ਗਰੀਬਾਂ ਦੀ ਸਾਰ ਲੈਣ ਤੁਰਿਆਂ ਗੁਰੂ ਨਾਨਕ ਸਾਹਿਬ ਜੀ ਉੱਤੇ ਜੋ ਸਰੀਰਕ ਔਖਿਆਈਆਂ ਆਉਣੀਆਂ ਸਨ, ਉਹ ਵੀ ਕੋਈ ਸਧਾਰਨ ਨਹੀਂ ਸਨ। ਹਜ਼ਾਰਾਂ ਮੀਲਾਂ ਦਾ ਪੈਦਲ ਸਫ਼ਰ, ਕਈ ਦਿਨਾਂ ਦੀ ਭੁੱਖ ਤਰੇ, ਕਿਤੇ ਮੀਲਾਂ ਤੱਕ ਰੇਗਿਸਤਾਨ ਹੀ ਰੇਗਿਸਤਾਨ, ਕਹਿਰ ਦੀਆਂ ਲੋਆਂ ਵਿੱਚ ਭੱਠ ਤਪਦੇ ਰੇਤ ਥੱਲੇ, ਕਿਤੇ ਜੰਗਲ ਹੀ ਜੰਗਲ, ਜਿੱਥੇ ਲਹੂ ਪੀਣੇ ਮੱਛਰ ਨਾ ਦਿਨੇ ਚੈਨ ਲੈਣ ਦੇਣ ਨਾ ਰਾਤ ਨੂੰ, ਨਾ ਮਾਤਰ ਕੱਜਣ ਵਿੱਚ ਗਰਮੀ ਤੇ ਸਰਦੀ ਦਾ ਕਸ਼ਟ। ਓਪਰੇ ਬੰਦੇ, ਓਪਰੀ ਬੋਲੀ, ਕਿਤੇ ਸ਼ਹਿਰਾਂ ਦੇ ਚਲਾਕ ਤੇ ਕੋਰੇ ਲੋਕ, ਕਿਤੇ ਜੰਗਲੀ ਤੇ ਮਾਨਸ ਖਾਣੇ ਲੋਕ ਸਨ। ਜੇ ਦੁਖੀਆਂ ਦਾ ਦਰਦ ਵੰਡਣ ਲਈ ਤੁਰਨਾ ਸੀ ਤਾਂ ਅਜਿਹੇ ਅਨੇਕਾਂ ਭਿਆਨਕ ਔਖ ਅੱਖਾਂ ਪਾੜ ਕੇ ਵਿਖਾਲੀ ਦੇ ਰਹੇ ਸਨ। ਦੂਜਾ ਪਾਸਾ ਘਰ ਦਾ ਸੁੱਖ, ਆਗਿਆਕਾਰ ਇਸਤਰੀ ਤੇ ਤੋਤਲੀਆਂ ਗੱਲਾਂ ਕਰਦੇ ਬੱਚਿਆਂ ਦਾ ਪਿਆਰ, ਸੌਖੀ ਰੋਜ਼ੀ, ਇੱਜ਼ਤ ਤੇ ਸਤਿਕਾਰ ਭਰੀ ਰੋਜ਼ੀ। ਨਵਾਬ ਦੌਲਤ ਖਾਂ ਨੂੰ ਭਾਗਾਂ ਨਾਲ ਇਹ ਇਮਾਨਦਾਰ ਮੋਦੀ ਮਿਲਿਆ ਸੀ। ਉਹ ਤਾਂ ਲੱਟੂ ਹੋਇਆ ਸੀ। ਇੱਥੋਂ ਤੱਕ ਕਿ ਭਾਈ ਗੁਰਦਾਸ ਜੀ ਉਸ ਵਿੱਚ ਤੇ ਸਿੱਧਕੀ ਸਿੱਖ ਵਿੱਚ ਫਰਕ ਨਹੀਂ ਲੱਭ ਸਕੇ ਤੇ ਦੌਲਤ ਖਾਂ ਨੂੰ ਸਿੱਖਾਂ ਦੀ ਕਤਾਰ ਵਿੱਚ ਗਿਣ ਗਏ। ਮੋਦੀ ਦੇ ਕੰਮ ਵਿੱਚ ਗੁਰੂ ਨਾਨਕ ਸਾਹਿਬ ਦੀ ਇਮਾਨਦਾਰੀ ਤੇ ਗਰੀਬ ਪਰਵਰੀ ਦੀ ਸ਼ੋਭਾ ਘਰ ਹੋ ਰਹੀ ਸੀ। ਸੁਲਤਾਨਪੁਰ ਦੀਆਂ ਗਲੀਆਂ ਤੇ ਕੱਖਾਂ ਨੂੰ ਵੀ ਜੀਭ ਲੱਗੀ ਹੋਈ ਸੀ ਤੇ ਆਖਦੇ ਸਨ, ਧੰਨ ਨਾਨਕ ਮੋਦੀ। ਜੇ ਗਰੀਬਾਂ ਦੀ ਸਾਰ ਲੈਣ ਤੁਰਨਾ ਸੀ ਤਾਂ ਇਹਨਾਂ ਸਾਰੇ ਸੁੱਖਾਂ ਨੂੰ ਲੱਤ ਮਾਰਨੀ ਪੈਣੀ ਸੀ। ਮਨ ਦੋਹਾਂ ਪਾਸਿਆਂ ਨੂੰ ਤੱਕੜੀ ਵਿੱਚ ਤੋਲ ਰਿਹਾ ਸੀ। ਕਲਯੁਗੀ ਬਾਜ਼ੀ ਜਿੱਤਣ ਲਈ ਪੂਰਾ ਜ਼ੋਰ ਲਾ ਰਿਹਾ ਸੀ, ਪਰ ਚੁਫਾਲ ਡਿੱਗ ਪਿਆ। ਗੁਰੂ ਨਾਨਕ ਸਾਹਿਬ ਜੀ ਨੇ ਫੈਸਲਾ ਕਰ ਹੀ ਲਿਆ ਕਿ ਸੜ ਰਹੀ ਧਰਤੀ ਉੱਤੇ ਠੰਡ ਵਰਤਾਉਣ ਲਈ ਨਿੱਜੀ ਸੁੱਖ ਕੁਰਬਾਨ ਕਰਨੇ ਹੀ ਸਹੀ ਰਸਤਾ ਹੈ। ਆਪ ਨੇ ਭਾਦਰੋਂ ਸੁਦੀ 15 ਨੂੰ ਸਵੇਰੇ ਹੀ ਸੁਲਤਾਨਪੁਰ ਦੇ ਬਾਹਰ ਕਬਰਿਸਤਾਨ ਵਿੱਚ ਆ ਡੇਰਾ ਕੀਤਾ। ਪਲਾਂ ਵਿੱਚ ਹੀ ਘਰ ਖਬਰ ਖਿਲਰ ਗਈ ਕਿ ਉਹਨਾਂ ਦਾ ਪਿਆਰਾ ਮੋਦੀ ਜਿਉਂਦਾ ਹੈ ਤੇ ਨਗਰੋਂ ਬਾਹਰ ਕਬਰਿਸਤਾਨ ਵਿੱਚ ਆਇਆ ਬੈਠਾ ਹੈ। ਨਵਾਬ ਦੌਲਤ ਖਾਂ ਤੋਂ ਲੈ ਕੇ ਗਰੀਬ ਤੋਂ ਗਰੀਬ ਤੱਕ ਆ ਟੁਕੇ, ਪਰ ਹੁਣ ਸੁਲਤਾਨਪੁਰ ਦੇ ਨਿੱਕੇ ਜਿਹੇ ਮੋਦੀ ਖਾਨੇ ਵਿੱਚ ਬੈਠਣੋਂ ਇਨਕਾਰ ਹੋ ਚੁੱਕਾ ਸੀ। ਜਗਤ ਉੱਚੀਆਂ ਨੀਵੀਆਂ ਜਾਤਾਂ ਦੇ ਵਿਤਕਰਿਆਂ, ਅਮੀਰੀ ਗਰੀਬੀ ਦੀਆਂ ਵਿਥਾਂ ਅਤੇ ਹਿੰਦੂ ਮੁਸਲਮਾਨ ਕਾਫਰ ਮੋਮਨ ਦੇ ਪਾੜਿਆਂ ਵਿੱਚ ਦੁਖੀ ਹੋ ਰਿਹਾ ਸੀ। ਸੁਲਤਾਨਪੁਰ ਨਿਵਾਸੀ ਬੱਚੇ ਤੋਂ ਬੁੱਢੇ ਤੱਕ 2.5-3 ਸਾਲਾਂ ਦੇ ਅੰਦਰ ਹੀ ਗੁਰੂ ਨਾਨਕ ਸਾਹਿਬ ਜੀ ਨਾਲ ਅਤ ਨੇੜੇ ਦੀ ਸਾਂਝ ਬਣਾ ਚੁੱਕੇ ਸਨ। ਉਹ ਇਹ ਸੁਣ ਕੇ ਘਬਰਾ ਜਿਹੇ ਗਏ ਕਿ ਉਹਨਾਂ ਦਾ ਹਰਮਨ ਪਿਆਰਾ ਮੋਦੀ ਉਹਨਾਂ ਤੋਂ ਸਦਾ ਲਈ ਵਿਛੜ ਚੱਲਿਆ ਹੈ। ਵੇਈ ਨਦੀ ਤੋਂ ਵਾਪਸ ਆ ਕੇ ਗੁਰੂ ਸਾਹਿਬ ਨੇ ਉਹਨਾਂ ਨਾਲ ਪਹਿਲੀ ਗੱਲ ਹੀ ਇਹ ਕੀਤੀ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ। ਸਮਝਾਇਆ ਇਹ ਹੈ ਕਿ ਹਿੰਦੂ ਮੁਸਲਮਾਨ ਵਾਲੇ ਵਿਤਕਰੇ ਛੱਡੋ, ਖਾਲਿਕ ਨੂੰ ਸਾਰੀ ਖਲਕਤ ਵਿੱਚ ਵੇਖੋ। ਨਵਾਬ ਦੌਲਤ ਖਾਂ ਨੂੰ ਤੇ ਸਾਰੇ ਸੁਲਤਾਨਪੁਰ ਨਿਵਾਸੀਆਂ ਨੂੰ ਦੱਸਿਆ ਕਿ ਅਸਾਂ ਦੂਰ ਦੁਰੇਡੇ ਦੇਸ਼ਾਂ ਦੇ ਚੱਕਰ ਲਾ ਕੇ ਹਿੰਦੂ ਮੁਸਲਮਾਨ ਵਾਲੀ ਵਿਥ ਦੂਰ ਕਰਨ ਦੇ ਯਤਨ ਕਰਨੇ ਹਨ, ਤਾਂ ਕਿ ਲੋਕ ਸਿਰਜਣਹਾਰ ਖਾਲਕ ਨੂੰ ਉਸ ਦੀ ਰਚੀ ਖਲਕਤ ਵਿੱਚ ਵੇਖ ਸਕਣ ਤੇ ਜਗਤ ਵਿੱਚ ਠੰਡ ਸ਼ਾਂਤੀ ਵਰਤ ਸਕੇ। ਨਵਾਬ ਦੌਲਤ ਖਾਂ ਦੇ ਨਾਲ ਸੁਲਤਾਨਪੁਰ ਦਾ ਵੱਡਾ ਕਾਜ਼ੀ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਣ ਕਬਰਸਤਾਨ ਵਿੱਚ ਆਇਆ ਹੋਇਆ ਸੀ। ਜਦੋਂ ਉਸਨੇ ਸਤਿਗੁਰ ਜੀ ਤੋਂ ਇਹ ਸੁਣਿਆ ਕਿ ਸਾਰੀ ਖਲਕਤ ਵਿੱਚ ਇੱਕ ਖਾਲਕ ਵਸਦਾ ਹੈ, ਤਾਂ ਉਹਨਾਂ ਨੂੰ ਕਹਿਣ ਲੱਗਾ ਕਿ ਅਸੀਂ ਹੁਣੇ ਪੇਸ਼ੀ ਦੀ ਨਮਾਜ਼ ਪੜ੍ਹਨ ਚੱਲੇ ਹਾਂ। ਜੇ ਤੁਹਾਨੂੰ ਹਿੰਦੂ ਮੁਸਲਿਮ ਸਭਨਾਂ ਵਿੱਚ ਇੱਕੋ ਰੱਬ ਦਿਸਦਾ ਹੈ ਤਾਂ ਆਓ ਸਾਡੇ ਨਾਲ ਰਲ ਕੇ ਨਮਾਜ਼ ਪੜ੍ਹੋ। ਅਸੀਂ ਉਸੇ ਸਭ ਵਿੱਚ ਵਸਦੇ ਰੱਬ ਦੀ ਇਬਾਦਤ ਕਰਨ ਮਸਜਿਦ ਵਿੱਚ ਜਾ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਅੰਮ੍ਰਿਤ ਵੇਲੇ ਹੀ ਕਬਰਿਸਤਾਨ ਵਿੱਚ ਪਹੁੰਚ ਗਏ ਸਨ। ਸੁਲਤਾਨਪੁਰ ਦੇ ਲੋਕਾਂ ਦਾ ਇਕੱਠ ਉੱਥੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਬਣਿਆ ਰਿਹਾ।
ਜਦੋਂ ਦਿਨ ਢਲਣ ਲੱਗਾ ਤਾਂ ਕਾਜ਼ੀ ਨੇ ਪੇਸ਼ੀ ਦੀ ਨਮਾਜ਼ ਪੜ੍ਹਨ ਲਈ ਸਤਿਗੁਰੂ ਜੀ ਨੂੰ ਮਸਜਿਦ ਵਿੱਚ ਚੱਲਣ ਲਈ ਆਖਿਆ। ਸਤਿਗੁਰੂ ਜੀ ਨਵਾਬ ਤੇ ਕਾਜ਼ੀ ਦੇ ਨਾਲ ਤੁਰ ਪਏ। ਪੁਰਾਤਨ ਜਨਮ ਸਾਖੀ ਵਾਲਾ ਲਿਖਦਾ ਹੈ, ਤਬ ਪੇਸ਼ੀ ਕੀ ਨਮਾਜ਼ ਦਾ ਵਕਤ ਹੋਇਆ, ਸਭ ਉੱਠ ਕਰ ਨਿਵਾਜ਼ ਗੁਜ਼ਾਰਨ ਗਏ, ਅਰ ਬਾਬਾ ਵੀ ਉਹਨਾਂ ਨਾਲ ਗਿਆ। ਮਸਜਿਦ ਵਿੱਚ ਨਮਾਜ਼ ਪੜ੍ਹਨ ਆਏ ਸਾਰੇ ਮੁਸਲਮਾਨਾਂ ਦੇ ਅੱਗੇ ਖਲੋ ਕੇ ਕਾਜ਼ੀ ਨੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ। ਗੁਰੂ ਨਾਨਕ ਸਾਹਿਬ ਜੀ ਵੀ ਉਸ ਦੇ ਕੋਲ ਖਲੋ ਗਏ। ਜਦੋਂ ਸਾਡੇ ਨਾਲ ਗੱਲਾਂ ਕਰਦੇ ਕਿਸੇ ਮਨੁੱਖ ਦਾ ਮਨ ਕਿਸੇ ਹੋਰ ਪਾਸੇ ਚਲਾ ਜਾਏ, ਅਸੀਂ ਉਸ ਦੇ ਚਿਹਰੇ ਤੋਂ ਸਮਝ ਲੈਂਦੇ ਹਾਂ ਕਿ ਇਸ ਦਾ ਧਿਆਨ ਕਿਸੇ ਹੋਰ ਥਾਂ ਉੱਤੇ ਹੈ। ਮਨੁੱਖ ਦਾ ਚਿਹਰਾ ਉਸ ਦੇ ਮਨ ਦਾ ਮਾਨੋ ਸ਼ੀਸ਼ਾ ਹੈ। ਸਤਿਗੁਰੂ ਜੀ ਨੇ ਨਮਾਜ਼ ਪੜ੍ਹਦੇ ਕਾਜ਼ੀ ਵੱਲ ਤੱਕ ਕੇ ਹੱਸ ਪਏ। ਸਾਫ਼ ਦਿਸ ਰਿਹਾ ਸੀ ਕਿ ਕਾਜ਼ੀ ਦੀ ਸਿਰਫ ਜੀਭ ਹੀ ਰਵਾਂ ਰਵੀਂ ਕੁਰਾਨ ਦੀਆਂ ਆਇਤਾਂ ਪੜ੍ਹੀ ਜਾ ਰਹੀ ਸੀ, ਮਨ ਉੱਥੇ ਹਾਜ਼ਰ ਨਹੀਂ ਹੈ। ਮੁਸਲਮਾਨੀ ਰਾਜ, ਮੁਸਲਮਾਨਾਂ ਦਾ ਧਰਮ ਸਥਾਨ ਮਸਜਿਦ, ਸੁਲਤਾਨਪੁਰ ਦਾ ਸਭ ਤੋਂ ਵੱਡਾ ਹਾਕਮ ਤੇ ਵੱਡਾ ਕਾਜ਼ੀ ਸੈਂਕੜੇ ਮੁਸਲਮਾਨਾਂ ਸਮੇਤ ਨਮਾਜ਼ ਵਿੱਚ ਸ਼ਾਮਿਲ। ਕਿਸੇ ਸੂਰਮੇ ਦਾ ਹੀ ਕੰਮ ਸੀ ਕਿ ਨਮਾਜ਼ ਪੜ੍ਹਦੇ ਕਾਜ਼ੀ ਦੇ ਪਾਸ ਖਲੋ ਕੇ ਉਸ ਦੇ ਮੂੰਹ ਵੱਲ ਤੱਕ ਕੇ ਉਸ ਦਾ ਹਾਸਾ ਉਡਾਏ। ਨਮਾਜ਼ ਵਰਗਾ ਬੜਾ ਹੀ ਪਾਕ ਕੰਮ ਕਰਦੇ ਸਭ ਤੋਂ ਵੱਡੇ ਕਾਜ਼ੀ ਉੱਤੇ ਉਸ ਦੇ ਕੋਲ ਖਲੋ ਕੇ ਹੱਸਦੇ ਗੈਰ ਮੁਸਲਿਮ ਵਾਸਤੇ ਸ਼ਰਅ ਦੇ ਹੁਕਮ ਨੂੰ ਗੁਰੂ ਨਾਨਕ ਸਾਹਿਬ ਜੀ ਚੰਗੀ ਤਰ੍ਹਾਂ ਜਾਣਦੇ ਸਨ। ਉਹਨਾਂ ਦੀ ਉਮਰ ਉਸ ਵੇਲੇ 38.5 ਸਾਲ ਦੀ ਸੀ, ਪਰ ਵੇਈਂ ਨਦੀਆਂ ਪਾਰਲੇ ਪਾਸੇ ਜਿਸ ਰਸਤੇ ਬਾਰੇ 2 ਦਿਨ ਸੋਚਦੇ ਰਹੇ ਸਨ, ਉਹ ਰਸਤਾ ਲੰਘਦਾ ਹੀ ਇਹੋ ਜਿਹੀਆਂ ਕੰਡਿਆਲੀਆਂ ਝਾੜੀਆਂ ਵਿੱਚੋਂ ਦੀ ਸੀ। 9 ਸਾਲਾਂ ਦੀ ਉਮਰੇ ਆਪ ਨੇ ਹਿੰਦੂ ਭਾਈਚਾਰੇ ਦੇ ਇਕੱਠ ਵਿੱਚ ਬ੍ਰਾਹਮਣ ਦੇ ਖਿਲਾਰੇ ਭਰਮਜਾਲ ਦੀ ਅਸਲੀਅਤ ਦੱਸੀ ਸੀ। ਅੱਜ ਇਹ ਦੂਜਾ ਮੌਕਾ ਸੀ। ਗੁਰੂ ਨਾਨਕ ਸਾਹਿਬ ਜੀ ਦੇ ਹਰੇਕ ਨਾਮ ਲੇਵਾ ਸਿੱਖ ਵਾਸਤੇ ਸਤਿਗੁਰ ਜੀ ਦੀ ਨਿਰਭੈਤਾ ਦਾ ਇਹ ਦੂਜਾ ਚਾਨਣ ਮੁਨਾਰਾ ਹੈ, ਜਿਸ ਦੀ ਰੌਸ਼ਨੀ ਨਾਲ ਉਸਨੇ ਵੇਖਣਾ ਹੈ ਕਿ ਨਿਰਾ ਕਰਮ ਕਾਂਡ, ਨਿਰੀ ਸ਼ਰਅ ਜੀਵਨ ਦਾ ਸਹੀ ਰਸਤਾ ਨਹੀਂ ਹੈ। ਕਾਜ਼ੀ ਕਿਵੇਂ ਸਹਾਰ ਸਕਦਾ ਸੀ ਇਹ ਹਾਸਾ? ਉਸਨੇ ਨਮਾਜ਼ ਖਤਮ ਹੋਣ ਉੱਥੇ ਹੀ ਨਵਾਬ ਨੂੰ ਆਖਿਆ। ਨਵਾਬ ਨੇ ਖੁਦ ਵੀ ਇਹ ਸਭ ਕੁਝ ਆਪਣੀ ਅੱਖੀਂ ਵੇਖ ਲਿਆ ਸੀ। ਉਹ ਵੀ ਪਾਸ ਹੀ ਖੜਾ ਸੀ। ਉਸ ਵੱਲੋਂ ਹਾਸੇ ਦਾ ਕਾਰਨ ਪੁੱਛਣ ਉੱਤੇ ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਕਾਜ਼ੀ ਸਾਹਿਬ ਆਪ ਹੀ ਸੱਚ ਦੱਸ ਦੇਣ। ਇਹਨਾਂ ਦਾ ਚਿਹਰਾ ਦੱਸ ਰਿਹਾ ਸੀ ਕਿ ਇਹਨਾਂ ਦਾ ਮਨ ਨਮਾਜ਼ ਵਿੱਚ ਨਹੀਂ ਸੀ। ਇਸ ਗੱਲ ਦਾ ਕੀ ਲਾਭ ਕਿ ਨਿਰੀ ਜੀਭ ਹੀ ਰਵਾਂ ਰਵੀਂ ਕੋਈ ਲਫ਼ਜ਼ ਪੜ੍ਹਦੀ ਜਾਏ। ਜਨਮ ਸਾਖੀ ਵਾਲਾ ਲਿਖਦਾ ਹੈ, ਤਬ ਬਾਬੇ ਕਹਿਆ ਖਾਨ ਜੀ जब वो नमाज ऊपर खड़ा था, तब इस मन का ठौर ना था। इनकी घोड़ी सुई थी, वछेरी जम्मी थी, और वछेरी छड़ कर आया था, और वेड़े विच खुई थी, और इन कहिया मत वछेरी खुई विच पाउंदी होवे। इनका मन ऊहाँ गया आहा, इसकी नमाज कबूल नहीं पड़ी। भादरों सुदी 15 संमत 1564 ਈਸਵੀ ਸਨ 1507 ਨੂੰ ਗੁਰੂ ਨਾਨਕ ਸਾਹਿਬ ਜੀ ਨੇ ਮੋਦੀ ਖਾਨਾ ਛੱਡ ਦਿੱਤਾ। ਸੂਰਜ ਦੇ ਹਿਸਾਬ ਤਦੋਂ ਤਕਰੀਬਨ ਪਹਿਲੀ ਅੱਸੂ ਸੀ ਅਤੇ ਅਗਸਤ ਮਹੀਨੇ ਦੀ 30 ਤਰੀਕ। ਜਦੋਂ ਨਵਾਬ ਨੇ ਪੱਕ ਕਰ ਲਿਆ ਕਿ ਗੁਰੂ ਨਾਨਕ ਦੇਵ ਜੀ ਨੇ ਮੋਦੀ ਖਾਨਾ ਜ਼ਰੂਰ ਛੱਡ ਦੇਣਾ ਹੈ, ਤਾਂ ਸਾਰੇ ਹਿਸਾਬ ਦੀ ਪੜਤਾਲ ਕੀਤੀ ਗਈ। ਗਰੀਬਾਂ ਤੱਕ ਇਹ ਖਬਰ ਬਿਜਲੀ ਦੀ ਰੌਂ ਵਾਂਗ ਅੱਪੜ ਗਈ ਕਿ ਉਹਨਾਂ ਦਾ ਦਰਦੀ ਉਹਨਾਂ ਨੂੰ ਸਦਾ ਲਈ ਛੱਡ ਚੱਲਿਆ ਹੈ। ਅਨੇਕਾਂ ਦੀ ਭੀੜ ਉੱਥੇ ਹੋ ਗਈ। ਹਿਸਾਬ ਅਨੁਸਾਰ ਆਪਣੀ ਬਾਕੀ ਰਕਮ ਵਿੱਚੋਂ ਸਤਿਗੁਰੂ ਜੀ ਨੇ ਫੇਰ ਕਈਆਂ ਦੀ ਸਹਾਇਤਾ ਕਰ ਦਿੱਤੀ। ਜਦੋਂ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਆਏ ਸਨ, ਤਦੋਂ ਸੰਮਤ 1561 ਦੇ ਮਹੀਨਾ ਮੱਘਰ ਦੀ ਤਕਰੀਬਨ 4 ਤਰੀਕ ਸੀ। ਈਸਵੀ ਸਨ 1504 ਦੀ ਤਕਰੀਬਨ 30 ਅਕਤੂਬਰ। ਜਿਸ ਦਿਨ ਸੁਲਤਾਨਪੁਰ ਛੱਡਿਆ, ਉਸ ਦਿਨ ਸੰਮਤ 1564 ਮਹੀਨਾ ਅੱਸੂ ਦੀ ਤਕਰੀਬਨ ਪਹਿਲੀ ਤਰੀਕ ਸੀ। ਈਸਵੀ ਸਨ ਅਨੁਸਾਰ 1507 ਦੇ ਅਗਸਤ ਦੀ 30 ਤਰੀਕ ਦੇ ਕਰੀਬ ਸਤਿਗੁਰੂ ਜੀ ਸੁਲਤਾਨਪੁਰ ਵਿੱਚ 2 ਸਾਲ 10 ਮਹੀਨੇ ਟਿਕੇ ਰਹੇ। ਸਿੱਖ ਇਤਿਹਾਸ ਲਿਖਦਾ ਹੈ ਕਿ ਭਾਈ ਜੈ ਰਾਮ ਜੀ ਦਾ ਸੁਨੇਹਾ ਮਿਲਣ 'ਤੇ
ਗੁਰੂ ਨਾਨਕ ਸਾਹਿਬ ਜੀ ਦੇ ਸਹੁਰਾ ਮੂਲ ਚੰਦ ਜੀ ਸੁਲਤਾਨਪੁਰ ਆ ਪਹੁੰਚੇ ਸਨ। ਸਤਿਗੁਰ ਜੀ ਨੇ ਉਹਨਾਂ ਨੂੰ ਮੋਦੀਖਾਨਾ ਤਿਆਗਣ ਬਾਰੇ ਸਾਰੀ ਗੱਲ ਸਮਝਾ ਦਿੱਤੀ ਅਤੇ ਆਪਣੇ ਪਰਿਵਾਰ ਦੀ ਸੌਂਪਣਾ ਉਹਨਾਂ ਨੂੰ ਕਰ ਦਿੱਤੀ। ਸਤਿਗੁਰ ਜੀ ਦੀ ਭੈਣ ਬੇਬੇ ਨਾਨਕੀ ਜੀ ਅਤੇ ਭਣਵਈਆ ਭਾਈ ਜੈ ਰਾਮ ਜੀ ਪਾਸ ਹੀ ਹਨ। ਇੱਕ ਗ੍ਰਸਤੀ ਦੇ ਦ੍ਰਿਸ਼ਟੀਕੋਣ ਤੋਂ ਪਰਿਵਾਰ ਤੋਂ ਵਿਛੜਨ ਦਾ ਉਹ ਸਮਾਂ ਬੜਾ ਹੀ ਪੀੜ ਭਰਿਆ ਹੋਵੇਗਾ। ਕਈ ਸਾਲਾਂ ਦਾ ਲੰਮਾ ਸਫ਼ਰ, ਪਤਾ ਨਹੀਂ ਮੁੜ ਮਿਲਣਾ ਵੀ ਹੈ ਕਿ ਨਹੀਂ। ਬੱਚਿਆਂ ਦੀ ਤੇ ਇਸਤਰੀ ਦੀ ਪਰ ਅਧੀਨਤਾ, ਇਹਨਾਂ ਖਿਆਲਾਂ ਨੇ ਸਾਰੇ ਪਰਿਵਾਰ ਨੂੰ ਵਿਆਕੁਲ ਕਰ ਦਿੱਤਾ। ਪਰ ਇਹ ਕੁਰਬਾਨੀ ਕੀਤੇ ਬਿਨਾਂ ਸਾਰੇ ਦੇਸ਼ ਦੇ ਵਿਲਕਦਿਆਂ ਦੀ ਬਾਂਹ ਕਿਵੇਂ ਫੜੀ ਜਾ ਸਕਦੀ ਸੀ। ਸਾਰੇ ਸੁਲਤਾਨਪੁਰ ਦੇ ਅੰਦਰ ਉਸ ਦਿਨ ਘਰ ਘਰ ਅੰਦਰ ਮਾਯੂਸੀ ਫੈਲ ਗਈ ਸੀ, ਕਿਉਂਕਿ ਉਹਨਾਂ ਨੂੰ ਪਿਆਰ ਕਰਨ ਵਾਲਾ ਨਾਨਕ ਅੱਜ ਸਦਾ ਲਈ ਉਹਨਾਂ ਨੂੰ ਛੱਡਣ ਦਾ ਫੈਸਲਾ ਕਰਕੇ ਚੱਲਿਆ ਸੀ। ਉਹਨਾਂ ਨੂੰ ਅੱਜ ਸਾਰਾ ਕੁਝ ਚੰਗਾ ਨਹੀਂ ਲੱਗ ਰਿਹਾ ਸੀ। ਨਾ ਉਹਨਾਂ ਦੇ ਹੰਝੂ ਰੁਕਦੇ ਸਨ ਅਤੇ ਨਾ ਉਹਨਾਂ ਨੂੰ ਰੋਟੀ ਦੀ ਬੁਰਕੀ ਲੰਘਦੀ ਸੀ। ਪਰ ਉਹ ਇਸ ਗੱਲ ਤੋਂ ਵੀ ਭਲੀ ਭਾਂਤ ਜਾਣੂ ਸਨ ਕਿ ਗੁਰੂ ਨਾਨਕ ਸਾਹਿਬ ਜੀ ਦੁਆਰਾ ਲਿਆ ਗਿਆ ਇਹ ਫੈਸਲਾ ਬੜਾ ਦ੍ਰਿੜਤਾ ਭਰਿਆ ਹੈ ਅਤੇ ਇਹ ਹੁਣ ਬਦਲਿਆ ਨਹੀਂ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦਾ ਬੱਚਾ ਬੱਚਾ ਕੌਡੇ ਦਾ ਨਾਮ ਜਾਣਦਾ ਹੈ, ਪਰ ਅਸੀਂ ਇਸ ਨੂੰ ਰਾਖਸ਼ਸ ਆਖ ਕੇ ਅਨਭੋਲ ਜਿਹੇ ਉਹੀ ਗਲਤੀ ਕਰ ਰਹੇ ਹਾਂ ਜੋ ਅੱਜ ਤੋਂ ਸਦੀਆਂ ਪਹਿਲਾਂ ਆਰੀਆ ਲੋਕ ਜਾਣ ਬੁੱਝ ਕੇ ਕਰ ਰਹੇ ਸਨ। ਸਾਰੀ ਖਲਕਤ ਵਿੱਚ ਇੱਕ ਕਰਤਾਰ ਨੂੰ ਵੇਖਣ ਵਾਲੇ ਅਤੇ ਨੀਵੇਂ ਤੋਂ ਨੀਵਾਂ ਜੀਵਨ ਬਤੀਤ ਕਰਨ ਉੱਤੇ ਮਜਬੂਰ ਕੀਤੇ ਹੋਏ ਬੰਦਿਆਂ ਨਾਲ ਵੀ ਪਿਆਰ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਲੇਵਾ ਸਿੱਖ ਨੂੰ ਇਹ ਨਹੀਂ ਸ਼ੋਭਦਾ ਕਿ ਉਹ ਭੀਲਾਂ ਨੂੰ ਰਾਖਸ਼ਸ ਆਖੇ। ਕਿਸ ਦਾ ਜੀ ਕਰਦਾ ਹੈ ਭੁੱਖ ਨਾਲ ਮਰਨ ਨੂੰ। ਭੀਲ, ਕਰਾਤ, ਦਰਾਵੜੀ ਵੀ ਸਾਡੇ ਵਰਗੇ ਹੀ ਮਨੁੱਖ ਸਨ। ਜਦੋਂ ਉਹਨਾਂ ਨੂੰ ਅਨ ਉਪਜਾਊ ਧਰਤੀ ਤੋਂ ਨਿਕਲਣ 'ਤੇ ਮਜਬੂਰ ਕੀਤਾ ਗਿਆ ਤੇ ਇਸ ਤਰ੍ਹਾਂ ਭੁੱਖ ਤੇ ਮੌਤ ਦਾ ਟਾਕਰਾ ਕਰਨਾ ਪਿਆ, ਤਾਂ ਉਹ ਇਸ ਤੋਂ ਛੁੱਟ ਹੋਰ ਕੀ ਕਰਦੇ ਕਿ ਜਦੋਂ ਕਦੇ ਆਰੀਆ ਲੋਕਾਂ ਵਿੱਚੋਂ ਕੋਈ ਬੰਦਾ ਉਹਨਾਂ ਦੇ ਢਹੇ ਚੜ੍ਹ ਜਾਏ ਤਾਂ ਉਸ ਦੇ ਮਾਸ ਨਾਲ ਹੀ ਆਪਣੇ ਭੁੱਖੇ ਢਿੱਡ ਨੂੰ ਝੁਲਕਾ ਦੇ ਲੈਣ। ਪਰ ਵੇਖੋ ਦਲੇਰੀ ਤੇ ਮਨੁੱਖੀ ਪਿਆਰ ਗੁਰੂ ਨਾਨਕ ਪਾਤਸ਼ਾਹ ਦਾ। ਇਹ ਦੋ ਪਿਆਰ ਭਰੇ ਦਿਲ ਵਾਲੇ ਜਿਉੜੇ ਮਾਨਸ ਖਾਣੇ ਬੰਦਿਆਂ ਨਾਲ ਪਿਆਰ ਕਰਨ ਲਈ ਉਹਨਾਂ ਦੇ ਸੈਂਕੜੇ ਮੀਲਾਂ ਦੇ ਜੰਗਲੀ, ਪਹਾੜੀ, ਬੰਜਰ ਦੇਸ਼ ਵਿੱਚੋਂ ਦੀ ਲੰਘਦੇ ਹਨ। ਜਿਵੇਂ ਐਮਨਾਬਾਦ ਤੋਂ ਤੁਰ ਕੇ ਪਿੰਡ ਪਿੰਡ ਅਟਕ ਕੇ ਸਹੀ ਮਨੁੱਖਤਾ ਦਾ ਪ੍ਰਚਾਰ ਕਰਦੇ ਆ ਰਹੇ ਸਨ, ਤਿਵੇਂ ਭੀਲਾਂ ਦੇ ਹਰੇਕ ਪਿੰਡ ਵਿੱਚ ਵੀ ਭਾਈ ਮਰਦਾਨੇ ਦੀ ਵੱਜਦੀ ਰਬਾਬ ਨਾਲ ਆਪਣੀ ਮਿੱਠੀ ਸੁਰ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਨੇ ਕੀਰਤਨ ਦੀ ਰਾਹੀਂ ਉਹਨਾਂ ਲੋਕਾਂ ਦੀ ਸੁਰਤ ਨੂੰ ਉੱਚਿਆਂ ਕੀਤਾ। ਕਈ ਥਾਈਂ ਜਿੰਦ ਉੱਤੇ ਵਾਰ ਕਰਨ ਲਈ ਭੀਲਾਂ ਦਾ ਆਉਣਾ ਵੀ ਕੁਦਰਤੀ ਸੀ, ਪਰ ਸੂਰਮੇ ਮਰਦ ਦੇ ਚਿਹਰੇ ਉੱਤੇ ਰੱਬੀ ਨੂਰ ਤੇ ਖਲਕਤ ਦੇ ਪਿਆਰ ਦੀ ਝਲਕ ਵੇਖ ਕੇ ਉਹਨਾਂ ਲੋਕਾਂ ਦੇ ਸਿਰ ਨਿਊ ਜਾਣੇ ਵੀ ਕੁਦਰਤੀ ਗੱਲ ਸੀ। ਅਨੇਕਾਂ ਭੀਲ ਆਏ, ਦਰਸ਼ਨ ਕਰਕੇ ਤੇ ਰੱਬੀ ਸੁਨੇਹਾ ਸੁਣ ਕੇ ਸੁਭਾਗੇ ਬਣਦੇ ਗਏ। ਪਰ ਸਭ ਤੋਂ ਵੱਡੀ ਸੁਭਾਗਤਾ ਕੌਡੇ ਦੇ ਹਿੱਸੇ ਆਉਣੀ ਸੀ, ਜਿਸ ਦਾ ਨਾਮ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਬਰਕਤ ਨਾਲ ਸਦਾ ਲਈ ਅਟੱਲ ਹੋ ਗਿਆ। ਸਿੱਖ ਇਤਿਹਾਸ ਲਿਖਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਭੀਲਾਂ ਦੇ ਇਲਾਕੇ ਵਿੱਚੋਂ ਦੀ ਲੰਘਦੇ ਹੋਏ ਕਿਤੇ ਉਜਾੜ ਜਿਹੀ ਵਿੱਚ ਪਹੁੰਚੇ, ਭਾਈ ਮਰਦਾਨਾ ਕਿਸੇ ਕਾਰਨ ਸਤਿਗੁਰ ਜੀ ਤੋਂ ਰੱਤਾ ਲਾਂਭੇ ਦੁਰੇਡੇ ਚਲਾ ਗਿਆ ਤਾਂ ਕੌਡੇ ਨੇ ਉਸ ਨੂੰ ਫੜ ਲਿਆ। ਮਰਦਾਨੇ ਦੇ ਕੁਝ ਚਿਰ ਨਾ ਪਹੁੰਚਣ 'ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਦੀ ਭਾਲ ਕਰਨੀ ਆਰੰਭ ਕੀਤੀ। ਉਹ ਇਸ ਇਲਾਕੇ ਦੇ ਸਾਰੇ ਖਤਰਿਆਂ ਤੋਂ ਜਾਣੂ ਹੋ ਚੁੱਕੇ ਸਨ। ਭਾਲ ਕਰਦਿਆਂ ਸਤਿਗੁਰੂ ਜੀ ਨੇ ਮਰਦਾਨੇ ਨੂੰ ਕੌਡੇ ਦੇ
ਕਬਜ਼ੇ ਵਿੱਚ ਜਾ ਲੱਭਿਆ। ਕੌਡਾ ਮਨੁੱਖਤਾ ਦੀ ਅਤ ਨੀਵੀਂ ਪੱਧਰ 'ਤੇ ਅੱਪੜ ਚੁੱਕਿਆ ਸੀ। ਸਾਊ ਸਮਾਜ ਦਾ ਜੇ ਕੋਈ ਭੁੱਲਿਆ ਭਟਕਿਆ ਬੰਦਾ ਉਸ ਦੇ ਤਰੇਟੇ ਚੜ੍ਹਦਾ ਸੀ ਤਾਂ ਉਸ ਨੂੰ ਮਾਰ ਕੇ ਖਾਣੋਂ ਵੀ ਫਰਕ ਨਹੀਂ ਸੀ ਕਰਦਾ। ਪਰ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਦਾ ਜਲਾਲ ਤੱਕ ਕੇ ਉਸ ਦੇ ਦਿਲ ਦੀ ਕਠੋਰਤਾ ਦੂਰ ਹੋ ਗਈ ਸੀ। ਸਤਿਗੁਰੂ ਜੀ ਨੇ ਉਸ ਨੂੰ ਸਾਊ ਸਮਾਜ ਦੇ ਅਨਿਆਏ ਭਰੇ ਸਲੂਕ ਦਾ ਮਰਦਾਂ ਵਾਂਗ ਟਾਕਰਾ ਕਰਕੇ ਜਿਉਣ ਦਾ ਵੱਲ ਸਿਖਾਇਆ ਅਤੇ ਆਦਮਖੋਰੀ ਦੇ ਘੋਰ ਕੁਕਰਮ ਵੱਲੋਂ ਹਟਾਇਆ। ਕੌਡੇ ਭੀਲ ਦੀ ਸਾਖੀ ਸਿੱਖ ਇਤਿਹਾਸ ਵਿੱਚ ਇੱਕ ਅਦੁੱਤੀ ਚਾਨਣ ਮੁਨਾਰਾ ਹੈ। ਜੰਗਲੀ, ਪਹਾੜੀ, ਖਤਰੇ ਭਰਿਆ ਇਲਾਕਾ, ਆਪਣੇ ਵਤਨ ਤੋਂ ਹਜ਼ਾਰਾਂ ਮੀਲਾਂ ਦੀ ਵਿੱਥ, ਓਪਰੇ ਲੋਕ, ਨਾ ਕਿਸੇ ਨਾਲ ਜਾਣ ਨਾ ਪਛਾਣ, ਆਦਮਖੋਰ ਡਾਕੂਆਂ ਤੋਂ ਹਰ ਵੇਲੇ ਜਿੰਦ ਉੱਤੇ ਵਾਰ ਹੋਣ ਦੀ ਸੰਭਾਵਨਾ, ਸਾਥੀ ਦਾ ਉਹਨਾਂ ਦੇ ਕਾਬੂ ਵਿੱਚ ਆ ਜਾਣਾ, ਜਿਨ੍ਹਾਂ ਅਜਿਹੇ ਘੋਰ ਨਿਰਦਈ ਡਾਕੂਆਂ ਨੂੰ ਫੜਨ ਲਈ ਦੇਸ਼ਾਂ ਦੀਆਂ ਸਰਕਾਰਾਂ ਪੁਲਿਸ ਤੇ ਫੌਜ ਦੇ ਜਥੇ ਭੇਜ ਕੇ ਸਫਲਤਾ ਦੀ ਆਸ ਨਾ ਰੱਖਣ, ਉਹਨਾਂ ਦੇ ਕਬਜ਼ੇ ਵਿੱਚੋਂ ਭਾਈ ਮਰਦਾਨੇ ਨੂੰ ਲੱਭਣ ਲਈ ਸੂਰਮੇ ਮਰਦ ਗੁਰੂ ਨਾਨਕ ਪਾਤਸ਼ਾਹ ਦਾ ਇਕੱਲੇ ਹੀ ਬੇਹਥਿਆਰੇ ਉਹਨਾਂ ਦੇ ਖਤਰਨਾਕ ਗੜ੍ਹ ਵੱਲ ਤੁਰ ਪੈਣਾ, ਇਹ ਇੱਕ ਐਸੀ ਬੇਮਿਸਾਲ ਨਿਰਭੈਤਾ ਤੇ ਸੂਰਮਤਾ ਹੈ ਜਿਸ ਦਾ ਗੁਰੂ ਨਾਨਕ ਪਾਤਸ਼ਾਹ ਦੇ ਹਰੇਕ ਨਾਮ ਲੇਵਾ ਸਿੱਖ ਨੂੰ ਸਦਾ ਫਖਰ ਰਹਿਣਾ ਚਾਹੀਦਾ ਹੈ। ਉਹ ਕਿਹੜਾ ਹਥਿਆਰ ਸੀ ਜਿਸ ਦਾ ਸਦਕਾ ਸਤਿਗੁਰੂ ਜੀ ਇੱਕ ਅਤ ਭਿਆਨਕ ਖਤਰੇ ਦਾ ਟਾਕਰਾ ਕਰਨ ਲਈ ਤੁਰ ਪਏ ਸਨ। ਵੈਰ ਨੂੰ ਵੈਰ ਕਦੇ ਨਹੀਂ ਕੱਟ ਸਕਦਾ ਅਤੇ ਨਾ ਹੀ ਨਿਰਦੈਤਾ ਨੂੰ ਨਿਰਦੈਤਾ ਜਿੱਤ ਸਕਦੀ ਹੈ। ਗੁਰੂ ਨਾਨਕ ਪਾਤਸ਼ਾਹ ਪਾਸ ਸਰਬ ਵਿਆਪੀ ਖਾਲਕ ਦੀ ਯਾਦ ਅਤੇ ਉਸ ਦੀ ਖਲਕਤ ਨਾਲ ਪਿਆਰ, ਹਮਦਰਦੀ ਦੀ ਢਾਲ ਸੀ। ਸਤਿਗੁਰੂ ਜੀ ਨੇ ਇੱਥੇ ਵਸਣ ਵਾਲੇ ਸਾਰੇ ਭੀਲਾਂ ਨੂੰ ਇਨਸਾਨੀਅਤ ਦਾ ਪਾਠ ਪੜ੍ਹਾ ਕੇ ਕੁੜਾਪੇ ਤੋਂ ਰਾਮੇਸ਼ਵਰ ਵੱਲ ਦਾ ਰੁਖ ਕਰ ਲਿਆ। ਕੁੜਾਪੇ ਤੋਂ ਰਾਮੇਸ਼ਵਰ ਤਕਰੀਬਨ 450 ਮੀਲ ਹੈ। ਰਾਮੇਸ਼ਵਰ ਤੱਕ ਪੂਰਬੀ ਸਮੁੰਦਰ ਦੇ ਕੰਢੇ ਭੀਲ ਨਿਸ਼ਾਦ ਲੋਕ ਹੀ ਵਸਦੇ ਹਨ। ਇਹਨਾਂ ਲੋਕਾਂ ਵਿੱਚ ਕਿਤੇ ਕਿਤੇ ਜੋਗੀਆਂ ਨੂੰ ਆਪਣੇ ਮੱਠ ਬਣਾਏ ਹੋਏ ਸਨ। ਰਮਤੇ ਜੋਗੀ ਹਿਮਾਲਾ ਪਰਬਤ ਤੋਂ ਲੈ ਕੇ ਰਾਮੇਸ਼ਵਰ ਤੱਕ ਚੱਕਰ ਲਾ ਆਉਂਦੇ ਸਨ। ਹਰ ਥਾਂ ਉਸ ਭੇਖ ਦੀ ਪੂਜਾ ਮਾਨਤਾ ਹੁੰਦੀ ਸੀ। ਕੁੜਾਪੇ ਤੋਂ ਗਾਂਹ ਪਾਲੀਪੁਰ ਜੋਗੀਆਂ ਦਾ ਮੱਠ ਸੀ। ਉੱਥੇ ਟਿਕੇ ਹੋਏ ਕਈ ਜੋਗੀ ਅੱਗੇ ਹੀ ਗੁਰੂ ਨਾਨਕ ਦੇਵ ਜੀ ਨੂੰ ਤਲਵੰਡੀ ਅਤੇ ਗੋਰਖਮਤੇ ਆਦਿਕ ਸਥਾਨਾਂ 'ਤੇ ਮਿਲ ਚੁੱਕੇ ਸਨ। ਜਿੱਥੇ ਕਿਤੇ ਵੀ ਜੋਗੀ ਸਤਿਗੁਰੂ ਜੀ ਨੂੰ ਮਿਲਦੇ ਸਨ, ਤੁਰੰਤ ਚਰਚਾ ਛੇੜ ਲੈਂਦੇ ਸਨ ਜਾਂ ਕੋਈ ਅੜਾਉਣੀ ਪੇਸ਼ ਕਰ ਦਿੰਦੇ। ਉਹਨਾਂ ਦਾ ਭਾਵ ਸਦਾ ਇਹ ਹੁੰਦਾ ਸੀ ਕਿ ਆਪਣੇ ਸੇਵਕਾਂ ਸ਼ਰਧਾਲੂਆਂ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਹੇਠੀ ਵਿਖਾ ਸਕੀਏ, ਤਾਂ ਕਿ ਸਾਡੇ ਸੇਵਕਾਂ ਦੇ ਮਨਾਂ ਵਿੱਚ ਸਾਡੇ ਵਾਸਤੇ ਹੋਰ ਉੱਚੀ ਥਾਂ ਬਣ ਸਕੇ। ਸਿੱਖ ਇਤਿਹਾਸ ਲਿਖਦਾ ਹੈ ਕਿ ਪਾਲੀਪੁਰ ਦੇ ਜੋਗੀਆਂ ਨੇ ਸਤਿਗੁਰੂ ਜੀ ਨੂੰ ਤਿਲਾਂ ਦਾ ਇੱਕ ਦਾਣਾ ਭੇਟ ਕੀਤਾ। ਮਨ ਵਿੱਚ ਧਾਰਿਆ ਕਿ ਵੇਖੀਏ ਤਾਂ ਸਹੀ ਇਹ ਇੱਕ ਦਾਣਾ ਸਭਨਾਂ ਵਿੱਚ ਕਿਵੇਂ ਵਰਤਾਉਂਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਤਿਲਾਂ ਦਾ ਉਹ ਦਾਣਾ ਪਾਣੀ ਵਿੱਚ ਕੁਟਵਾ ਕੇ ਸਭ ਨੂੰ ਵੰਡ ਦਿੱਤਾ। ਉੱਥੇ ਹੁਣ ਸਤਿਗੁਰੂ ਜੀ ਦਾ ਤਿਲਗੰਜੀ ਨਾਮਕ ਸਥਾਨ ਬਣਿਆ ਹੋਇਆ ਹੈ। ਪਾਲੀਪੁਰ ਤੋਂ ਤਿਰੂਪਤੀ, ਕਾਂਜੀਵਰਮ, ਪਾਂਡੀਚਰੀ, ਕੁੰਭਕੋਨਮ, ਤੰਜੋਰ, ਤ੍ਰਿਚਨਾਪਲੀ, ਪਾਲਮਕੋਟਾ ਆਦਿਕ ਨਗਰਾਂ ਤੋਂ ਹੁੰਦੇ ਹੋਏ ਸਤਿਗੁਰੂ ਜੀ ਮਦੂਰੇ ਪਹੁੰਚੇ। ਪਾਲਮਕੋਟੇ ਗਣੇਸ਼ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ। ਮਦੂਰੇ ਵਿੱਚ ਮੀਨਾਚੀ ਦੇਵੀ ਦਾ ਬੜਾ ਪ੍ਰਸਿੱਧ ਮੰਦਰ ਬਣਿਆ ਹੋਇਆ ਹੈ। ਤੰਜੌਰ ਪਾਂਡੀਚਰੀ ਤੋਂ 100 ਕੁ ਮੀਲ ਦੱਖਣ ਪੱਛਮ ਪਾਸੇ ਹੈ। ਇੱਥੋਂ ਦੇ ਲੋਕ ਵਿਸ਼ਨੂੰ ਦੀ ਮੂਰਤੀ ਪਦਮਨਾਭ ਦੀ ਪੂਜਾ ਕਰਦੇ ਸਨ। ਇੱਕ ਮੰਦਰ ਬਣਿਆ ਹੋਇਆ ਸੀ ਜਿਸ ਵਿੱਚ ਪਦਮਨਾਭ ਦੀ 18 ਗਜ਼ ਲੰਮੀ ਮੂਰਤੀ ਬਣੀ ਹੋਈ ਸੀ। ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਮੂਰਤੀ ਪੂਜਾ ਵੱਲੋਂ ਹਟਾ ਕੇ ਇੱਕ ਪਰਮਾਤਮਾ ਦੀ ਭਗਤੀ ਵੱਲ ਪ੍ਰੇਰਿਆ।
ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਮੂਰਤੀ ਪੂਜਾ ਵੱਲੋਂ ਹਟਾ ਕੇ ਇੱਕ ਪਰਮਾਤਮਾ ਦੀ ਭਗਤੀ ਵੱਲ ਪ੍ਰੇਰਿਆ, ਜੋ ਸਭ ਜੀਵਾਂ ਵਿੱਚ ਵਿਆਪਕ ਹੈ। ਤੰਜੋਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਸੁੰਦਰ ਧਰਮਸ਼ਾਲ ਬਣੀ ਹੋਈ ਹੈ। ਮਦੂਰੇ ਤੋਂ ਰਾਮੇਸ਼ਵਰ 100 ਮੀਲ ਦੇ ਕਰੀਬ ਦੱਖਣ ਪੂਰਬ ਪਾਸੇ ਪਾਮਬਨ ਦਵੀਪ ਵਿੱਚ ਇੱਕ ਪ੍ਰਸਿੱਧ ਹਿੰਦੂ ਮੰਦਰ ਹੈ। ਜ਼ਿਲ੍ਹਾ ਹੈ ਰਾਮਾਨਾਦ। ਹਿੰਦੂਆਂ ਦਾ ਨਿਸ਼ਚਾ ਹੈ ਕਿ ਇੱਥੇ ਸ਼੍ਰੀ ਰਾਮ ਚੰਦਰ ਜੀ ਨੇ ਪੁਲ ਬੰਨ੍ਹਣ ਸਮੇਂ ਸ਼ਿਵਲਿੰਗ ਸਥਾਪਨ ਕੀਤਾ ਸੀ। ਉਸ ਮੰਦਰ ਦੇ ਨਾਮ ਦੇ ਇਲਾਕੇ ਦੀ ਬਸਤੀ ਦਾ ਨਾਂ ਵੀ ਰਾਮੇਸ਼ਵਰ ਹੀ ਹੈ। ਮੰਦਰ 100 ਫੁੱਟ ਉੱਚਾ ਹੈ ਅਤੇ ਸ਼ਿਵਲਿੰਗ 16 ਉਂਗਲ ਉੱਚਾ ਕਾਲੇ ਪੱਥਰ ਦਾ ਹੈ। ਰਾਮੇਸ਼ਵਰ ਦੀ ਪਹਿਲੀ ਯਾਤਰਾ ਚੇਤ ਸੁਦੀ ਪੰਚਮੀ ਨੂੰ ਸੀ। ਈਸਵੀ ਸਨ 1511 ਵਿੱਚ ਇਹ ਦਿਨ ਮਾਰਚ ਦੀ ਤਕਰੀਬਨ 5 ਤਰੀਕ ਨੂੰ ਸੀ। ਗੁਰੂ ਨਾਨਕ ਸਾਹਿਬ ਜੀ 5 ਮਾਰਚ ਸਨ 1511 ਨੂੰ ਰਾਮੇਸ਼ਵਰ ਸਨ। ਉੱਥੋਂ ਆਪ ਸਿੰਗਲਾ ਦੀਪ ਨੂੰ ਚੱਲ ਪਏ। ਸਿੰਗਲਾ ਦੀਪ ਨੂੰ ਸੀਲੋਨ ਜਾਂ ਲੰਕਾ ਵੀ ਆਖਦੇ ਹਨ। ਇਹ ਇੱਕ ਟਾਪੂ ਹੈ ਜੋ ਰਾਮੇਸ਼ਵਰ ਤੋਂ ਸਿਰਫ 14 ਕੁ ਮੀਲਾਂ ਦੀ ਵਿੱਥ ਉੱਤੇ ਪੈਂਦਾ ਹੈ। ਇਹ 14 ਮੀਲਾਂ ਦਾ ਸਫ਼ਰ ਜਹਾਜ਼ 'ਤੇ ਕਰਨਾ ਪੈਂਦਾ ਹੈ। ਸਿੰਗਲਾ ਦੀਪ ਦੇ ਮੱਧ ਪ੍ਰਾਂਤ ਵਿੱਚ ਪਹਾੜ ਹਨ। ਦੁਆਲੇ ਦਾ ਸਮੁੰਦਰੀ ਕੰਢਾ ਮੈਦਾਨੀ ਇਲਾਕਾ ਹੈ। ਇਹ ਟਾਪੂ 267 ਮੀਲ ਲੰਬਾ ਹੈ ਤੇ 137 ਮੀਲ ਚੌੜਾ। ਅਰਬ ਆਦਿਕ ਦੇਸ਼ਾਂ ਦਾ ਬਰਮਾ, ਚੀਨ ਆਦਿਕ ਦੇਸ਼ਾਂ ਨਾਲ ਸਮੁੰਦਰੀ ਵਪਾਰ ਲੰਕਾ ਦੇ ਰਸਤੇ ਹੀ ਹੁੰਦਾ ਆਇਆ ਹੈ। ਪੁਰਾਣੇ ਸਮਿਆਂ ਤੋਂ ਹੀ ਲੰਕਾ ਦਾ ਕੋਲੰਬੋ ਸ਼ਹਿਰ ਬੜੀ ਪ੍ਰਸਿੱਧ ਬੰਦਰਗਾਹ, ਇੱਕ ਸਮੁੰਦਰੀ ਅੱਡਾ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਚੇਤ ਸੁਦੀ ਪੰਚਮੀ ਚੇਤਰ ਦੀ ਤਕਰੀਬਨ 7 ਤਰੀਕ ਤੋਂ ਪਿੱਛੋਂ ਰਾਮੇਸ਼ਵਰ ਤੋਂ ਚੱਲ ਕੇ ਸਿੰਗਲਾ ਦੀਪ ਵਿੱਚ ਪਹੁੰਚੇ। ਪੱਛਮੀ ਤੇ ਉੱਤਰੀ ਇਲਾਕੇ ਤੋਂ ਹੁੰਦੇ ਹੋਏ ਪੂਰਬ ਪਾਸੇ ਸ਼ਹਿਰ ਤ੍ਰਿਣਕੋਮਾਲੀ ਅੱਪੜੇ। ਇੱਥੋਂ ਮੱਧ ਪ੍ਰਾਂਤ ਦੇ ਸ਼ਹਿਰ ਮਟੀਆ ਕਲਮ ਗਏ। ਇਹ ਸ਼ਹਿਰ ਤ੍ਰਿਣਕੋਮਾਲੀ ਤੋਂ ਦੱਖਣ ਪੱਛਮ ਪਾਸੇ 100 ਮੀਲ ਦੇ ਕਰੀਬ ਹੈ। ਅੱਜ ਕੱਲ੍ਹ ਇਸ ਦਾ ਨਾਮ ਮਟਾਲੇ ਹੈ। ਇਹ ਸੀ ਰਾਜਾ ਸ਼ਿਵਨਾਭ ਦੀ ਰਾਜਧਾਨੀ। ਉਸ ਵੇਲੇ ਤੱਕ ਸਿੰਗਲਾ ਦੀਪ 7 ਦੇ ਥਾਂ 18 ਰਜਵਾੜਿਆਂ ਵਿੱਚ ਵੰਡਿਆ ਜਾ ਚੁੱਕਿਆ ਸੀ। ਆਪੋ ਵਿੱਚ ਇਹਨਾਂ ਦੀ ਖਿੱਚੋਤਾਣ ਵੀ ਰਹਿੰਦੀ ਸੀ, ਜਿਸ ਕਰਕੇ ਗਰੀਬ ਪ੍ਰਜਾ ਨੂੰ ਕਈ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਮਟੀਆ ਕਲਮ ਤੋਂ 20 ਕੁ ਮੀਲ ਦੱਖਣ ਪਾਸੇ ਕੈਂਡੀ ਜਾਂ ਖੰਡੀ ਸ਼ਹਿਰ ਹੈ। ਸੁਲਤਾਨਪੁਰ ਲੋਧੀ ਵਿਖੇ ਸਤਿਗੁਰ ਜੀ ਦੀ ਸੰਗਤ ਮਾਣਨ ਵਾਲਾ ਲਾਹੌਰ ਨਿਵਾਸੀ ਮਨਸੁਖ ਇਹਨਾਂ ਸ਼ਹਿਰਾਂ ਵਿੱਚ ਵੀ ਵਪਾਰ ਕਰਨ ਲਈ ਆਇਆ ਕਰਦਾ ਸੀ। ਸੰਨ 1505 ਵਿੱਚ ਉਸਨੇ ਸੁਲਤਾਨਪੁਰ ਪਹੁੰਚ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਜੀਵਨ ਦਾ ਸੁਚੱਜਾ ਰਾਹ ਸਿੱਖਿਆ ਤੇ ਉਸ ਤੋਂ ਪਿੱਛੋਂ ਫਿਰ ਵਪਾਰ ਕਰਨ ਵਾਸਤੇ ਸਿੰਗਲਾ ਦੀਪ ਗਿਆ। ਉਸ ਦੇ ਜਾਣੂ ਪਛਾਣੂ ਬੰਦਿਆਂ ਨੇ ਉਸ ਦੀ ਜੀਵਨ ਜੁਗਤ ਵਿੱਚ ਬੜਾ ਫਰਕ ਦੇਖਿਆ। ਹਿੰਦੂ ਸੰਸਕ੍ਰਿਤੀ ਦੇ ਅਸਰ ਹੇਠ ਉਹ ਲੋਕ ਇਕਾਦਸ਼ੀ ਆਦਿਕ ਦੇ ਵਰਤ ਰੱਖਦੇ ਸਨ, ਪਰ ਭਾਈ ਮਨਸੁਖ ਇਹਨਾਂ ਗੱਲਾਂ ਨੂੰ ਛੱਡ ਚੁੱਕਾ ਹੋਇਆ ਸੀ। ਦੂਰੋਂ ਦੂਰੋਂ ਆਏ ਸੁਦਾਗਰਾਂ ਦੀ ਸਾਂਝ ਅਸਥਾਨੀ ਰਾਜਿਆਂ ਨਾਲ ਬਣ ਹੀ ਜਾਂਦੀ ਹੈ, ਕਿਉਂਕਿ ਉਹ ਆਪਣੇ ਵਤਨ ਦੀਆਂ ਅਨੋਖੀਆਂ ਸ਼ੈਆਂ ਰਾਜਿਆਂ ਨੂੰ ਭੇਟ ਕਰਕੇ ਆਪਣੇ ਵਪਾਰ ਲਈ ਸਹੂਲਤਾਂ ਹਾਸਲ ਕਰਦੇ ਹਨ। ਰਾਜਾ ਸ਼ਿਵਨਾਭ ਨੂੰ ਇਸ ਤਰ੍ਹਾਂ ਭਾਈ ਮਨਸੁਖ ਪਾਸੋਂ ਗੁਰੂ ਨਾਨਕ ਸਾਹਿਬ ਜੀ ਦੇ ਮਤ ਦੀ ਸੂਝ ਪਈ ਸੀ। ਮਨਸੁਖ ਨੇ ਹੀ ਉਸ ਨੂੰ ਦੱਸਿਆ ਸੀ ਕਿ ਸਤਿਗੁਰ ਜੀ ਦੱਖਣ ਵੱਲ ਆ ਰਹੇ ਹਨ। ਸ਼ਿਵਨਾਭ ਦੇ ਅੰਦਰ ਸਤਿਗੁਰ ਜੀ ਦੇ ਦੀਦਾਰ ਕਰਨ ਦੀ ਤਾਂਘ ਦਿਨੋਂ ਦਿਨ ਵੱਧਦੀ ਗਈ। ਕਈ ਸਵਾਰਥੀ ਸਾਧੂ ਰਾਜੇ ਦੀ ਲਗਨ ਤੋਂ ਲਾਭ ਉਠਾਉਣ ਲਈ ਆਪਣੇ ਆਪ ਨੂੰ ਗੁਰੂ ਨਾਨਕ ਪ੍ਰਗਟ ਕਰਦੇ, ਪਰ ਜਦੋਂ ਉਹ ਸੁੰਦਰ ਇਸਤਰੀਆਂ ਭੇਜ ਕੇ ਉਹਨਾਂ ਦੀ ਪਰਖ ਕਰਦਾ ਤਾਂ ਉਹਨਾਂ ਦਾ ਪਾਜ ਆਪਣੇ ਆਪ ਹੀ ਉਗੜ ਜਾਂਦਾ। ਮਾਰਚ ਸੰਨ 1511 ਵਿੱਚ ਰਾਮੇਸ਼ਵਰ ਤੋਂ ਚੱਲ ਕੇ
ਗੁਰੂ ਨਾਨਕ ਸਾਹਿਬ ਜੀ ਮਈ ਵਿੱਚ ਮਟੀਆ ਕਲਮ ਪਹੁੰਚੇ। ਰਾਜਾ ਸ਼ਿਵਨਾਭ ਨੂੰ ਉਹਨਾਂ ਦੇ ਆਉਣ ਦਾ ਪਤਾ ਲੱਗਾ। ਕਈ ਸਾਧੂਆਂ ਦੀ ਠੱਗੀ ਤੋਂ ਡਰੇ ਹੋਏ ਸਤਿਗੁਰ ਜੀ ਦੀ ਪਰਖ ਵਾਸਤੇ ਵੀ ਕਈ ਮੋਹਣੀਆਂ ਇਸਤਰੀਆਂ ਭੇਜੀਆਂ ਗਈਆਂ, ਪਰ ਉਹ ਕਿਸੇ ਤਰ੍ਹਾਂ ਵੀ ਉਹਨਾਂ ਉੱਤੇ ਆਪਣਾ ਅਸਰ ਨਾ ਪਾ ਸਕੀਆਂ। ਰਾਜੇ ਨੂੰ ਨਿਸ਼ਚਾ ਬੱਝ ਗਿਆ। ਆ ਕੇ ਦਰਸ਼ਨ ਕੀਤੇ। ਗੁਰੂ ਨਾਨਕ ਸਾਹਿਬ ਜੀ ਕੁਝ ਦਿਨ ਮਟੀਆ ਕਲਮ ਠਹਿਰੇ। ਇਤਨੇ ਨੂੰ ਸਵਾਮੀ ਕਾਰਤਿਕੇਯ ਦੀ ਯਾਤਰਾ ਵਾਲਾ ਦਿਹਾੜਾ ਆ ਪਹੁੰਚਿਆ। ਸਿੰਗਲਾ ਦੀਪ ਨਿਵਾਸੀਆਂ ਤੋਂ ਛੁੱਟ 18 ਰਜਵਾੜਿਆਂ ਦੇ ਰਾਜੇ ਵੀ ਆਇਆ ਕਰਦੇ ਸਨ। ਸਤਿਗੁਰ ਜੀ ਵੀ ਕੈਂਡੀ ਪਹੁੰਚੇ। ਜਦੋਂ ਕੀਰਤਨ ਦੇ ਖਿੱਚੇ ਲੋਕ ਉਹਨਾਂ ਪਾਸ ਪਹੁੰਚੇ ਤਾਂ ਉਹਨਾਂ ਨੇ ਸਭਨਾਂ ਨੂੰ ਇੱਕ ਅਕਾਲ ਪੁਰਖ ਦੀ ਭਗਤੀ ਵੱਲ ਪ੍ਰੇਰਿਤ ਕੀਤਾ ਅਤੇ ਸਾਰੀ ਖਲਕਤ ਨਾਲ ਪਿਆਰ ਕਰਨ ਦਾ ਉਪਦੇਸ਼ ਦਿੱਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਰਾਜਿਆਂ ਨੇ ਪਰਸਪਰ ਵਿਰੋਧ ਹੀ ਛੱਡ ਦਿੱਤਾ ਅਤੇ ਉਹ ਮੁੜ ਕੇਂਦਰੀ ਰਾਜ ਗੱਦੀ ਦਾ ਆਦਰ ਸਤਿਕਾਰ ਕਰਨ ਲੱਗ ਪਏ। ਸਾਰੇ ਰਾਜੇ ਸ਼ਿਵਨਾਭ ਨੂੰ ਮੁੜ ਆਪਣਾ ਸਰਦਾਰ ਮੰਨਣ ਲਈ ਤਿਆਰ ਹੋ ਗਏ। ਕਾਰਤਿਕੇਯ ਦੇ ਮੇਲੇ ਤੋਂ ਪਿੱਛੋਂ ਗੁਰੂ ਨਾਨਕ ਸਾਹਿਬ ਜੀ ਬਾਕੀ ਦੇ ਰਜਵਾੜਿਆਂ ਵਿੱਚ ਵੀ ਗਏ। 1 ਸਾਲ ਦੇ ਕਰੀਬ ਸਤਿਗੁਰ ਜੀ ਸਿੰਗਲਾ ਦੀਪ ਵਿੱਚ ਹੀ ਠਹਿਰੇ। ਅਪ੍ਰੈਲ ਸਨ 1512 ਵਿੱਚ ਉੱਥੋਂ ਗੁਰੂ ਨਾਨਕ ਪਾਤਸ਼ਾਹ ਅਤੇ ਭਾਈ ਮਰਦਾਨਾ ਜੀ ਵਾਪਸ ਪਰਤੇ ਸਨ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਰਾਜੇ ਸ਼ਿਵਨਾਭ ਵੱਲੋਂ ਭੇਜੀਆਂ ਹੋਈਆਂ ਮੋਹਣੀਆਂ ਇਸਤਰੀਆਂ ਨੂੰ ਗਾਛੋ ਪੁੱਤਰੀ ਰਾਜਕੁਮਾਰ ਕਹਿਣਾ ਅਤੇ ਉਹਨਾਂ ਸਾਰੇ ਰਾਜਿਆਂ ਦਾ ਆਪਸ ਵਿੱਚ ਇਤਫਾਕ ਪਿਆਰ ਬਣਾਉਣਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਚੇ ਜੀਵਨ ਸਤਰ ਅਤੇ ਸਾਂਝੀਵਾਲਤਾ ਦੇ ਉਪਦੇਸ਼ ਦੀ ਹਾਮੀ ਭਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।